जे तुसी काम करना होगा ये जे किसी ने भी अगे बढ़ना होगा तो मैनूं लगदा कि भी फेसबुक तो दूर रहने की बहुत ज़्यादा जरूरत है। ਤੇ ਜਦੋਂ ਮੈਂ ਵੀ ਫੇਸਬੁੱਕ ਚਲਾਉਂਦਾ ਸੀਗਾ ਤੇ ਨੈਗੇਟਿਵਿਟੀ ਬਹੁਤ ਜ਼ਿਆਦਾ ਸੀ ਸਰ। ਤੁਸੀਂ ਇੱਕ ਵੀਡੀਓ ਜਾਂ ਕੋਈ ਦੋ ਵੀਡੀਓ ਕੋਈ ਇੱਦਾਂ ਦੀਆਂ ਦੇਖ ਲਓ ਜੋ ਸਾਰਾ ਦਿਨ ਤੁਹਾਡਾ ਖਰਾਬ ਕਰ ਦਿੰਦੀਆਂ। ਬੇਸਿਕਲੀ ਮੈਂ ਚਾਹੁੰਦਾ ਗਾ ਵੀ ਜਿੰਨੀ ਐਨਰਜੀ ਅਸੀਂ ਟਰੈਕਟਰ ਟਰਾਲੀ ਭੇਜਣ ਦੇ ਉੱਤੇ ਲਾ ਰਹੇ ਆ ਉਨੀ ਐਨਰਜੀ ਆਪਣੇ ਫੂਡ ਪ੍ਰੋਡਕਟਸ ਨੂੰ ਭੇਜਣ ਤੇ ਲਾਈਏ ਤੇ ਪੰਜਾਬ ਦੇ ਕੋਲ ਪੋਟੈਂਸ਼ੀਅਲ ਦੀ ਹੱਦ ਨਹੀਂਗੀ ਤੇ ਪੰਜਾਬ ਉਹ ਪੂਰਤੀ ਨੂੰ ਕਰ ਸਕਦਾ ਗਾ। ਸਿਰਫ ਔਰ ਸਿਰਫ ਐਨਰਜੀ ਨੂੰ ਸਹੀ ਜਗ੍ਹਾ ਤੇ ਲਾਉਣ ਦੀ ਜ਼ਰੂਰਤ ਹੈ। ਬਹੁਤ ਸਕੀਮਸ ਐਸੀਆਂ ਨੇ ਜਿਨ੍ਹਾਂ ਵਾਸਤੇ ਅਸੀਂ ਅਵੇਅਰ ਹੀ ਨਹੀਂ ਹੈਗੇ। ਇੰਡੀਆ ਦੇ ਅੰਦਰ ਐਮਐਸਐਮਈ ਡਿਪਾਰਟਮੈਂਟ ਆ, ਐਫਯੂ ਦੇ ਵਿੱਚ 90% ਤੱਕ ਦੀ ਗ੍ਰਾਂਟਸ ਨੇ। ਇੰਨੇ ਅੱਛੇ ਯੂਨਿਟਸ ਐਕਸਪੋਰਟ ਓਰੀਐਂਟਡ ਯੂਨਿਟ ਜਿਹੜੇ ਨੇ ਇੰਡੀਆ ਦੇ ਵਿੱਚ ਲੱਗੇ ਹੋਏ ਨੇ। ਅਭੀ ਜੇ ਕੋਈ ਫੂਡ ਪ੍ਰੋਸੈਸਿੰਗ ਦੇ ਰਿਲੇਟਡ ਕੋਈ ਵੀ ਯੂਨਿਟ ਲਗਾਉਂਦਾ ਵਾ, ਚਾਹੇ ਉਹ ਹਰਿਆਣਾ ਦੇ ਵਿੱਚ ਲਗਾਵੇ ਚਾਹੇ ਉਹ ਪੰਜਾਬ ਦੇ ਵਿੱਚ ਲਗਾਵੇ, ਤੇ ਉਹਦੀ 35% ਦੀ ਸਲੈਬ ਹੋਵੇ ਜਾਂ 1 ਕਰੋੜ ਤੱਕ ਦੀ ਸਲੈਬ ਤੱਕ ਤੁਸੀਂ ਸਬਸਿਡੀ ਵਗੈਰਾ ਫੂਡ ਪ੍ਰੋਸੈਸਿੰਗ ਯੂਨਿਟ ਦੇ ਉੱਤੇ ਜਿਹੜੀ ਐਮਐਸਐਮਈ ਡਿਪਾਰਟਮੈਂਟ ਕੋਲ ਲੈ ਸਕਦੇ ਹੋ। ਜੇ ਮਾਰਕੀਟਿੰਗ ਦੇ ਬਜਟ ਦੀ ਗੱਲ ਕਰੀਏ, ਮਾਰਕੀਟਿੰਗ ਦੇ ਬਜਟ ਵੀ ਤੁਹਾਨੂੰ ਉਹਦੇ ਉੱਤੇ ਵੀ ਕੁਝ ਨਾ ਕੁਝ ਸਬਸਿਡੀ ਉਹਨਾਂ ਦੀ ਹੈ ਤੇ ਇਦਾਂ ਦੀ ਬਹੁਤ ਸਾਰੀਆਂ ਸਕੀਮਸ ਨੇ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮਿਸ਼ਨ ਗ੍ਰਾਮ ਸਭਾ ਦੇ ਅੱਜ ਦੇ ਵੈਬੀਨਾਰ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ। ਜਿਵੇਂ ਅਸੀਂ ਪਿਛਲੇ ਹਫ਼ਤਿਆਂ ਤੋਂ ਅਸੀਂ ਖੇਤੀਬਾੜੀ ਦੇ ਉੱਪਰ ਚਰਚਾ ਕਰਦੇ ਆ ਰਹੇ ਹਾਂ। ਵੱਖ-ਵੱਖ ਵਿਸ਼ੇ ਦੇ ਉੱਪਰ ਆਪਾਂ ਐਕਸਪਰਟ ਨੂੰ ਬੁਲਾਉਂਦੇ ਹਾਂ ਤੇ ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਕਰਦੇ ਹਾਂ। ਇਸੇ ਦੇ ਸੰਦਰਭ ਦੇ ਵਿੱਚ ਅਸੀਂ ਪਿਛਲੇ ਹਫ਼ਤੇ ਬੜੇ ਹੀ ਕੁਸ਼ਲ ਨੌਜਵਾਨਾਂ ਨਾਲ ਗੱਲ ਕੀਤੀ ਸੀ ਜਿਨ੍ਹਾਂ ਆਪਣਾ ਇੱਕ ਬੜੇ ਉਦਮੀ ਬਿਜ਼ਨਸ ਸ਼ੁਰੂ ਕੀਤਾ ਹੈ ਆਪਣੇ 1 ਲੱਖ ਰੁਪਏ ਦੀ ਰਾਸ਼ੀ ਦੇ ਨਾਲ। ਤੇ ਅੱਜ ਕਿੱਥੋਂ ਤੋਂ ਕਿੱਥੇ ਉਹਦੇ 200 ਏਕੜ ਦੀ ਉਹਦੀ ਗੰਨੇ ਦੀ ਖੇਤੀ ਦੇ ਨਾਲ ਉਹਦਾ ਗੁੜ ਬਣਾਉਣ ਦਾ ਇੱਕ ਐਕਸਪੋਰਟ ਕਰਨ ਦਾ ਆਪਣਾ ਬਿਜ਼ਨਸ ਪ੍ਰੋਸੈਸਿੰਗ ਐਂਡ ਪੈਕੇਜਿੰਗ ਦਾ ਹੈ। ਕੁਸ਼ਲ ਸਿੰਘ ਦੀ ਅਸੀਂ ਗੱਲ ਕਰ ਰਹੇ ਹਾਂ। ਉਸੇ ਤਰ੍ਹਾਂ ਅਸੀਂ ਇੱਕ ਹੋਰ ਉਦਮੀ ਜਿਹੜਾ ਨੌਜਵਾਨ ਹੈ ਉਸਦੇ ਨਾਲ ਅਸੀਂ ਗੱਲਬਾਤ ਕਰਾਂਗੇ ਜਿਨੇ ਆਪਣੇ ਜਿਹੜੇ ਬਿਜ਼ਨਸ ਹੈ ਉਹਨੂੰ ਉੱਚ ਕੋਟੀ ਦੇ ਉੱਪਰ ਪਹੁੰਚਾਇਆ ਤੇ ਸਾਨੂੰ ਇੱਕ ਆਸ਼ਾ ਵੀ ਬਣੀ ਹੈ ਕਿ ਕਿਸ ਤਰ੍ਹਾਂ ਦੇ ਸਾਡੇ ਜਿਹੜਾ ਪੰਜਾਬ ਦਾ ਜਿਹੜਾ ਰੀਜਨ ਹੈ ਉਹ ਕਿਸ ਤਰ੍ਹਾਂ ਪ੍ਰੋਸੈਸਿੰਗ ਤੇ ਪੈਕੇਜਿੰਗ ਦੇ ਵਿੱਚ ਉન્નਤੀ ਕਰ ਸਕਦਾ ਹੈ ਤੇ ਕਿਸਾਨ ਦੇ ਵਾਸਤੇ ਤੇ ਜਿਹੜਾ ਬਿਜ਼ਨਸਮੈਨ ਹੈ ਉਹਦੇ ਵਾਸਤੇ ਵੀ ਇਹ ਆਮਦਨ ਦਾ ਇੱਕ ਬਹੁਤ ਵਧੀਆ ਜ਼ਰੀਆ ਬਣ ਸਕਦਾ ਹੈ। ਤੇ ਇਸੇ ਵਿਸ਼ੇ ਦੇ ਉੱਪਰ ਆਪਾਂ ਗੱਲਬਾਤ ਕਰਾਂਗੇ। ਸਾਡੇ ਜਿਹੜੇ ਮਹਿਮਾਨ ਹੈਗੇ ਉਹਨਾਂ ਦਾ ਆਪਾਂ ਸਵਾਗਤ ਕਰਨ ਤੋਂ ਪਹਿਲਾਂ ਜਿਵੇਂ ਰਸਮੀ ਤੌਰ ਦੇ ਉੱਪਰ ਆਪਾਂ ਮਿਸ਼ਨ ਗ੍ਰਾਮ ਸਭਾ ਦਾ ਵੀਡੀਓ ਚਲਾਉਂਦੇ ਹਾਂ ਤੇ 1.5 ਮਿੰਟ ਦਾ ਵੀਡੀਓ ਆਪਾਂ ਚਲਾਵਾਂਗੇ ਉਹਨੂੰ ਤੇ ਸਾਂਝੋ ਸਾਨੂੰ ਇਸ ਚੀਜ਼ ਦਾ ਅਹਿਸਾਸ ਹੋਵੇ ਕਿ ਮਿਸ਼ਨ ਗ੍ਰਾਮ ਸਭਾ ਕਿਸ ਉਦੇਸ਼ ਤੇ ਕਿਸ ਫਲਸਫੇ ਨਾਲ ਬਣਿਆ ਤੇ ਅਸੀਂ ਕਿਸ ओर ਜਾ ਰਹੇ ਹਾਂ। ਤੇ 1.5 ਮਿੰਟ ਦਾ ਇਹ ਵੀਡੀਓ ਆਪਾਂ ਸ਼ੇਅਰ ਕਰਾਂਗੇ। ਉਸ ਤੋਂ ਬਾਅਦ ਫਿਰ ਆਪਣੇ ਜਿਹੜੇ ਗੈਸਟ ਹੈਗੇ ਉਹਨਾਂ ਦਾ ਆਪਾਂ ਸਵਾਗਤ ਕਰਦੇ ਹਾਂ। ਸਾਰਿਆਂ ਨੂੰ ਬੇਨਤੀ ਹੈ ਜੀ ਆਪ ਪਲੀਜ਼ ਮਿਊਟ ਤੇ ਚਲੇ ਜਾਓ। ਇਹ ਸੀ ਜੀ ਸਾਡਾ ਫਲਸਫਾ ਮਿਸ਼ਨ ਗ੍ਰਾਮ ਸਭਾ ਦਾ। ਅਸੀਂ ਜਿਵੇਂ ਦੇਖ ਰਹੇ ਹਾਂ ਸਕਰੀਨ ਦੇ ਉੱਪਰ ਅਸੀਂ ਰਜਿਸਟਰਡ ਨਾਨ ਫॉर ਪ੍ਰੋਫਿਟ ਹੈਗੇ ਗਵਰਨਮੈਂਟ ਆਫ ਇੰਡੀਆ ਦੇ ਨਾਲ। ਅਸੀਂ ਕੋਈ ਵੀ ਕਿਸੇ ਵੀ ਪੋਲੀਟੀਕਲ ਗੱਲਾਂ ਦੇ ਵਿੱਚ ਅਸੀਂ ਨਾ ਤੇ ਹਿਮਾਇਤ ਨਾ ਤੇ ਨਿੰਦਾ ਕਰਦੇ ਕਿਸੇ ਪੋਲੀਟੀਕਲ ਆਈਡੀਓਲੋਜੀ ਦੀ। ਅਸੀਂ ਹਮੇਸ਼ਾ ਹੀ ਫ੍ਰੀ ਹੈਗੇ ਜਿਵੇਂ ਬਾਬੇ ਨਾਨਕ ਦਾ ਫਲਸਫਾ ਹੈਗਾ ਲੰਗਰ ਦਾ, ਅਸੀਂ ਉਸ ਤਰ੍ਹਾਂ ਹੀ ਨੌਲੇਜ ਦਾ ਇੱਕ ਲੰਗਰ ਦਾ ਫਲਸਫਾ ਆਪਣਾ ਬਣਾਇਆ।
ਅਸੀਂ ਜ਼ੀਰੋ ਡੋਨੇਸ਼ਨ ਆਰਗੇਨਾਈਜੇਸ਼ਨ ਹੈਗੇ, ਅਸੀਂ ਕਦੀ ਵੀ ਡੋਨੇਸ਼ਨ ਨਾ ਲੈਣ ਦਾ ਤੇ ਨਾ ਕਦੀ ਲਿੱਤੀ ਹੈ, ਨਾ ਕਦੀ ਅਸੀਂ ਲੈਣ ਦਾ ਅਸੀਂ ਉਪਰਾਲਾ ਕੀਤਾ ਹੈ। ਇਹ ਸਾਰੇ ਜਿਹੜਾ ਇਨੀਸ਼ੀਏਟਿਵ ਹੈਗਾ ਸਾਡੇ ਤੁਹਾਡਾ ਸਦਕਾ ਹੈ, ਤੇ ਇਸੇ ਫਲਸਫੇ ਦੇ ਨਾਲ ਅਸੀਂ ਜਿਹੜਾ ਮਿਸ਼ਨ ਗ੍ਰਾਮ ਸਭਾ ਹੈ ਉਹਨੂੰ ਅਸੀਂ ਚਲਾ ਰਹੇ ਹਾਂ, ਤੇ ਇੱਕ ਰਿਪੋਜ਼ਿਟਰੀ ਆਫ ਨੌਲੇਜ ਬਣਾ ਰਹੇ ਹਾਂ ਜਿਹੜਾ ਸਾਡਾ ਕਿਸਾਨ ਤੇ ਜਿਹੜਾ ਸਾਡਾ ਯੂਥ ਹੈਗਾ ਉਹਨੂੰ ਐਕਸੈਸ ਕਰ ਸਕੇ, ਤੇ ਜਿੰਨੇ ਵੀ ਐਕਸਪਰਟ ਹੈਗੇ ਪੰਜਾਬ ਦੇ ਵਿੱਚ ਜਿਹੜੇ ਉਹਨੂੰ ਐਕਸਪਰਟਿਜ਼ ਦੇ ਸਕਦੇ ਨੇ, ਉਹਦਾ ਇੱਕ ਪਲੇਟਫਾਰਮ ਆਪਾਂ ਬਣਾ ਰਹੇ ਹਾਂ। ਤੇ ਬਹੁਤਾ ਸਮਾਂ ਨਾ ਲੈਂਦਾ ਹੋਇਆ ਮੈਂ ਪਰਮਜੀਤ ਜੀ ਨੂੰ ਮੈਂ ਬੇਨਤੀ ਕਰਾਂਗਾ, ਪਰਮਜੀਤ ਜੀ ਪਲੀਜ਼ ਜਿਹੜੇ ਸਾਡੇ ਮਹਿਮਾਨ ਨੇ ਉਹਨਾਂ ਦਾ ਸਵਾਗਤ ਕਰਨ, ਤੇ ਉਸ ਤੋਂ ਬਾਅਦ ਫਿਰ ਸਵਾਲ ਜਵਾਬ ਤੇ ਅੱਗੇ ਜਿਹੜੀ ਕਾਰਵਾਈ ਉਹ ਸ਼ੁਰੂ ਕਰਨ। ਹਾਂਜੀ, ਬਹੁਤ ਬਹੁਤ ਧੰਨਵਾਦ ਜੀ ਰਮਨਪਾਲ ਜੀ। ਅੱਜ ਦੇ ਸਾਡੇ ਸਮਾਗਮ ਦੇ ਵਿੱਚ ਸਾਰੇ ਸਰੋਤਿਆਂ ਦਾ ਸਵਾਗਤ ਹੈ। ਮਿਸ਼ਨ ਗ੍ਰਾਮ ਸਭਾ ਟੀਮ ਵੱਲੋਂ ਅਸੀਂ ਅੱਜ ਜਿਹੜਾ ਹੈਗਾ ਖੇਤੀਬਾੜੀ ਦੇ ਉਦਮੀ ਜਿਹੜੇ ਸਾਡੇ ਕੋਲ ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਰ ਨੇ, ਸਰਦਾਰ ਅਮਰਪਾਲ ਸਿੰਘ ਜੀ ਬਾਜਵਾ ਲੈ ਕੇ ਆਏ ਹਾਂ। ਤੇ ਇਹ ਬਾਜਵਾ ਫੂਡ ਦੇ CEO ਨੇ ਜਿਹੜੇ ਆਰਗੈਨਿਕ ਫੂਡ ਖਾਸ ਤੌਰ ਤੇ ਮਸ਼ਰੂਮ ਨੂੰ ਪ੍ਰੋਸੈਸ ਤੇ ਪੈਕੇਜ ਕਰਦੇ ਨੇ। ਤੇ 1995 ਦੇ ਵਿੱਚ ਇਹਨਾਂ ਨੇ ਜਿਹੜਾ ਹੈਗਾ ਆਪਣੇ ਕੁਰੂਕਸ਼ੇਤਰ ਹਰਿਆਣਾ ਤੋਂ ਆਪਣੇ ਪਿਤਾ ਜੀ ਦੇ ਨਾਲ ਇਹ ਕੰਮ ਦੀ ਸ਼ੁਰੂਆਤ ਕੀਤੀ ਸੀ, ਜਿਹੜਾ ਕਿ ਫਿਰ ਨਾਲ ਪੜ੍ਹਾਈ ਦੇ ਨਾਲ ਕੰਮ ਦੇ ਜਿਵੇਂ ਇਹਨਾਂ ਨੇ PAU ਤੋਂ BSc ਕੀਤੀ, ਫਿਰ MSc ਕੀਤੀ ਚੌਧਰੀ ਚਰਨ ਸਿੰਘ ਐਗਰੀਕਲਚਰ ਯੂਨੀਵਰਸਿਟੀ ਤੋਂ, ਤੇ ਫਿਰ PhD ਤੱਕ ਦੀ ਵਿੱਦਿਆ ਹਾਸਲ ਕਰਕੇ ਇਹਨਾਂ ਨੇ ਜਿਹੜਾ ਹੈਗਾ ਬਾਹਰ ਜਾਣ ਦੀ ਬਜਾਏ ਜਾਂ ਜੋ ਅੱਜ ਕੱਲ੍ਹ ਬ੍ਰੇਨ ਡਰੇਨ ਹੋ ਰਿਹਾ ਉਹਦੀ ਜਗ੍ਹਾ ਇੱਥੇ ਰਹਿ ਕੇ ਕੰਮ ਕਰਨ ਨੂੰ ਚੁਣਿਆ। ਤੇ ਅੱਜ ਪੋਜੀਸ਼ਨ ਇਹ ਹੈ ਵੀ 10,000 ਤੱਕ ਗਾਹਕ ਜਿਹੜੇ ਹੈਗੇ ਇਹਨਾਂ ਦਾ ਪ੍ਰੋਸੈਸਡ ਫੂਡ ਖਾਂਦੇ ਨੇ, ਤੇ ਇਹਨਾਂ ਦੀ ਸਪਲਾਈ ਚੇਨ ਜਿਹੜਾ ਹੈਗਾ ਕਾਫੀ ਦੂਰ ਤੱਕ ਚਲੀ ਗਈ ਹੈ। ਤੇ ਛੋਟੀ ਜਿਹੀ ਉਮਰ ਦੇ ਵਿੱਚ ਇੰਨੀਆਂ ਪ੍ਰਾਪਤੀਆਂ ਜਿਹੜੀਆਂ ਨੇ ਇਹ ਕੋਈ ਮਾਮੂਲੀ ਗੱਲ ਨਹੀਂ ਹੈ, ਬਹੁਤ ਜ਼ਿਆਦਾ ਸੰਘਰਸ਼ ਮਗਰ ਮਿਹਨਤ ਤੇ ਫਿਰ ਜਿਹੜਾ ਹੈਗਾ ਆਪਣੀ ਜ਼ਮੀਨ ਨਾਲ ਪਿਆਰ, ਇਹ ਜਿਹੜੀ ਹੈਗੀ ਕਹਾਣੀ ਆਪਣੇ ਮੂੰਹੋਂ ਦੱਸਣਗੇ। ਬਾਹਲਾ ਸਮਾਂ ਨਾ ਲੈਂਦਾ ਹੋਇਆ ਮੈਂ ਅਮਰਪਾਲ ਜੀ ਨੂੰ ਬੇਨਤੀ ਕਰੂੰਗਾ 20-25 ਮਿੰਟ ਆਪਣੀ ਪੂਰੀ ਡਿਟੇਲ ਸਾਰੀ ਜਾਣਕਾਰੀ ਆਪਣੇ ਨਾਲ ਸਾਂਝੀ ਕਰਨਗੇ, ਫਿਰ ਅਸੀਂ ਸਰੋਤਿਆਂ ਨੂੰ ਜਿਹੜਾ ਹੈਗਾ ਸਵਾਲ ਜਵਾਬ ਦਾ ਸਿਲਸਿਲਾ ਚਾਲੂ ਕਰਾਂਗੇ। ਹਾਂਜੀ, ਅਮਰਪਾਲ ਸਿੰਘ ਜੀ, ਮਾਈਕ ਔਨ ਕਰ ਲਓ ਪਲੀਜ਼। ਸਿੰਘ ਬਾਜਵਾ ਦਾ ਸੁਪਰ ਸਰਦਾਰ ਹਰਪਾਲ ਸਿੰਘ ਬਾਜਵਾ। ਸੋ ਬੇਸਿਕਲੀ ਜੇ ਮੈਂ ਆਪਣੇ ਪਰਿਵਾਰ ਦੇ ਬਾਰੇ ਗੱਲ ਕਰਾਂ ਤੇ ਸਾਡਾ ਜਿਹੜਾ ਪਰਿਵਾਰ ਆ ਉਹ ਪਾਕਿਸਤਾਨ ਤੋਂ ਮਾਈਗ੍ਰੇਟਡ ਹੈ ਜੀ। ਪੈਟਰੋਲ ਪੰਪ ਚਲਾ ਲਓ। ਪਾਕਿਸਤਾਨ ਤੋਂ ਮਾਈਗ੍ਰੇਟਡ ਹੈ ਜੀ। ਜ਼ਿਲ੍ਹਾ ਪਿੰਡ ਜਿਹੜਾ ਹੈਗਾ ਠੱਟਾ ਗੁਲਾਬ ਸਿੰਘ, ਜ਼ਿਲ੍ਹਾ ਗੁਜਰਾਂਵਾਲਾ, ਤਹਿਸੀਲ ਵਾਂਡੂ। ਮਾਈਗ੍ਰੇਟ ਹੋ ਕੇ ਆਏ ਤੇ ਸਾਡੀ ਜਿਹੜੀ ਜ਼ਮੀਨ ਦੀ ਅਲਾਟ ਪਿੰਡ ਭੋਰ ਸੈਦਾ ਜ਼ਿਲ੍ਹਾ ਤੇ ਜੇ ਗੱਲ ਕਰੀਏ ਤੇ ਤਕਰੀਬਨ ਸਾਡੇ ਕੋਲ 1947 ਨੈਟਵਰਕ ਇਫੈਕਟ ਹੋ ਰਿਹਾ, ਵਾਈਟ ਟੁੱਟ ਰਹੀ ਤੁਹਾਡੀ ਆਵਾਜ਼ ਟੁੱਟ ਰਹੀ ਜੀ, ਤੁਸੀਂ ਬੇਸ਼ੱਕ ਆਪਣਾ ਵੀਡੀਓ ਆਫ ਕਰ ਦਿਓ ਫਿਰ ਆਡੀਓ। ਹੈਲੋ, ਹੁਣ ਆ ਰਹੀ ਹੈ ਜੀ? ਹੁਣ ਠੀਕ ਹੈ। ਹਾਂਜੀ ਹਾਂਜੀ ਜੀ ਜੀ ਸਰ, 1947 ਤੋਂ ਜਦੋਂ ਮਾਈਗ੍ਰੇਟ ਇੰਡੀਆ ਕੀਤੇ ਤੇ ਸਾਡੀ ਜਿਹੜੀ ਜ਼ਮੀਨ ਦੀ ਅਲਾਟਮੈਂਟ ਆ ਉਹ ਇਧਰ ਜ਼ਿਲ੍ਹਾ ਗੁਜਰਾਂਵਾਲਾ ਦੇ ਵਿੱਚ ਆਪਣਾ ਜ਼ਿਲ੍ਹਾ ਕੁਰੂਕਸ਼ੇਤਰ ਦੇ ਵਿੱਚ ਪਿੰਡ ਭੋਰ ਸੈਦਾਂ ਦੇ ਵਿੱਚ ਜਿਹੜੀ ਹੋਈ। ਤੇ ਸਾਡਾ ਜਿਹੜਾ ਸ਼ੁਰੂਆਤੀ ਤੌਰ ਤੋਂ ਕੀਤਾ ਜਿਹੜਾ ਹੈਗਾ ਖੇਤੀ ਰਿਹਾ ਜੀ, ਤਕਰੀਬਨ 16-17 ਏਕੜ ਦੀ ਅਲਾਟਮੈਂਟ ਇੱਥੇ ਹੋਈ। ਤੇ ਮਹਾਰਾਜ ਦੀ ਕਿਰਪਾ ਦੇ ਨਾਲ ਦਾਦਾ ਜੀ ਬਹੁਤ ਮਿਹਨਤੀ ਸੀਗੇ ਤੇ ਉਹਨਾਂ ਨੇ ਤਕਰੀਬਨ ਆਪਣੇ ਮਤਲਬ ਜੀਵਨ ਦੇ ਵਿੱਚ ਜਿਹੜਾ 8-10 ਏਕੜ ਜ਼ਮੀਨ ਆਪਣੀ ਮਿਹਨਤ ਦੇ ਨਾਲ ਮੁੱਲ ਖਰੀਦ ਕੇ ਜਿਹੜੀ ਬਣਾਈ। ਤੇ ਮੇਰੇ ਫਾਦਰ ਸਾਹਿਬ ਜਿਹੜੇ ਨੇ ਉਹ ਸ਼ਿਵਾਲਿਕ ਪਬਲਿਕ ਸਕੂਲ ਸੈਕਟਰ 26 ਤੋਂ ਪਾਸ ਆਊਟ ਨੇ। ਉਹਨਾਂ ਨੇ ਉੱਥੋਂ ਮੈਟ੍ਰਿਕ ਦੀ ਸਿੱਖਿਆ ਹਾਸਲ ਕੀਤੀ ਤੇ 1994-95 ਦੇ ਵਿੱਚ ਉਹਨਾਂ ਦੀ ਸੋਚ ਇੱਕ ਆ ਸੀਗੀ ਵੀ ਖੇਤੀ ਦੇ ਨਾਲ ਨਾਲ ਕੁਝ ਐਸਾ ਧੰਦਾ ਹੋਣਾ ਚਾਹੀਦਾ ਗਾ ਜਿਹਦੇ ਨਾਲ ਆਪਣੀ ਜਿਹੜੀ ਰੋਜ਼ਮर्रा ਦੀ ਜਿਹੜੀ ਇਨਕਮ ਆ, ਸਾਨੂੰ 6 ਮਹੀਨੇ ਅਗਰ ਆੜਤੀ ਦੇ ਕੋਲੋਂ ਪੈਸਾ ਨਾ ਚੱਕਣਾ ਪਵੇ ਤੇ ਅਗਰ ਉਹ ਵਿਆਜ ਵੀ ਬਚ ਜਾਵੇ, ਇਹ ਵੀ ਬਹੁਤ ਵੱਡੀ ਬਚਤ ਆ। 1994 ਦੇ ਵਿੱਚ ਜਦੋਂ ਉਹ ਮਤਲਬ ਕੁਛ ਨਾ ਕੁਛ ਚੀਜ਼ਾਂ ਦੇਖ ਰਹੇ ਸੀਗੇ, ਬੇਸਿਕਲੀ ਸਾਡਾ ਪਰਿਵਾਰ ਜਿਹੜਾ ਹੈਗਾ ਉਹ ਵੈਜੀਟੇਰੀਅਨ ਆ ਤੇ ਕੁਝ ਸੋਚ ਆ ਸੀਗੀ ਵੀ ਪੋਲਟਰੀ ਫਾਰਮ ਦੇ ਵਿੱਚ ਜਾਣਾ ਨਹੀਂ ਗਾ, ਕੁਝ ਐਸਾ ਕਿੱਤਾ ਚੁਣਿਆ ਜਾਵੇ ਜੋ ਵੈਜੀਟੇਰੀਅਨ ਹੋਵੇ ਤੇ ਆਪਣਾ ਖੇਤੀ ਦੇ ਨਾਲ ਨਾਲ ਸਾਡੀ ਰੋਜ਼ਮर्रा ਦੀ ਜ਼ਿੰਦਗੀ ਦੇ ਵਿੱਚ ਉਹਦੀ ਮਤਲਬ ਡੇਲੀ ਇਨਕਮ ਜਿਹੜੀ ਜਨਰੇਸ਼ਨ ਸ਼ੁਰੂ ਹੋ ਜਾਵੇ। ਸੋ 1994 ਦੇ ਅੰਦਰ ਡਾਕਟਰ SP ਗੋਇਲ ਆਪਣਾ ਪਾਲਮਪੁਰ ਯੂਨੀਵਰਸਿਟੀ ਤੋਂ PhD ਦੀ ਸਿੱਖਿਆ ਹਾਸਲ ਕਰਕੇ ਤੇ ਕ੍ਰਿਸ਼ੀ ਵਿਗਿਆਨ ਕੇਂਦਰ ਕੁਰੂਕਸ਼ੇਤਰ ਦੇ ਵਿੱਚ ਉਹਨਾਂ ਦੀ ਅਪਾਇੰਟਮੈਂਟ ਹੋਈ ਐਜ਼ ਅਸਿਸਟੈਂਟ ਪ੍ਰੋਫੈਸਰ। ਤੇ ਉਹਨਾਂ ਦੇ ਕੋਲ ਗਏ, ਉਹਨਾਂ ਨੇ ਉੱਥੇ ਟ੍ਰੇਨਿੰਗ ਜਿਹੜੀ ਇਹ ਮਸ਼ਰੂਮ ਦੀ ਲਈ, ਮਸ਼ਰੂਮ ਦੀ ਟ੍ਰੇਨਿੰਗ ਲੈ ਕੇ ਤੇ 1994 ਦੇ ਅੰਦਰ ਉਹਨਾਂ ਨੇ ਮਾਤਰ 10 ਕੁਆਂਟਲ 10 ਤੋਂ 20 ਕੁਆਂਟਲ ਤੂੜੀ ਤੋਂ ਉਹਨਾਂ ਨੇ ਕੰਪੋਸਟ ਤਿਆਰ ਕੀਤਾ। ਕੰਪੋਸਟ ਤਿਆਰ ਕਰਕੇ ਤੇ ਉਹਦੇ ਵਿੱਚੋਂ ਮਸ਼ਰੂਮ ਦੀ ਜਿਹੜੀ ਹੈ ਪੈਦਾਵਾਰ ਸ਼ੁਰੂ ਕੀਤੀ ਤੇ
1994 ਦੀ ਜੇ ਗੱਲ ਕਰੀਏ ਤੇ ਉਸ ਸਾਲ ਸਾਡੇ ਕੋਲ ਸਿਰਫ ਔਰ ਸਿਰਫ 1 ਕੁਆਂਟਲ ਤੋਂ ਲੈ ਕੇ ਮੇਰੇ ਹਿਸਾਬ ਨਾਲ 2 ਕੁਆਂਟਲ ਮਸ਼ਰੂਮ ਜਿਹੜੀ ਉਹ ਪੈਦਾ ਸੀ ਜਿਹੜੀ ਉਹ ਕੀਤੀ। ਸੋ ਉਸ ਟਾਈਮ ਦੇ ਅੰਦਰ ਮਸ਼ਰੂਮ ਦੀ ਇੰਨੀ ਪੋਪੂਲੈਰਿਟੀ ਨਹੀਂ ਸੀਗੀ, ਲੋਕਾਂ ਨੂੰ ਪਤਾ ਨਹੀਂ ਸੀਗਾ ਵੀ ਮਸ਼ਰੂਮ ਹੁੰਦੀ ਕੀ ਚੀਜ਼ ਆ, ਤੇ ਲੋਕਾਂ ਵਾਸਤੇ ਨਵੀਂ ਚੀਜ਼ ਸੀਗੀ। ਤੇ ਉਸ ਟਾਈਮ ਦੇ ਉੱਤੇ ਲੋਕਾਂ ਦੇ ਘਰ ਜਿਨ੍ਹਾਂ ਘਰ ਵਿਆਹ ਹੋਣਾ ਤੇ ਮਤਲਬ ਮੇਰੇ ਫਾਦਰ ਸਾਹਿਬ ਨੇ ਡੋਰ ਟੂ ਡੋਰ ਜਾ ਕੇ ਮਤਲਬ ਕੁੰਡੇ ਖੜਕਾ ਕੇ ਵੇਖਿਆ ਵੀ ਜੇ ਤੁਹਾਡੇ ਘਰ ਵਿਆਹ ਗਾ, ਤੁਸੀਂ ਆਹ ਮਸ਼ਰੂਮ ਦੀ ਸਬਜ਼ੀ ਇਹ ਇਦਾਂ ਦੀ ਦਿਖਦੀ ਹੈ ਤੇ ਤੁਸੀਂ ਜਾ ਕੇ ਇਹਨੂੰ ਆਪਣੀ ਵਿਆਹ ਦੇ ਸਬਜ਼ੀ ਦੇ ਤੌਰ ਤੇ ਜਿਹੜਾ ਕਿ ਇਹਨੂੰ ਬਣਾ ਸਕਦੇ ਜੇ। ਤੋ ਇਸ ਤੋਂ ਬਾਅਦ ਹੌਲੀ ਹੌਲੀ ਕਰਕੇ ਜਿਵੇਂ ਜਿਵੇਂ ਐਕਸਪੈਂਸ਼ਨ ਕੀਤੀ, ਪਹਿਲਾਂ 10-15 ਕੁਆਂਟਲ ਤੋਂ ਲਾਇਆ, ਫਿਰ 100 ਕੁਆਂਟਲ ਲਾਇਆ, ਫਿਰ 150 ਕੁਆਂਟਲ, ਫਿਰ 200 ਕੁਆਂਟਲ। ਮੈਨੂਅਲੀ ਜਿਹੜੀ ਹੈ ਉਹ ਮੈਨੂਅਲ ਜਿਹੜੀ ਕੰਪੋਸਟ ਉਹ ਤਿਆਰ ਕਰਦੇ ਸੀਗੇ, ਹੱਥਾਂ ਦੇ ਨਾਲ ਉਹਦੀਆਂ ਪਲਟਾਈਆਂ ਕਰਦੇ ਸੀਗੇ। ਤੇ ਤਕਰੀਬਨ ਉਹਨਾਂ ਨੇ 1997 ਦੇ ਅੰਦਰ ਆਪਣੀ ਇੱਕ ਪਹਿਲੀ ਜੀਪ ਲਈ ਜਿਹਦੇ ਨਾਲ ਉਹ ਮਾਰਕੀਟਿੰਗ ਕਰਦੇ ਸੀਗੇ। ਸਭ ਤੋਂ ਪਹਿਲਾਂ ਮਸ਼ਰੂਮ ਨੂੰ ਪ੍ਰੋਡਿਊਸ ਕਰਨਾ, ਮਸ਼ਰੂਮ ਨੂੰ ਪ੍ਰੋਡਿਊਸ ਕਰਕੇ ਸ਼ਾਮੀ ਉਹਦੀ 6-7 ਵਜੇ ਹਾਰਵੈਸਟਿੰਗ ਕਰਨੀ, ਹਾਰਵੈਸਟਿੰਗ ਕਰਕੇ 9-10 ਵਜੇ ਤੱਕ ਉਹਦੀ ਪੈਕੇਜਿੰਗ ਕਰਨੀ। 2 ਵਜੇ ਸਵੇਰੇ ਤੜਕੇ ਉਹਨੂੰ ਜੀਪ ਦੇ ਵਿੱਚ ਮਸ਼ਰੂਮ ਨੂੰ ਰੱਖਣਾ, ਮਸ਼ਰੂਮ ਨੂੰ ਰੱਖ ਕੇ ਪਹਿਲਾਂ ਭੇਵੇ ਮੰਡੀ ਦੇਣੀ, ਮਸ਼ਰੂਮ ਭੇਵੇ ਮੰਡੀ ਦੇਣ ਤੋਂ ਬਾਅਦ ਫਿਰ ਪਟਿਆਲੇ ਮੰਡੀ ਦੇਣੀ, ਪਟਿਆਲੇ ਤੋਂ ਬਾਅਦ ਲੁਧਿਆਣੇ ਦੇਣੀ, ਲੁਧਿਆਣੇ ਤੋਂ ਬਾਅਦ ਜਲੰਧਰ ਦੇਣੀ। ਉਦੋਂ ਪੋਪੂਲੈਰਿਟੀ ਨਹੀਂ ਸੀਗੀ, ਇੰਨੀ ਮੰਡੀਆਂ ਦੇ ਵਿੱਚ ਖਪਤ ਨਹੀਂ ਸੀ, ਤੇ ਹਰ ਇੱਕ ਮੰਡੀ ਦੇ ਵਿੱਚ ਜਾ ਕੇ ਥੋੜੀ ਮਤਲਬ ਪ੍ਰੋਡਿਊਸ ਸਾਨੂੰ ਦੇਣਾ ਪੈਂਦਾ ਸੀਗਾ। ਤੇ ਕਈ ਵਾਰੀ ਪੋਜੀਸ਼ਨ ਇਸ ਤਰ੍ਹਾਂ ਵੀ ਹੋਣੀ ਕਰਨੀ ਵੀ ਜਿਵੇਂ ਮੰਨ ਕੇ ਚਲੋ ਜੀਪ ਦੇ ਵਿੱਚ ਪਿੱਛੇ ਜਗ੍ਹਾ ਖਾਲੀ ਹੋਣੀ ਤੇ ਭੇਵਿਓ ਗੋਭੀ 2 ਰੁਪਏ ਕਿਲੋ ਹੋਣੀ ਤੇ ਰਾਜਪੁਰੇ 7 ਰੁਪਏ ਕਿਲੋ ਹੋਣੀ। ਜਗ੍ਹਾ ਖਾਲੀ ਕਰਕੇ ਉਹਨੂੰ ਭਰ ਲੈਣਾ ਤੇ 7 ਰੁਪਏ ਕਿਲੋ ਜਾ ਕੇ ਉਹਨੂੰ ਉੱਥੇ ਆਪਣਾ ਰਾਜਪੁਰੇ ਦੇ ਦੇਣਾ। ਤੇ ਇਸ ਤਰੀਕੇ ਦੀ ਮਿਹਨਤ ਦੇ ਨਾਲ ਜਿਹੜਾ ਉਹਨਾਂ ਨੇ ਆਪਣਾ ਸਫ਼ਰ ਜਿਹੜਾ ਸ਼ੁਰੂ ਕੀਤਾ। ਪ੍ਰੈਕਟੀਕਲੀ ਬਹੁਤ ਮਤਲਬ ਵਰਕਿੰਗ ਆਵਰਸ ਬਹੁਤ ਜ਼ਿਆਦਾ ਸੀਗੇ ਉਹਨਾਂ ਦੇ ਕੰਮ ਦੇ ਪ੍ਰਤੀ। ਮਤਲਬ ਜੇ ਮੈਂ ਗੱਲ ਕਰਾਂ ਤੇ ਮੈਂ 6 ਮਹੀਨੇ ਆਪਣੇ ਫਾਦਰ ਸਾਹਿਬ ਨੂੰ ਸੁਬਾਹ ਮੇਲ ਨਹੀਂ ਹੁੰਦਾ ਸੀਗਾ ਘਰੇ। ਜਦੋਂ ਸਕੂਲ ਜਾਣਾ ਕਰਨਾ 2 ਵਜੇ ਸਵੇਰੇ ਚਲੇ ਜਾਣਾ ਮੰਡੀ ਉਹਨਾਂ, ਤੇ ਤਕਰੀਬਨ 10-11 ਵਜੇ 3-4 ਮੰਡੀਆਂ ਦੇ ਵਿੱਚ ਮੰਡੀਕਰਨ ਕਰਕੇ ਆਪਣਾ ਪਿੰਡ ਨੂੰ ਵਾਪਸ ਆਉਣਾ। ਸੋ ਹੌਲੀ ਕਰਕੇ ਨਾਲ ਅਸੀਂ ਜ਼ਮੀਨ ਜਿਹੜੀ ਇਹ ਠੇਕੇ ਤੇ ਵੀ ਲੈਂਦੇ ਸੀਗੇ, ਤੇ ਤਕਰੀਬਨ 100 ਏਕੜ ਦੀ ਖੇਤੀ ਜਿਹੜੀ 100-125 ਏਕੜ ਦੀ ਜ਼ਮੀਨ ਠੇਕੇ ਤੇ ਲੈ ਕੇ ਵੀ ਖੇਤੀ ਕਰਨੀ, ਤੇ ਨਾਲ ਮਸ਼ਰੂਮ ਦਾ ਜਿਹੜਾ ਕੰਮ ਆਪਣਾ ਪੈਨਸ਼ਨ ਹੋ ਵੀ ਕਰਦੇ ਸੀ। 10 ਫਿਰ 2007 ਤੱਕ ਲਿਆ ਸੀ। 2007 ਦੇ ਵਿੱਚ ਅਸੀਂ ਪ੍ਰੈਸ਼ਰਾਈਜੇਸ਼ਨ ਚੈਂਬਰਸ ਲਗਾਏ ਜੋ ਡੀਐਮਆਰ ਤੋਂ ਲਗਾਏ। ਨਹੀਂ ਸੀਗੀ, ਕਾਰਨ ਆ ਸੀ ਗੱਡੀ ਲੈ ਲਈ ਤੇ ਚਲਾਉਣ ਦਾ ਪਤਾ ਨਹੀਂ, ਇਹ ਗੇਅਰ ਕਿੱਥੋਂ ਪੈਣਾ ਗਾ, ਸਟਾਰਟ ਕਿੱਥੋਂ ਹੋਣੀ ਹੈ। ਤੇ ਇਸ ਤਰੀਕੇ ਨਾਲ ਕੰਪੋਸਟ ਇਹਨੂੰ ਮਤਲਬ ਉਹਦੀ ਡਿਊਰੇਸ਼ਨ ਛੋਟਾ ਕਰਨ ਵਾਸਤੇ ਅਸੀਂ ਪ੍ਰੈਸ਼ਰਾਈਜੇਸ਼ਨ ਚੈਂਬਰਸ ਲਗਾਏ। ਚਲਾਉਣੇ ਨਾ ਕਿਸੇ ਵੀ ਕਾਰਨ ਵਿੱਚ ਜਿਹੜਾ ਹੈਗਾ ਸਾਡਾ ਜਿਹੜਾ ਹੈਗਾ ਰਮਨ ਜੀ ਮਾਈਕ ਮਿਊਟ ਕਰ ਦਿਓ ਸਾਰਿਆਂ ਦੇ। मैं रोटी खाऊंगा भाई। ਮੇਰੇ मैंने रोटी दे देगा। ਸਿੰਘ ਜੀ ਸਰਾਂ ਦਾ ਮਾਈਕ ਆਨ ਹੈ। ਸੋ 2007 ਸੀਗੀ ਤੇ ਉਸ ਸਾਲ ਬਹੁਤ ਡਿਪਰੈਸਿੰਗ ਸੀਗਾ। ਸਾਰਾ ਦਿਨ ਜਿਹੜੇ ਮੇਰੇ ਫਾਦਰ ਸਾਹਿਬ ਨੇ ਸੋ ਕੇ ਕੱਢ ਦਿੰਦੇ ਸੀਗੇ ਵੀ ਜਦੋਂ ਫਸਲ ਹੀ ਨਹੀਂ ਗੀ ਆਪਣੇ ਕੋਲ ਤੇ ਖੇਤ ਜਾਣ ਦਾ ਦਿਲ ਵੀ ਜਿਹੜਾ ਗਾ ਨਹੀਂ ਕਰਦਾ। ਸੋ ਉਸ ਤੋਂ ਬਾਅਦ ਉਸ ਚੀਜ਼ ਨੂੰ ਸਮਝਿਆ, ਚਲਾਉਣਾ ਸਿੱਖਿਆ, ਤੇ 2012 ਤੱਕ ਅਸੀਂ ਤਕਰੀਬਨ 150 ਏਕੜ ਦੀ ਖੇਤੀ ਠੇਕੇ ਤੇ ਲੈ ਕੇ ਕਰਦੇ ਸੀਗੇ। ਤੇ ਜਦੋਂ ਪਿੰਡਾਂ ਦੇ ਵਿੱਚ ਨੋਰਮਲੀ ਗੱਲ ਕਰੀਏ, ਕਿਸੇ ਦੀ ਗੱਲ ਕੀਤੀ ਜਿਹੜੀ ਹੈ ਕੋਈ ਨਾ ਕੋਈ ਕੰਮ ਕਰਾਉਣ ਦੀ ਹੁੰਦੀ ਹੈ। ਸੋ ਜਿਨ੍ਹਾਂ ਦੀ ਅਸੀਂ ਜ਼ਮੀਨ ਠੇਕੇ ਤੇ ਲੈਂਦੇ ਸੀਗੇ ਉਹ ਕਹਿੰਦੇ ਵੀ ਇਹਨਾਂ ਕੋਲ ਕੀ ਗਾ ਵੀ ਇਹ ਤੇ ਆਪਣੀ ਜ਼ਮੀਨ ਸਾਡੀਆਂ ਜ਼ਮੀਨਾਂ ਵਾਹ ਕੇ ਬਣੇ ਆ। ਤੇ ਉਦੋਂ ਮਨ ਦੇ ਵਿੱਚ ਟੀਚਾ ਬਣਾ ਲਿਆ ਵੀ ਇਸ ਸਾਲ ਤੋਂ ਜਿਹੜਾ ਹੈਗਾ ਨਾ ਮੰਨ ਕੇ ਚਲੋ ਆੜਤੀ ਕੋਲੋਂ ਵਿਆਜ ਤੇ 100 ਕਿੱਲੇ ਦੀ ਅਗਰ 40,000 ਨੂੰ ਉਦੋਂ ਠੇਕਾ ਹੁੰਦਾ 35-40,000 ਨੂੰ ਵੀ 35-40,000 ਲੱਖ ਰੁਪਇਆ ਜਾਂ 50 ਲੱਖ ਰੁਪਇਆ ਠੇਕਾ ਵਿਆਜੀ ਚੁੱਕ ਕੇ ਆਪਾਂ ਦੇਣਾ ਗਾ ਜਿਹਦੀ ਜ਼ਮੀਨ ਆ। ਇਹਦੇ ਨਾਲ ਚੰਗਾ ਗਾ 50 ਲੱਖ ਰੁਪਇਆ ਆਪਣਾ ਧੰਦਾ ਸ਼ੁਰੂ ਕੀਤਾ ਜਾਵੇ, ਠੇਕੇ ਦੀ ਪੈਲੀ ਜਿਹੜੀ ਉਹ ਘਟਾ ਦਿੱਤੀ ਜਾਵੇ। ਤੇ ਉਸ ਸਾਲ ਜੀ 2012 ਦੇ ਅੰਦਰ ਅਸੀਂ ਆਪਣਾ ਇੰਡਸਟਰੀ ਦੇ ਅੰਦਰ ਪਹਿਲਾ ਕਦਮ ਰੱਖਿਆ। ਮੈਂ ਉਦੋਂ ਤਕਰੀਬਨ 7ਵੀਂ 8ਵੀਂ ਦੇ ਵਿੱਚ ਪੜ੍ਹਦਾ ਸੀਗਾ ਜੀ। ਤੇ
ਪਿਤਾ ਜੀ ਦੇ ਨਾਲ ਸ਼ੁਰੂ ਤੋਂ ਹੀ ਮੇਰਾ ਸਪੋਰਟ ਰਿਹਾਗਾ, ਪਿਤਾ ਜੀ ਦਾ ਮੈਨੂੰ ਰਿਹਾਗਾ। ਜੇ ਡੈਡੀ ਨੇ ਕੋਈ ਡਿਸੀਜਨ ਲੈ ਲਿਆ ਤੇ ਆਪਾਂ ਕਦੀ ਵੀ ਉਸ ਪੁਆਇੰਟ ਦੇ ਉੱਤੇ ਉਹਨਾਂ ਦੀ ਪਿੱਠ ਨਹੀਂ ਲੱਗਣ ਦਿੱਤੀ। ਉਹਨਾਂ ਦੇ ਨਾਲ ਜਿਹੜਾ ਹੈਗਾ ਮਤਲਬ ਭਰਾਵਾਂ ਵਾਂਗੂ ਇੱਕ ਕਹਿ ਸਕਦੇ ਹੋ ਵੀ ਇੱਕ ਇਦਾਂ ਦਾ ਕੰਬੀਨੇਸ਼ਨ ਸੀਗਾ ਵੀ ਉਸ ਚੀਜ਼ ਨੂੰ ਸਮਝਦੇ ਹੋਇਆ ਤੇ ਬਹੁਤ ਅੱਛੇ ਢੰਗ ਦੇ ਨਾਲ 2012 ਦੇ ਅੰਦਰ ਅਸੀਂ ਪਿਤਾ ਜੀ ਨੇ ਸਲਾਹ ਕੀਤੀ ਵੀ ਇਦਾਂ ਦਾ ਕਰਕੇ ਅਸੀਂ ਬੀਜ ਬਣਾਉਣ ਦੀ ਲੈਬ ਲਗਾਈ ਜਾਵੇ। ਤੇ ਅਸੀਂ DMR ਤੋਂ ਫਿਰ ਕੰਸਲਟ ਕੀਤਾ। ਅਸੀਂ ਸਭ ਤੋਂ ਪਹਿਲਾਂ ਬੀਜ ਜਿਹੜਾ ਗਾ ਸੋਲਨ ਤੋਂ ਲੈ ਕੇ ਆਉਂਦੇ ਸੀਗੇ, ਬੱਸ ਦੇ ਉੱਤੇ ਰੱਖ ਕੇ ਲੈ ਕੇ ਆਉਣਾ, ਕਈ ਵਾਰੀ ਟਾਈਮ ਤੇ ਬੀਜ ਨਾ ਪਹੁੰਚਣਾ, ਕਈ ਵਾਰੀ ਟਾਈਮ ਤੇ ਬੀਜ ਨਾ ਮਿਲਣਾ। ਅਸੀਂ 2012 ਦੇ ਅੰਦਰ ਮਸ਼ਰੂਮ ਦੀ ਬੀਜ ਬਣਾਉਣ ਦੀ ਲੈਬ ਲਗਾਈ। ਤਕਰੀਬਨ ਜੇ ਅੱਜ ਦੀ ਗੱਲ ਕਰੀਏ ਤੇ ਅਸੀਂ ਤਕਰੀਬਨ 3 ਟਨ ਪਰ ਡੇ ਮਸ਼ਰੂਮ ਦਾ ਬੀਜ ਅਸੀਂ ਆਪ ਪ੍ਰੋਡਿਊਸ ਕਰਨੇ ਆ। ਪ੍ਰੋਡਿਊਸ ਕਰਕੇ ਜਿੰਨੇ ਵੀ ਆਲ ਓਵਰ ਇੰਡੀਆ ਦੇ ਵਿੱਚ ਫਾਰਮਰਸ ਨੇ ਉਹਨਾਂ ਨੂੰ ਅਸੀਂ ਬੀਜ ਮਸ਼ਰੂਮ ਦਾ ਸਪਲਾਈ ਕਰਨੇ ਆ। ਜਿਹੜੇ ਕਲਚਰਸ ਨੇ ਉਹ ਪੈਨ ਸਟੇਟ ਯੂਨੀਵਰਸਿਟੀ ਪੈਂਸਿਲਵੇਨੀਆ ਦਾ, ਮਾਈਸੀਲੀਆ ਬੈਲਜੀਅਮ ਤੋਂ, ਨੀਦਰਲੈਂਡ ਤੋਂ ਇੰਪੋਰਟ ਕਰਕੇ ਉਹਨੂੰ ਮਲਟੀਪਲਾਈ ਕਰਕੇ ਆਲ ਓਵਰ ਇੰਡੀਆ ਬੀਜ ਦੀ ਸਪਲਾਈ ਦਿੰਦੇ ਆ। ਇਹਦੇ ਨਾਲ ਐਜ਼ ਅ ਫਾਰਮਰ ਜੋ ਸਾਨੂੰ ਦਿੱਕਤਾਂ ਪਰੇਸ਼ਾਨੀਆਂ ਸਾਨੂੰ ਆਉਂਦੀਆਂ ਸਨ, ਐਜ਼ ਇਨ ਬੀਜ ਟਾਈਮ ਤੇ ਨਾ ਮਿਲਣਾ, ਬੀਜ ਦਾ ਰੇਟ ਜ਼ਰੂਰਤ ਨਾਲੋਂ ਜੇ ਤੁਸੀਂ ਬੁਕਿੰਗ ਨਹੀਂ ਕਰਵਾਇਆ ਤਾਂ ਬਹੁਤ ਜ਼ਿਆਦਾ ਮਿਲਣਾ, ਅਸੀਂ ਉਹ ਸਾਰੀ ਚੀਜ਼ਾਂ ਨੂੰ ਸਟੈਂਡਰਡਾਈਜ਼ ਕੀਤਾ। ਫਾਰਮਰ ਦੇ ਘਰ ਉਹਦੇ ਪਹੁੰਚ ਦੇਣੀ ਸ਼ੁਰੂ ਕੀਤੀ। ਉਹਦੇ ਨਾਲ ਕੀਗਾ ਵੀ ਫਾਰਮਰ ਦਾ ਸਾਡੇ ਲਈ ਭਰੋਸਾ ਜਿਹੜਾ ਉਹ ਵਧਿਆ। ਬੀਜ ਪਾਊਚ ਕਹਿ ਕੇ ਵਿਕਦਾ ਹੁੰਦਾ ਸੀਗਾ, ਮਤਲਬ 1 ਕਿਲੋ ਦਾ ਪਾਊਚ, ਉਹਦੇ ਵਿੱਚ ਤਕਰੀਬਨ 800 ਗ੍ਰਾਮ ਬੀਜ ਹੁੰਦਾ ਸੀ। ਅਸੀਂ 1 ਕਿਲੋ ਦੀ ਮਤਲਬ ਅਗਰ 1 ਕਿਲੋ ਹੋਗਾ ਤੇ 1 ਕਿਲੋ ਕਹਿ ਕੇ ਵੇਚਣਾ ਉਹਨੂੰ, ਯਾਨੀ ਵੀ 1 ਕਿਲੋ ਕਹਿ ਕੇ ਤੇ ਉਹਦੇ ਵਿੱਚ ਜਿਹੜਾ ਪਾਊਚ ਦੇ ਵਿੱਚ 800 ਗ੍ਰਾਮ ਬੀਜ। ਸੋ ਸਾਰੀਆਂ ਚੀਜ਼ਾਂ ਨੂੰ ਸਟੈਂਡਰਡਾਈਜ਼ ਕਰਦਿਆਂ ਹੋਇਆ ਸਾਡੀ ਜਿਹੜੀ ਮਸ਼ਰੂਮ ਦੇ ਬੀਜ ਦੇ ਵਿੱਚ ਮਾਰਕੀਟ ਬਹੁਤ 2-3 ਸਾਲਾਂ ਦੇ ਵਿੱਚ ਬਹੁਤ ਹੀ ਮਾਰਕੀਟ ਦੇ ਉੱਤੇ ਪਕੜ ਹੋ ਗਈ। ਉਸ ਤੋਂ ਬਾਅਦ ਅਸੀਂ ਜਿਹੜਾ ਗਾ ਕੰਪੋਜ਼ ਦੀ ਜਿਹੜੀ ਪ੍ਰੋਡਕਸ਼ਨ ਲਾਈਨ ਹੈ ਉਹਨੂੰ ਐਕਸਟੈਂਡ ਕੀਤਾ। ਜੇ ਅੱਜ ਦੀ ਗੱਲ ਕਰੀਏ ਤੇ ਮਸ਼ਰੂਮ ਦੀ ਕੰਪੋਜ਼ ਦੀ ਪ੍ਰੋਡਕਸ਼ਨ ਲਾਈਨ ਸਾਡੇ ਕੋਲ ਤਕਰੀਬਨ 60 ਟਨਸ ਪਰ ਡੇ 6000 ਬੈਗ ਜਿਹੜੇ ਮਸ਼ਰੂਮ ਦੇ ਨੇ ਅਸੀਂ ਰੋਜ਼ ਪ੍ਰੋਡਿਊਸ ਕਰਨੇ ਆ। ਪ੍ਰੋਡਿਊਸ ਕਰਕੇ ਜਿੰਨੇ ਵੀ ਨੀਅਰ ਬਾਏ ਫਾਰਮਰਸ ਨੇ ਉਹਨਾਂ ਨੂੰ ਵੀ ਦੇ ਦਈਏ ਤੇ ਆਪਣੀ ਮਸ਼ਰੂਮ ਵੀ ਜਿਹੜੀ ਲਗਾਉਂਦੇ ਆ। ਜੇ ਲਾਸਟ ਈਅਰ ਦੀ ਗੱਲ ਕਰੀਏ ਤੇ ਤਕਰੀਬਨ ਅਸੀਂ 125 ਝੋਪੜੀ ਮਸ਼ਰੂਮ ਦੀ 125 ਝੋਪੜੀ ਜਿਹੜੀ ਮਸ਼ਰੂਮ ਦੀ ਅਸੀਂ ਆਪਣੀ ਲਗਾਈ ਸੀ ਤੇ ਜਿਹਦੇ ਵਿੱਚ ਤਕਰੀਬਨ ਰੋਜ਼ ਦੀ ਅਗਰ ਪੈਦਾਵਾਰ ਦੀ ਜੇ ਗੱਲ ਕੀਤੀ ਜਾਵੇ ਤੇ 5 ਤੋਂ 7 ਟਨ ਪਰ ਡੇ 7000 ਕਿਲੋ ਮਸ਼ਰੂਮ ਅਸੀਂ ਰੋਜ਼ ਪ੍ਰੋਡਿਊਸ ਕਰਨੇ ਆ। ਤੇ ਇਹਦੇ ਨਾਲ ਜਦੋਂ 2015 16 17 ਦੀ ਗੱਲ ਕਰੀਏ ਸਾਡੀ ਜਿਹੜੀ ਮਸ਼ਰੂਮ ਆ ਅਸੀਂ ਬੀਜ ਵੀ ਆਪ ਬਣਾਉਣ ਲੱਗ ਪਏ, ਖਾਦ ਵੀ ਆਪ ਬਣਾਉਣ ਲੱਗ ਪਏ। ਉਸ ਤੋਂ ਬਾਅਦ ਜਦੋਂ ਜ਼ਿਮੀਂਦਾਰ ਕੋਈ ਬੀਜ ਲੈਣ ਵਾਸਤੇ ਸਾਡੇ ਕੋਲ ਆਉਂਦਾ ਤੇ ਉਹਦਾ ਇੱਕੋ ਹੀ ਸਵਾਲ ਹੁੰਦਾ ਜੀ, ਸਰਦਾਰ ਜੀ ਤੁਸੀਂ ਬੀਜ ਤੇ ਦੇਣ ਲੱਗ ਪਏ ਹੋ, ਖਾਦ ਦੇਣ ਲੱਗ ਪਏ ਹੋ, ਹੁਣ ਇਹਨੂੰ ਵੇਚੀਏ ਕਿੱਥੇ? ਉਗਾਉਣੀ ਵੀ ਆ ਗਈ, ਸਾਰਾ ਸਿਸਟਮ ਹੀ ਹੋ ਗਿਆ, ਹੁਣ ਇਹਨੂੰ ਵੇਚਣ ਦਾ ਹੀਲਾ ਕਰੋ ਕੋਈ। ਤੇ ਅਸੀਂ ਮਸ਼ਰੂਮ ਜਿਹੜੀ ਆਪਣੀ ਪ੍ਰੋਡਿਊਸ ਕਰਕੇ ਸਵੇਰੇ 11 ਵਜੇ ਗੱਡੀ ਭੇਜਦੇ ਸੀਗੇ ਦਿੱਲੀ ਕੈਨਿੰਗ ਯੂਨਿਟ ਦੇ ਵਿੱਚ। ਗੋਲਡਨ ਕਰਾਊਨ ਬਹੁਤ ਵੱਡਾ ਬ੍ਰਾਂਡ ਆ, ਉਹਨਾਂ ਨੂੰ ਅਸੀਂ ਮਸ਼ਰੂਮ ਆਪਣਾ ਭੇਜਦੇ ਸੀਗੇ ਤੇ ਫਿਰ 4 ਵਜੇ ਫਿਰ ਇੱਕ ਗੱਡੀ ਭੇਜਦੇ ਸੀਗੇ। ਤੇ ਉਦੋਂ 2017 ਦੇ ਅੰਦਰ ਪਟਨਾ ਸਾਹਿਬ ਦੇ ਵਿੱਚ ਨਿਤੀਸ਼ ਕੁਮਾਰ ਦੀ ਗਵਰਨਮੈਂਟ ਨੇ ਬਹੁਤ ਅੱਛਾ ਉਪਰਾਲਾ ਕੀਤਾ ਸੀਗਾ ਆਪਣਾ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਉਤਸਵ ਤੇ ਅਸੀਂ ਤਕਰੀਬਨ 1 ਟਨ ਮਸ਼ਰੂਮ ਜਿਹੜੀ ਸੇਵਾ ਦੇ ਵਿੱਚ ਭੇਜੀ। ਅਗਲੇ ਦਿਨ 800 ਕਿਲੋ ਮਸ਼ਰੂਮ ਭੇਜੀ। ਤੇ ਮੈਂ ਉਦੋਂ ਫਤਿਹਗੜ੍ਹ ਸਾਹਿਬ ਆਪਣਾ ਪੰਜਾਬ ਪੜ੍ਹਦਾ ਸੀਗਾ ਤੇ ਡੈਡੀ ਕਹਿੰਦੇ ਵੀ ਅੰਮ੍ਰਿਤ ਆਪਾਂ ਰੋਜ਼ ਗੱਡੀ ਦਿੱਲੀ 2 ਡਰਾਈਵਰ ਸੜਕਾਂ ਤੇ ਰਹਿੰਦੇ ਆ, 2 ਗੱਡੀਆਂ ਸੜਕਾਂ ਤੇ ਰਹਿੰਦੀਆਂ ਨੇ, ਕਿਉਂ ਨਾ ਯਾਰ ਆਪਾਂ ਆਪਣਾ ਪ੍ਰੋਸੈਸਿੰਗ ਯੂਨਿਟ ਲਗਾ ਲਈਏ। ਸਾਡੇ ਕੋਲ ਬੋਇਲਰ ਘਰ ਦਾ ਖੁਦ ਸੀਗਾ, ਜਦੋਂ ਅਸੀਂ ਬੀਜ ਬਣਾਉਂਦੇ ਸੀਗੇ ਉਹਦੇ ਲਈ ਬੋਇਲਰ ਆਪਣੇ ਕੋਲ ਸੀਗਾ, ਆਟੋਕਲੇਵ ਸਾਡੇ ਕੋਲ ਸੀਗੇ। ਤੇ ਮੈਂ ਕਿਹਾ ਪਾਪਾ ਵੀ ਇਸ ਤਰ੍ਹਾਂ ਕਰੋ ਵੀ ਤੁਸੀਂ ਜਿੱਥੋਂ ਮਸ਼ੀਨਸ ਲੈਣੀਆਂ ਨੇ ਸਟੱਡੀ ਕਰਕੇ ਤੇ ਤੁਸੀਂ ਸ਼ੁਰੂ ਕਰੋ ਵੀ ਮੈਂ ਕੱਲ ਨੂੰ ਆ ਜਾਣਾ ਵਾ ਤੇ ਆਪਾਂ ਇਹਦੇ ਉੱਤੇ ਵਰਕਿੰਗ ਸ਼ੁਰੂ ਕਰ ਦਿੰਦੇ ਹਾਂ। ਅਸੀਂ ਜੀ ਰਿਕਾਰਡ 60 ਡੇਜ਼ ਦੇ ਅੰਦਰ ਦਿਨ ਰਾਤ ਇੱਕ ਕਰਕੇ ਆਪਣਾ ਪ੍ਰੋਸੈਸਿੰਗ ਯੂਨਿਟ ਖੜਾ ਕੀਤਾ ਤੇ 26 ਦਸੰਬਰ ਨੂੰ ਅਸੀਂ ਡਿਸੀਜਨ ਲਿਆ ਤੇ 26 ਫਰਵਰੀ ਨੂੰ ਅਸੀਂ ਆਪਣਾ ਪ੍ਰੋਸੈਸਿੰਗ ਯੂਨਿਟ ਖੜਾ ਕਰਕੇ 2018 ਦੇ ਵਿੱਚ 1 ਮਹੀਨੇ ਦੇ ਅੰਦਰ 700 ਕਾਰਟਨਸ ਦੀ ਪ੍ਰੋਡਕਸ਼ਨ ਲੈ ਲਈ ਜੀ। 700 ਕਾਰਟਨਸ ਜਿਹੜੀ ਪ੍ਰੋਡਕਸ਼ਨ ਲਈ ਉਹ ਸਾਡੇ ਵਾਸਤੇ ਇੱਕ ਬਹੁਤ ਮੰਨ ਕੇ ਚੱਲੋ ਵੀ ਇੱਕ ਟਰਾਇਲ ਪ੍ਰੋਡਕਸ਼ਨ ਸੀਗੀ। ਟਰਾਇਲ ਪ੍ਰੋਡਕਸ਼ਨ ਦੇ ਵਿੱਚ ਸਾਨੂੰ ਆਹ ਪਤਾ ਲੱਗ ਗਿਆ ਵੀ ਮਸ਼ਰੂਮ ਜਿਹੜੀ ਹੈ ਉਹ ਪੈਕ ਕਿਸ ਤਰ੍ਹਾਂ ਹੋਣੀ ਹੈ, ਗ੍ਰੇਡਿੰਗ ਕਿਸ ਤਰ੍ਹਾਂ ਹੋਣੀ ਹੈ, ਇਹ ਬਾਅਦ ਚ ਵਿਕਣੀ ਕਿਸ ਤਰ੍ਹਾਂ ਆ। ਇਸ ਤਰੀਕੇ ਦੀਆਂ ਜਿਹੜੀਆਂ ਸਮੱਸਿਆਵਾਂ ਸੀਗੀਆਂ ਸਾਨੂੰ ਆਹ ਨਹੀਂ ਪਤਾ ਸੀਗਾ ਮਸ਼ਰੂਮ ਪੈਕ ਕਿਸ ਤਰ੍ਹਾਂ ਹੋਣੀ ਹੈ, ਪੈਕ ਕਰ ਲਈ, ਸਾਨੂੰ ਵੇਚਣ ਦਾ ਨਹੀਂ। ਅਸੀਂ ਤੇ ਜਿੱਦਾਂ ਮੰਨ ਕੇ ਚੱਲੋ ਸਾਡੀ ਫਸਲ ਦੀ ਜਿਹੜੀ ਬਚਤ ਸੀਗੀ ਉਹ ਪੈਕ ਕਰਕੇ ਤੇ ਅਸੀਂ ਆਪਣੇ ਸਟੋਰ ਦੇ ਵਿੱਚ ਜਿਹੜਾ ਉਹਨੂੰ ਸਟੋਰ ਕਰ ਲਿਆ ਜੀ। ਹੁਣ ਜਦੋਂ ਵੇਚਣ ਦੀ ਗੱਲ ਆਈ ਤਾਂ ਜਦੋਂ ਅਸੀਂ ਗੋਲਡਨ ਕਰਾਊਨ ਦੇ ਕੋਲ ਆਪਣਾ ਡੱਬਾ ਲੈ ਕੇ ਗਏ ਵੀ ਆ ਸਾਡਾ ਅਸੀਂ ਮਸ਼ਰੂਮ ਪੈਕ ਕਰ ਲਈਏ, ਤੁਸੀਂ ਖਰੀਦ ਲਓ ਸਾਡੇ ਕੋਲੋਂ।
ਉਹ ਕਹਿੰਦੇ ਵੀ ਅਸੀਂ ਤੇ ਨਵੇਂ ਯੂਨਿਟਸ ਕੋਲੋਂ ਮਾਲ ਹੀ ਨਹੀਂ ਖਰੀਦਦੇ, ਸੋ ਉਹਨਾਂ ਦੀ ਟਰਮ ਕੰਡੀਸ਼ਨ ਜਿਹੜੀਆਂ ਨੇ ਹੁੰਦੀਆਂ ਨੇ। ਅਸੀਂ ਆਪਣੇ ਮਨ ਦੇ ਵਿੱਚ ਟੀਚਾ ਬੰਨਿਆ ਵੀ ਅਸੀਂ 골ਡਨ ਕਰਾਊਨ ਨੂੰ ਮਾਲ ਨਹੀਂ ਦੇਣਾ, ਅਸੀਂ ਜਿਹੜੇ ਦੂਜੇ ਉਹਦੇ ਕੰਪੀਟੀਟਰਸ ਨੇ ਉਹਨਾਂ ਨੂੰ, ਜਿਹੜੇ ਛੋਟੇ ਪਲੇਅਰਸ ਨੇ ਜਿਹੜੇ ਰੀਜਨਲ ਮਾਰਕੀਟ ਦੇ ਵਿੱਚ ਕੰਪੀਟ ਕਰਦੇ ਨੇ ਜਾਂ 골ਡਨ ਕਰਾਊਨ ਨੂੰ, ਅਸੀਂ ਉਹਨਾਂ ਦੇ ਨਾਲ ਜਿਹੜਾ ਗਾ ਕੰਮ ਕਰੀਏ ਤੇ ਉਹਨਾਂ ਨੂੰ ਰਾਈਜ਼ ਕਰੀਏ। 골ਡਨ ਕਰਾਊਨ ਸਾਡੇ ਕੋਲ ਲਵੇ ਨਾ ਤੇ ਛੋਟਿਆਂ ਨੂੰ ਅਸੀਂ ਦਈਏ ਨਾ, ਤੇ ਅਸੀਂ ਛੋਟਿਆਂ ਨੂੰ ਜਿਹੜਾ ਗਾ ਦੇਣਾ ਸ਼ੁਰੂ ਕੀਤਾ। ਤੇ ਇਸ ਕਰਕੇ ਜਿਹੜਾ ਗਾ ਸਾਡਾ ਮਾਰਕੀਟ ਸਿਸਟਮ ਜਿਹੜਾ ਗਾ ਹੌਲੀ ਹੌਲੀ ਵਧਣਾ ਸ਼ੁਰੂ ਹੋਇਆ। ਤੇ ਸਭ ਤੋਂ ਵੱਡੀ ਜਿਹੜੀ ਮਸ਼ਰੂਮ ਦੇ ਰੇਟਸ ਦੇ ਉੱਤੇ ਗੇਮ ਸੀਗੀ ਉਹ ਮੋਨੋਪਲੀ ਸੀਗੀ 골ਡਨ ਕਰਾਊਨ ਕੰਪਨੀ ਦੀ, ਵੀ ਉਹ 50-55 ਰੁਪਏ ਕਿਲੋ ਕੈਨਿੰਗ ਦੇ ਅੰਦਰ ਮਸ਼ਰੂਮ ਜਿਹੜੀ ਇਹ ਖਰੀਦੀ ਹੁੰਦੀ ਸੀ। ਤੇ ਅਸੀਂ ਮਤਲਬ ਸਾਡੇ ਮਨ ਦੇ ਵਿੱਚ ਆ ਸੀਗਾ ਵੀ ਮਸ਼ਰੂਮ ਦਾ ਜਿਹੜਾ ਰੇਟ ਆ ਉਹ ਘੱਟੋ ਘੱਟ ਅਸੀਂ ਤੈਅ ਕਰੀਏ, ਅਸੀਂ ਪ੍ਰੋਡਿਊਸ ਕਰ ਰਹੇ ਹਾਂ, ਅਸੀਂ ਤੈਅ ਕਰੀਏ ਤੇ ਤਾਂ ਜਾ ਕੇ ਜਿਹੜੀ ਇਹ ਗੱਲ ਬਣੂਗੀ। ਅਸੀਂ ਆਪਣਾ ਕੰਟੇਨਰ ਲਿਆ, ਕੰਟੇਨਰ ਜਿੱਥੇ 골ਡਨ ਕਰਾਊਨ ਮਸ਼ਰੂਮ ਪ੍ਰੋਕਿਓਰ ਕਰਦਾ ਸੀਗਾ ਉਹਦੇ ਸਾਹਮਣੇ ਜਾ ਕੇ ਆਪਣਾ ਕੰਟੇਨਰ ਰੱਖ ਦਿੱਤਾ। ਫਾਰਮਰ ਕੋਲ ਬੀਜ ਜਾਂਦਾ ਸੀਗਾ, ਖਾ ਜਾਂਦਾ ਸੀਗਾ, ਖਾ ਜਾਣ ਕਰਕੇ ਫਾਰਮਰਸ ਦੇ ਵਿੱਚ ਸਾਡਾ ਪ੍ਰੇਮ ਪਿਆਰ, ਇੱਕ ਹੋਲਡ ਅੱਛਾ ਸੀਗਾ। ਤੇ ਜਿੱਥੇ 골ਡਨ ਕਰਾਊਨ 55 ਰੁਪਏ ਮਸ਼ਰੂਮ ਖਰੀਦਦਾ ਸੀਗਾ, ਅਸੀਂ 57 ਰੁਪਏ ਖਰੀਦਣੀ ਸ਼ੁਰੂ ਕੀਤੀ। ਜੇ 57 ਖਰੀਦਣੀ ਉਹਨੇ ਰੇਟ ਕੀਤਾ, 58 ਕੀਤਾ, 58 60 ਕੀਤਾ, 60 ਕਰਨ ਤੋਂ ਬਾਅਦ 62 65 67 68 70 72 73 ਤੇ 73 ਤੇ ਜਦੋਂ ਰੇਟ ਪਹੁੰਚ ਗਿਆ ਮਸ਼ਰੂਮ ਦਾ ਤੇ ਫਾਰਮਰਸ ਦੇ ਵਿੱਚ ਬੜੀ ਖੁਸ਼ੀ ਦੀ ਲਹਿਰ ਸੀਗੀ ਵੀ ਸਾਡੀ ਜਿਹੜੀ ਮਸ਼ਰੂਮ ਦਾ ਰੇਟ ਹੈ ਉਹ ਵਧਣਾ ਸ਼ੁਰੂ ਹੋ ਗਿਆ ਹੈਗਾ। ਸਾਡੀ ਮਸ਼ਰੂਮ ਦੀ ਮੰਗ ਜਿਹੜੀ ਹੈ ਉਹ ਹੋਣੀ ਸ਼ੁਰੂ ਹੋ ਗਈ ਹੈ। ਤੇ ਤਕਰੀਬਨ ਜੇ 골ਡਨ ਕਰਾਊਨ ਦੀ ਗੱਲ ਕਰੀਏ ਤੇ 6000 ਕਰੋੜ ਦੀ ਫਰਮ ਆ। ਤੇ ਉਹਦੇ ਮਾਲਕ ਦਾ ਖੁਦ ਫੋਨ ਆਇਆ, ਕਹਿੰਦਾ ਵੀ ਸਰਦਾਰ ਜੀ ਵੀ ਤੁਸੀਂ ਆਪਣਾ ਮਸ਼ਰੂਮ ਪੈਕ ਕਰਕੇ ਮੈਨੂੰ ਦੇ ਦਿਓ। ਵੀ ਜਿਹੜੇ ਇੱਕ ਸਮੇਂ ਤੇ ਆਹ ਗੱਲ ਕਹਿੰਦਾ ਸੀਗਾ ਵੀ ਅਸੀਂ ਨਵੇਂ ਯੂਨਿਟ ਤੋਂ ਮਸ਼ਰੂਮ ਨਹੀਂ ਖਰੀਦਦੇ, ਤੇ ਉਸ ਸਮੇਂ ਤੇ ਉਹਨਾਂ ਦਾ ਆਹ ਫੋਨ ਆਣਾ ਸਾਡੇ ਵਾਸਤੇ ਬੜੀ ਵੱਡੀ ਗੱਲ ਸੀਗੀ। ਵੀ ਮੰਨ ਕੇ ਚਲੋ ਵੀ ਇੱਕ ਪਹਾੜ ਨਾਲ ਮੱਥਾ ਲਾਉਣ ਵਾਲੀ ਗੱਲ ਸੀਗੀ। ਤੇ ਮਹਾਰਾਜ ਦੀ ਕਿਰਪਾ ਦੇ ਨਾਲ ਅਸੀਂ ਦੂਜੇ ਸਾਲ ਹੀ ਜਿਹੜਾ ਗਾ ਤਕਰੀਬਨ 28000, ਪਹਿਲੇ ਸਾਲ ਅਸੀਂ 700 ਕਾਰਟਨਸ ਜਿਹੜਾ ਗਾ ਕੀਤੇ ਤੇ ਦੂਜੇ ਸਾਲ ਅਸੀਂ 28000 ਕਾਰਟਨਸ ਕੀਤੇ ਜੀ। ਮਤਲਬ ਦੈਟ ਇਜ਼ ਟਰਮੈਂਡਸ ਗਰੋਥ ਕਹਿ ਸਕਦੇ ਹੋ ਤੁਸੀਂ। ਤੇ ਉਹਦੇ ਵਿੱਚ ਸਿਰਫ ਔਰ ਸਿਰਫ ਇੱਕ ਭਰੋਸਾ ਸੀਗਾ ਫਾਰਮਰਸ ਦਾ। ਫਾਰਮਰਸ ਨੇ ਸਾਨੂੰ ਮੰਨ ਕੇ ਚਲੋ ਬਹੁਤ ਸਪੋਰਟ ਦਿੱਤੀ ਵੀ ਅਸੀਂ ਤੁਹਾਡੇ ਨਾਲ ਖੜੇ ਆ ਤੇ ਤੁਸੀਂ ਜਿਹੜਾ ਗਾ ਨਾ ਵੀ ਅੱਗੇ ਲੱਗੋ ਤੇ ਅਸੀਂ ਤੁਹਾਡੇ ਨਾਲ ਪਿੱਛੇ ਮਤਲਬ ਖੜੇ ਹੋਏ ਆ। ਸੋ ਉਸ ਸਾਲ ਜਿਹੜਾ ਗਾ ਅਸੀਂ 골ਡਨ ਕਰਾਊਨ ਨੇ ਜਦੋਂ ਸਾਨੂੰ ਫੋਨ ਆਇਆ ਵੀ ਤੁਸੀਂ ਸਾਨੂੰ ਮਸ਼ਰੂਮ ਤਿਆਰ ਕਰਕੇ ਦੇ ਦਿਓ, ਤੇ ਸਾਡਾ ਜਵਾਬ ਅਗਵਾ ਸੀਗਾ ਵੀ ਸਾਡੇ ਕੋਲ ਫਾਲਤੂ ਮਸ਼ਰੂਮ ਨਹੀਂ ਗੀ, ਵੀ ਜੋ ਤੁਹਾਨੂੰ ਤੁਹਾਡੀ ਰਿਕੁਆਇਰਮੈਂਟਸ ਨੇ ਅਸੀਂ ਰੇਟ ਦੇ ਦਿੰਦੇ ਹਾਂ, ਜੇ ਤੁਹਾਨੂੰ ਪੜਤਾ ਖਾਂਦਾ ਹੋਵੇ ਤੇ ਤੁਸੀਂ ਖਰੀਦ ਸਕਦੇ ਜੀ। ਸੋ ਬੇਸਿਕਲੀ ਪ੍ਰੋਸੈਸਿੰਗ ਯੂਨਿਟ ਦੀ ਇਸ ਤਰੀਕੇ ਦੇ ਨਾਲ ਅਸੀਂ ਸ਼ੁਰੂਆਤ ਕੀਤੀ ਤੇ ਆਪਣਾ ਮਸ਼ਰੂਮ ਦਾ ਜਿਹੜਾ ਰੇਟ ਹੈ ਉਹ ਸਿਕਿਉਰ ਕੀਤਾ। ਇਹਦੇ ਨਾਲ ਅਸੀਂ ਕਿਉਂਕਿ ਜਦੋਂ ਆਪਾਂ ਪ੍ਰੋਸੈਸਿੰਗ ਯੂਨਿਟ ਲਗਾਉਂਦੇ ਹਾਂ ਇਕੱਲੀ ਇੱਕ ਕਮੋਡਿਟੀ ਦੇ ਉੱਤੇ ਅਸੀਂ ਜਿਹੜਾ ਗਾ ਉਹਨੂੰ ਪੂਰਾ ਸਾਲ ਨਹੀਂ ਚਲਾ ਸਕਦੇ। ਕਾਰਨ ਆਇਆ ਵੀ ਤੁਹਾਡੇ ਕੋਲ ਫੂਡ ਟੈਕਨੀਸ਼ੀਅਨਸ ਨੇ, ਆਪਣੇ ਕੋਲ ਜਿਹੜਾ ਗਾ ਫਾਰਮਰਸ ਨੇ, ਫਾਰਮਰਸ ਦੇ ਨਾਲ ਲੇਬਰ ਨੂੰ ਹੋਲਡ ਕਰਨਾ ਪੂਰੇ ਸਾਲ ਵਾਸਤੇ ਇਹ ਵੀ ਬਹੁਤ ਜ਼ਰੂਰੀ ਗਾ। ਇਹਦੇ ਨਾਲ ਅਸੀਂ ਫਿਰ ਟੋਮੈਟੋ ਪਿਊਰੀ ਪ੍ਰੋਸੈਸ ਕੀਤੀ, ਨਾਲ ਐਡੀਸ਼ਨਲ ਲਾਈਨਸ ਰੈਡ ਚੈਰੀ ਦੀ ਲਗਾਈ। ਰੈਡ ਚੈਰੀ ਦੇ ਨਾਲ ਜਿਹੜਾ ਗਾ ਬੇਬੀ ਕੋਰਨ, ਸਵੀਟ ਕੋਰਨ, ਸੋਇਆ ਚਾਪ, ਸਰੋਂ ਦਾ ਸਾਗ, ਆਪਣਾ ਸਰੋਂ ਦਾ ਸਾਗ ਦੇ ਨਾਲ ਸਪੀਨਚ ਪਿਊਰੀ, ਇਹ ਸਾਰੀਆਂ ਜਿਹੜੀਆਂ ਕਮੋਡਿਟੀਜ਼ ਨੂੰ ਅਸੀਂ ਪ੍ਰੋਸੈਸ ਪੈਕ ਕਰਨਾ ਜਿਹੜਾ ਗਾ ਸ਼ੁਰੂ ਕੀਤਾ। ਸੋ ਜੇਕਰ ਪ੍ਰੋਸੈਸਿੰਗ ਦੀ ਗੱਲ ਕਰੀਏ 2 ਸਾਲ ਕੋਵਿਡ ਦੇ ਆਏ, ਕੋਵਿਡ ਦੇ ਵਿੱਚ ਬਹੁਤ ਜ਼ਿਆਦਾ ਮਤਲਬ ਪਰੇਸ਼ਾਨੀ ਆਈ। ਸੋ ਬੇਸਿਕਲੀ ਜਿਹੜੀ ਇੰਡੀਆ ਵਰਗਾ ਜਿਹੜਾ ਮੁਲਕ ਆ ਇਹਦੇ ਵਿੱਚ ਸਿਰਫ ਔਰ ਸਿਰਫ 30% ਲੋਕ ਜਿਹੜੇ ਨੇ ਕਮਾ ਕੇ ਖਾ ਰਹੇ ਨੇ ਤੇ ਬਾਕੀ 70% ਉਹ 30% ਦੇ ਉੱਤੇ ਡਿਪੈਂਡੈਂਟ ਨੇ। ਸੋ ਉਹ 70% ਲੋਕੀ 30% ਨੂੰ ਉਹਨਾਂ ਕੋਲ ਇੰਨਾ ਸਫੀਸ਼ੀਐਂਟ ਟਾਈਮ ਆ ਜੋ 30% ਲੋਕਾਂ ਨੂੰ ਪਕਾ ਕੇ ਖਾਣਾ ਖਵਾ ਸਕਦੇ ਆ। ਸੋ ਇਸ ਕਰਕੇ ਪ੍ਰੋਸੈਸਡ ਫੂਡ ਦਾ ਜਿਹੜਾ ਹੈਗਾ ਪ੍ਰਚਲਨ ਜਿਹੜਾ ਹੈਗਾ ਉਹ ਨਹੀਂ ਗਾ। ਸੋ 2 ਸਾਲ ਜਿਹੜੇ ਕੋਵਿਡ ਦੇ ਨਿਕਲੇ ਉਹ ਥੋੜੇ ਪਰੇਸ਼ਾਨੀਜਨਕ ਸੀਗੇ ਵੀ ਮਟੀਰੀਅਲ ਜਦੋਂ ਮਾਰਕੀਟ ਜਦੋਂ ਕਲੋਜ਼ ਹੋਣੀ, ਹੋਟਲ ਇੰਡਸਟਰੀ ਦੇ ਨਾਲ ਪ੍ਰੋਸੈਸਿੰਗ ਇੰਡਸਟਰੀ ਕੋ ਰਿਲੇਟਡ ਆ। ਤੇ ਉਹਦੇ ਵਿੱਚ ਸਭ ਤੋਂ ਵੱਡਾ ਬਚਾਅ ਰਿਹਾ ਕਿ ਸਾਡੇ ਪ੍ਰੋਡਕਟ ਦੀ ਜਿਹੜੀ ਸ਼ੈਲਫ ਲਾਈਫ ਆ ਉਹ ਤਕਰੀਬਨ ਮੰਨ ਕੇ ਚੱਲੋ ਕਿ 2 ਸਾਲ ਸੀਗੀ। ਸੋ ਇਸ ਤਰੀਕੇ ਦੇ ਨਾਲ ਅਸੀਂ ਆਪਣਾ ਪ੍ਰੋਸੈਸ ਫੂਡ ਜਿਹੜਾ ਹੈਗਾ ਪ੍ਰੋਸੈਸ ਕਰਨਾ ਸ਼ੁਰੂ ਕੀਤਾ ਤੇ ਉਹਨੂੰ ਆਪਣਾ ਮਾਰਕੀਟ ਤੱਕ ਪਹੁੰਚਾਇਆ। ਜੇ ਕੰਸੈਪਟਸ ਦੀ ਗੱਲ ਕਰੀਏ ਵੀ ਕਿਸ ਕੰਸੈਪਟਸ ਤੇ ਅਸੀਂ ਕੰਮ ਕਰ ਰਹੇ ਹਾਂ, ਸਭ ਤੋਂ ਪਹਿਲਾ ਕੰਸੈਪਟ ਸਾਡਾ ਹੈਗਾ ਵੀ ਪਰਿਵਾਰਿਕ 1 ਕਰੋੜ ਰੁਪਇਆ ਕਰਜ਼ਾ ਹੋਵੇ ਤੇ 5 ਬੰਦੇ ਘਰ ਦੇ ਕਮਾਉਣ ਵਾਲੇ ਹੋਣ, ਕਰਜ਼ਾ 20 ਲੱਖ ਰੁਪਇਆ ਰਹਿ ਜਾਂਦਾ ਗਾ। ਸੋ 5 ਬੰਦੇ ਜਿਹੜੇ ਨੇ, ਜਿਵੇਂ ਆਪਾਂ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਸਾਰੇ ਪਰਿਵਾਰ ਆਪਣੀ ਜ਼ਿੰਮੇਵਾਰੀ ਦੇ ਨਾਲ ਕਰਨੇ ਆ, ਖਾਂਦੇ ਆ,
ਆਪਣਾ ਜ਼ਿੰਮੇਵਾਰੀ ਸਮਝਦੇ ਹਾਂ, ਡਿਸਪਲਿਨ ਸਮਝਦੇ ਹਾਂ ਵੀ ਅਸੀਂ ਕਰਾਂਗੇ ਤੇ ਸਰਵਾਈਵ ਰਹਾਂਗੇ। ਤੇ ਉਸ ਮਤਲਬ ਆਈਡੀਓਲੋਜੀ ਦੇ ਅਸੀਂ ਇੱਥੇ ਕੰਮ ਕਰਦੇ ਹਾਂ ਜੀ। ਦੂਜਾ ਮੇਰੀ ਅੱਜ ਦੀ ਤਰੀਕ ਦੇ ਵਿੱਚ ਏਜ ਦੀ ਗੱਲ ਕਰੀਏ ਤੇ 26-27 ਸਾਲ ਉਮਰ ਹੈ, ਤੇ ਤਕਰੀਬਨ 16-17 ਸਾਲ ਦੀ ਉਮਰ ਦੇ ਵਿੱਚ ਮੈਨੂੰ ਆਹ ਪਤਾ ਸੀਗਾ ਵੀ ਅਸੀਂ ਕਿਹਦੇ ਕੋਲੋਂ ਕੀ ਲੈਣਾ ਗਾ ਤੇ ਕਿਹਦੇ ਕੋਲੋਂ ਕੀ ਦੇਣਾ ਗਾ। ਤੇ ਉਸ ਕਾਰਨ ਜਿਹੜਾ ਗਾ ਫਾਲਤੂ ਖਰਚਿਆਂ ਦੇ ਵੱਲ ਜਿਹੜਾ ਗਾ ਧਿਆਨ ਜਿਹੜਾ ਗਾ ਉਹ ਘਟ ਜਾਂਦਾ ਸੀਗਾ। ਤੇ ਤੀਜੀ ਗੱਲ, ਮੇਰੇ ਪਿਤਾ ਜੀ ਦੀ ਮਿਹਨਤ ਸੀਗੀ, ਜੋ ਉਹਨਾਂ ਦੀ ਮਿਹਨਤ ਦੇ ਨਾਲ ਉਸ ਜ਼ੀਰੋ ਤੋਂ ਉੱਠ ਕੇ ਤੇ ਆਪਾਂ ਅੱਗੇ ਤੱਕ ਆਏ। ਤੇ ਜਿਹੜਾ ਇੱਕ ਐਜੂਕੇਸ਼ਨ ਤੇ ਮਿਹਨਤ ਦਾ ਜਿਹੜਾ ਇੱਕ ਕੰਬੀਨੇਸ਼ਨ ਆ, ਉਹ ਅਗਰ ਇੱਕ ਸਰਟੇਨ ਟਾਈਮ ਪੀਰੀਅਡ ਤੇ ਜਾ ਕੇ ਰਲ ਜਾਵੇ ਤੇ ਉਹ ਜਿਹੜਾ ਗਾ ਤੁਹਾਡੀ ਤਰੱਕੀ ਨੂੰ ਹੋਰ ਬਹੁਤ ਅੱਗੇ ਲੈ ਕੇ ਚਲਾ ਜਾਂਦਾ ਗਾ। ਮੈਂ MBA ਦੀ ਪੜ੍ਹਾਈ ਕੀਤੀ BSc ਤੋਂ ਬਾਅਦ। MBA ਦੇ ਬਾਅਦ ਹੁਣ ਮੈਂ PhD ਦੀ ਸਟੱਡੀ ਔਨ ਬੇਸਿਸ ਕਰ ਰਿਹਾ ਗਾ। ਸੋ MBA ਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਦਾ ਗਾ ਕਿ ਤੁਸੀਂ ਆਪਣੇ ਪ੍ਰੋਡਕਟ ਨੂੰ ਵੇਚਣਾ ਕਿਸ ਤਰ੍ਹਾਂ ਆ, ਪ੍ਰੋਡਿਊਸ ਕਿਸ ਤਰ੍ਹਾਂ ਕਰਨਾ ਗਾ। ਜਿਹੜੀ ਐਜੂਕੇਸ਼ਨ ਬਹੁਤ ਵੱਡਾ ਰੋਲ ਪਲੇ ਕਰ ਦੇਗੀ ਆਪਣਾ ਤੁਹਾਡੇ ਬਿਜ਼ਨਸ ਦੇ ਅੰਦਰ, ਆਪਣੀ ਮਿਹਨਤ ਦੇ ਅੰਦਰ। ਤੇ ਇਹਦੇ ਨਾਲ ਜਿਹੜਾ ਗਾ ਜੇਕਰ ਗੱਲ ਕਰੀਏ ਖੇਤੀ ਦੀ, ਅਸੀਂ ਅੱਜ ਵੀ ਜਿਹੜਾ ਗਾ ਤਕਰੀਬਨ 70-80 ਏਕੜ ਦੀ ਖੇਤੀ ਕਰ ਰਹੇ ਹਾਂ। ਉਹਦੇ ਨਾਲ ਕੀ ਗਾ ਵੀ ਸਾਡੇ ਕੋਲ ਟਾਈਪ ਆਫ ਇਨਕਮ ਦੀ ਗੱਲ ਕਰੀਏ, ਸਾਡੇ ਕੋਲ ਅਗਰ ਡੇਲੀ ਇਨਕਮ ਦੀ ਗੱਲ ਕਰੀਏ, ਸਾਡੇ ਕੋਲ ਮਸ਼ਰੂਮ ਆ। ਸਾਡੇ ਕੋਲ ਮੰਥਲੀ ਇਨਕਮ ਦੀ ਗੱਲ ਕਰੀਏ ਜਾਂ ਕੁਆਰਟਰਲੀ ਇਨਕਮ ਦੀ ਗੱਲ ਕਰੀਏ, ਜਿਹੜਾ ਅਸੀਂ ਪ੍ਰੋਸੈਸ ਫੂਡ ਪ੍ਰੋਸੈਸ ਕਰਨੇ ਆ, ਉਹ ਅਸੀਂ ਹਰ ਮਹੀਨੇ ਜਾਂ 2-2 ਮਹੀਨੇ ਦੇ ਵਿੱਚ ਕੁਛ ਨਾ ਕੁਛ ਜਿਹੜਾ ਗਾ ਮਟੀਰੀਅਲ ਜਿਹੜਾ ਗਾ ਉਹ ਸੇਲ ਆਊਟ ਜਿਹੜਾ ਗਾ ਹੁੰਦਾ ਰਹਿੰਦਾ ਗਾ। ਉਹਦੇ ਨਾਲ ਕੀ ਗਾ ਵੀ ਆਪਣਾ ਡੇਲੀ ਇਨਕਮ ਵੀ ਆ ਗਈ, ਕੁਆਰਟਰਲੀ ਇਨਕਮ ਵੀ ਆ ਗਈ। ਤੇ ਉਸ ਤੋਂ ਬਾਅਦ ਜਿਹੜੀ ਸਾਡੀ ਖੇਤੀ ਦੀ ਛਮਾਈ ਵਾਲੀ ਇਨਕਮ ਆ, ਉਹ ਵੀ ਨਾਲ ਜੁੜਦੀ ਗਈ। ਇਨ ਕੇਸ ਬਿਜ਼ਨਸ ਦੇ ਵਿੱਚ ਕਿਸੇ ਵੀ ਪੁਆਇੰਟ ਦੇ ਉੱਤੇ ਤੁਹਾਨੂੰ ਘਾਟਾ ਪੈ ਜਾਂਦਾ ਗਾ, ਜਾਂ ਕਿਸ ਸੀਜ਼ਨ ਦੇ ਉੱਤੇ ਜਾ ਕੇ ਤੁਹਾਨੂੰ ਨਹੀਂ ਮਤਲਬ ਉਹਨੇ ਪ੍ਰੋਫਿਟ ਮਾਰਜਨਸ ਹੁੰਦੇ, ਤੇ ਉਸ ਟਾਈਮ ਦੇ ਉੱਤੇ ਜਾ ਕੇ ਜਿਹੜੀ ਤੁਹਾਡੀ 6 ਮਹੀਨੇ ਦੀ ਫਸਲ ਆ, ਉਹ ਤੁਹਾਡੀ ਪਿੱਠ ਨਹੀਂ ਲੱਗਣ ਦਿੰਦੀ। ਸੋ ਬੇਸਿਕਲੀ ਇਹ ਟਾਈਪ ਆਫ ਇਨਕਮ ਦੇ ਉੱਤੇ ਅਸੀਂ ਕੰਮ ਕਰ ਰਹੇ ਹਾਂ। ਇਹਦੇ ਨਾਲ ਜੇ ਪੋਟੈਂਸ਼ੀਅਲ ਦੀ ਗੱਲ ਕਰੀਏ, ਮੇਰਾ ਮੰਨਣਾ ਗਾ ਵੀ ਪੰਜਾਬ ਦੇ ਅੰਦਰ ਬਹੁਤ ਪੋਟੈਂਸ਼ੀਅਲ ਹੈ। ਜੇ ਟਿਮ ਹਾਰਟਨਸ ਵਰਗਾ ਬ੍ਰਾਂਡ ਕੈਨੇਡਾ ਤੋਂ ਆ ਕੇ ਇੰਡੀਆ ਦੇ ਅੰਦਰ ਪਹਿਲਾ ਸਟੋਰ ਅਗਰ ਪੰਜਾਬ 'ਚ ਖੋਲ ਰਿਹਾ, ਡੈਟ ਮੀਨਸ ਵੀ ਪੰਜਾਬ ਦੇ ਅੰਦਰ ਪੋਟੈਂਸ਼ੀਅਲ ਆ। ਸਟਾਰਬਕਸ ਅਗਰ ਆ ਕੇ ਤੇ ਪੰਜਾਬ ਦੇ ਅੰਦਰ ਸਟੋਰ ਖੋਲ ਰਿਹਾ ਗਾ, ਤੁਸੀਂ ਆਪਾਂ ਇੱਧਰ ਪੁੱਛੋ ਜਾਈਏ, NH1 ਲਿਖਿਆ, NH1 ਬਣਿਆ ਗਾ ਬਠਿੰਡਾ। ਜਦੋਂ ਆਪਾਂ ਬਠਿੰਡੇ ਦੀ ਤਰਫ ਜਾਈਏ ਤੇ ਉਧਰ ਆਪਣਾ ਏਡੇ ਵੱਡੇ ਆਊਟਲੈਟਸ ਖੁੱਲ ਰਹੇ ਨੇ। ਡੈਟ ਮੀਨਸ ਵੀ ਪੰਜਾਬ ਇੱਕ ਪੇਇੰਗ ਬੈਲਟ ਆ, ਪੋਟੈਂਸ਼ੀਅਲ ਆ। ਸਿਰਫ ਔਰ ਸਿਰਫ ਆਪਣੇ ਸਮਾਨ ਨੂੰ ਵੇਚਣ ਦੀ ਜਾਂਚ ਹੋਣੀ ਚਾਹੀਦੀ ਹੈਗੀ। ਦੂਜਾ ਨੰਬਰ ਗੱਲ ਆ, ਸਾਡਾ ਟਾਰਗੇਟ ਹੁੰਦਾ ਗਾ ਵੀ ਅਸੀਂ ਜਦੋਂ ਪ੍ਰੋਸੈਸ ਫੂਡ ਕਰ ਲੈਨੇ ਆ, ਪ੍ਰੋਸੈਸ ਫੂਡ ਨੂੰ ਮਾਰਕੀਟ ਕਰਨ ਦੀ ਵੀ ਸਟੇजेस ਨੇ। ਪਹਿਲੀ ਸਟੇਜ ਆ ਜੋ ਅਗਰ, ਕਿਉਂਕਿ ਪੂੰਜੀ ਬਹੁਤ ਵੱਡੀ ਚਾਹੀਦੀ ਹੈ ਪ੍ਰੋਸੈਸ ਫੂਡ ਨੂੰ ਮਾਰਕੀਟ ਕਰਨ ਵਾਸਤੇ। ਸਭ ਤੋਂ ਪਹਿਲਾਂ ਤੇ ਜੇ ਮੈਂ ਮਸ਼ਰੂਮ ਦੀ ਜੇ ਗੱਲ ਕਰਾਂ, ਅਗਰ ਅਸੀਂ ਇੱਕ ਦਿਨ ਦੀ ਅਗਰ ਮੈਂ ਪ੍ਰੋਸੈਸਿੰਗ ਦੀ ਜੇ ਗੱਲ ਕਰਾਂ, ਤੇ ਅਗਰ ਅਸੀਂ 10 ਟਨ ਮਸ਼ਰੂਮ ਪ੍ਰੋਸੈਸ ਕਰਨੇ ਆ, ਅਗਰ 100 ਰੁਪਏ ਦੇ ਰੇਟ ਨੂੰ ਵੀ ਲਗਾਓ ਤੇ 10 ਲੱਖ ਦੀ ਤੇ ਮਸ਼ਰੂਮ ਦੀ ਪੇਮੈਂਟਸ ਅਸੀਂ ਕਰਨੀਆਂ ਨੇ। 2 ਲੱਖ ਦਾ ਡੱਬਾ ਲੱਗਦਾ ਗਾ, ਤਕਰੀਬਨ ਮੰਨ ਕੇ ਚਲੋ ਲੱਖ ਰੁਪਇਆ ਲੇਬਰ ਡੇਲੀ ਬੇਸਿਸ ਦੇ ਲਗਾਓ, ਤੇ ਤਕਰੀਬਨ 13 ਤੋਂ 14 ਲੱਖ ਸਾਨੂੰ ਡੇਲੀ ਬੇਸਿਸ ਤੇ ਚਾਹੀਦਾ ਗਾ। ਉਸ ਪੁਆਇੰਟ ਦੇ ਉੱਤੇ ਤੁਹਾਡਾ ਮਾਰਕੀਟਿੰਗ ਸਟਰਕਚਰ ਕਿੱਦਾਂ ਦਾ ਗਾ, ਉਹ ਸਮਝਣ ਦੀ ਬਹੁਤ ਜ਼ਰੂਰਤ ਆ। ਅਸੀਂ ਅੱਜ ਦੀ ਜੇਕਰ ਗੱਲ ਕਰੀਏ, ਅਸੀਂ 90% ਬਿਜ਼ਨਸ ਅਸੀਂ ਥਰਡ ਪਾਰਟੀ ਮੈਨੂਫੈਕਚਰਿੰਗ ਬੇਸ ਤੇ ਕਰ ਰਹੇ ਹਾਂ, ਵਾਈਟ ਲੇਬਲਿੰਗ ਤੇ ਕਰ ਰਹੇ ਹਾਂ। ਜਿੰਨੇ ਵੀ ਵੱਡੇ ਬ੍ਰਾਂਡਸ ਨੇ, ਚਾਹੇ ਉਹ ਡੈਲ ਮੋਂਟੇ ਗਾ, ਗੋਲਡਨ ਕਰਾਊਨ ਆ, ਡਾਕਟਰ ਸਮਿਥ ਆ, ਹੈਬਿਟ ਆ, ਕੈਨੀਨ, ਦੈਨ ਗੋਲਡਨ ਫਾਰਮ ਫਰੈਸ਼ ਆ, ਵਿਨ ਆ, ਲਾਲ ਆ, ਇਹਨਾਂ ਲਈ ਅਸੀਂ ਜਿਹੜਾ ਗਾ ਥਰਡ ਪਾਰਟੀ ਮੈਨੂਫੈਕਚਰਿੰਗ ਕਰਨੇ ਆ। ਅੱਜ ਅਸੀਂ ਆਪਣੀ ਯੂਨਿਟ ਦੇ ਅੰਦਰ ਫੂਡ ਪ੍ਰੋਸੈਸ ਕੀਤਾ, ਉਹਦਾ ਵੇਟਿੰਗ ਪੀਰੀਅਡ 7 ਦਿਨ ਦਾ, ਹੋਲਡਿੰਗ ਇਨਕੂਬੇਸ਼ਨ ਪੀਰੀਅਡ ਜਦੋਂ ਪੂਰਾ ਹੋ ਜਾਂਦਾ ਗਾ, ਪੂਰਾ ਹੋਣ ਤੋਂ ਬਾਅਦ ਅਸੀਂ 8ਵੇਂ ਦਿਨ 9ਵੇਂ ਦਿਨ ਸਾਡੀ ਸੋਚ ਆ ਹੁੰਦੀ ਹੈ 9ਵੇਂ ਦਿਨ ਸਾਡੇ ਗੋਦਾਮ ਦੇ ਵਿੱਚੋਂ ਉਹ ਡਿਸਪੈਚ ਹੋ ਜਾਵੇ, ਤੇ ਉਸ ਤੋਂ ਹਫ਼ਤੇ ਬਾਅਦ ਸਾਡਾ ਪੈਸਾ ਰੋਟੇਸ਼ਨ ਦੇ ਵਿੱਚ ਆਉਣਾ ਸ਼ੁਰੂ ਹੋ ਜਾਏ। ਸੋ ਵਾਈਟ ਲੇਬਲਿੰਗ, ਥਰਡ ਪਾਰਟੀ ਮੈਨੂਫੈਕਚਰਿੰਗ ਵੀ ਇੱਕ ਮਾਰਕੀਟਿੰਗ ਕੰਸੈਪਟ ਆ। ਮੇਰਾ ਮੰਨਣਾ ਗਾ ਵੀ ਜੇ ਤੁਸੀਂ ਪ੍ਰੋਸੈਸਿੰਗ ਯੂਨਿਟ ਦੇ ਅੰਦਰ ਜਾ ਰਹੇ ਹੋ, ਅੱਛੇ ਪ੍ਰੋਸੈਸਿੰਗ ਯੂਨਿਟ ਦੇ ਅੰਦਰ ਜਾ ਰਹੇ ਹੋ, ਕੋਸ਼ਿਸ਼ ਕਰੋ ਵੀ ਪਹਿਲੇ 5 ਸਾਲ ਥਰਡ ਪਾਰਟੀ ਮੈਨੂਫੈਕਚਰਿੰਗ ਤੇ ਵਾਈਟ ਲੇਬਲਿੰਗ ਦੇ ਵਿੱਚ ਤੁਸੀਂ ਕੰਮ ਕਰੋ, ਰੈਦਰ ਦੈਨ ਗੋਇੰਗ ਡਾਇਰੈਕਟ ਮਾਰਕੀਟਿੰਗ ਦੇ ਵਿੱਚ ਜਾਓ। ਕਿਉਂਕਿ ਡਾਇਰੈਕਟ ਮਾਰਕੀਟਿੰਗ ਲਈ ਜਦੋਂ ਅਸੀਂ ਡਿਸਟ੍ਰੀਬਿਊਸ਼ਨ ਨੈਟਵਰਕ ਲਈ ਜਾਂਦੇ ਹਾਂ, ਸਾਡੇ ਕੋਲ
ਟੀਮ ਬਹੁਤ ਵੱਡੀ ਚਾਹੀਦੀ ਹੈ। ਟੀਮ ਦੇ ਨਾਲ ਨਾਲ ਜਿਹੜਾ ਹੈਗਾ ਸਾਡੇ ਐਕਸਪੈਂਡੀਚਰ ਬਹੁਤ ਜ਼ਿਆਦਾ ਉਸ ਤਰੀਕੇ ਦੇ ਐਕਸੈਸ ਦੇ ਵਿੱਚ ਹੋ ਜਾਂਦੇ ਨੇ। ਜਦੋਂ ਅਸੀਂ ਥਰਡ ਪਾਰਟੀ ਮੈਨੂਫੈਕਚਰਿੰਗ ਦੇ ਵਿੱਚ ਜਾਂ ਵਾਈਟ ਲੇਬਲਿੰਗ ਦੇ ਵਿੱਚ ਜਾਂਦੇ ਹਾਂ, ਸਾਡੇ ਬਹੁਤ ਜ਼ਿਆਦਾ ਜਿਹੜੇ ਐਕਸਪੈਂਡੀਚਰ ਨੇ ਉਹ ਬਹੁਤ ਘੱਟ ਜਾਂਦੇ ਨੇ, ਤੇ ਉਹਦੇ ਵਿੱਚ ਤੁਹਾਡਾ ਇਨਕਮ ਰੋਟੇਸ਼ਨ, ਫਾਈਨੈਂਸ਼ੀਅਲ ਰੋਟੇਸ਼ਨ ਜਿਹੜਾ ਹੈਗਾ ਬਹੁਤ ਅੱਛੇ ਤਰੀਕੇ ਨਾਲ ਚੱਲ ਸਕਦਾ ਹੈਗਾ। ਤੁਸੀਂ ਆਪਣੇ ਵੈਂਡਰਸ ਦੀ ਪੇਮੈਂਟ ਜਿਹੜੀ ਹੈ ਉਹ ਟਾਈਮਲੀ ਕਰ ਸਕਦੇ ਹੋ, ਫਾਰਮਰਸ ਦੀ ਪੇਮੈਂਟ ਜਿਹੜੀ ਉਹ ਟਾਈਮਲੀ ਕਰ ਸਕਦੇ ਹੋ। ਜਦੋਂ 5 ਸਾਲ ਦਾ ਤੁਹਾਡਾ ਵਾਈਟ ਲੇਬਲਿੰਗ ਦਾ ਜਾਂ ਥਰਡ ਪਾਰਟੀ ਮੈਨੂਫੈਕਚਰਿੰਗ ਦਾ ਟਾਰਗੇਟ ਸਿਸਟਮ ਪੂਰਾ ਹੋ ਗਿਆ, 5% ਤੁਸੀਂ ਆਪਣੇ ਬ੍ਰਾਂਡ ਬਿਲਡਅਪ ਕਰਕੇ ਤੇ ਆਪਣੇ ਬ੍ਰਾਂਡ ਦੇ ਵਿੱਚ ਜਿਹੜਾ ਹੈਗਾ ਉਹਨੂੰ ਮਾਰਕੀਟਿੰਗ ਕਰੋ। ਉਸ ਤੋਂ ਬਾਅਦ ਅਗਲੇ ਸਾਲ ਫਿਰ ਉਹਨੂੰ 10% ਤੇ ਲੈ ਕੇ ਜਾਓ, ਉਸ ਤੋਂ ਬਾਅਦ ਫਿਰ ਉਹਨੂੰ 15% ਤੇ ਲੈ ਕੇ ਜਾਓ, ਵੀ ਤੁਹਾਡਾ ਯੂਨਿਟ ਸਰਵਾਈਵ ਕਰੇ। ਜਿਹੜਾ ਤੁਸੀਂ ਮਾਰਜਨ ਜਿਹੜਾ ਤੁਹਾਡਾ ਨਿਕਲ ਕੇ ਆ ਰਿਹਾ, ਸਿਰਫ ਉਨੀ ਕੁ ਪੂੰਜੀ ਨੂੰ ਤੁਸੀਂ ਆਪਣੇ ਬ੍ਰਾਂਡ ਦੇ ਵਿੱਚ ਮਾਰਕੀਟਿੰਗ ਵਾਸਤੇ ਕਰੋ। ਸੋ ਸਭ ਤੋਂ ਪਹਿਲਾਂ ਇੱਕ ਆਹ ਕਨਸੈਪਟ ਆ। ਦੂਜਾ ਨੰਬਰ ਡਿਸਟ੍ਰੀਬਿਊਸ਼ਨ ਨੈਟਵਰਕ ਸਰ। ਸਭ ਤੋਂ ਪਹਿਲਾਂ ਤੇ ਆਪਣਾ ਥਰਡ ਪਾਰਟੀ ਮੈਨੂਫੈਕਚਰਿੰਗ ਦਾ ਹੋ ਗਿਆ। ਦੂਜਾ ਡਿਸਟ੍ਰੀਬਿਊਸ਼ਨ ਨੈਟਵਰਕ ਆਪਣਾ ਸੁਪਰ ਸਟਾਕਿਸ ਬਣਾ ਕੇ ਤੇ ਆਪਣਾ ਰਿਟੇਲ ਨੈਟਵਰਕ ਦੇ ਵਿੱਚ ਅਸੀਂ ਅੱਜ ਦੀ ਤਰੀਕ ਦੇ ਵਿੱਚ ਗੱਲ ਕਰੀਏ ਤੇ ਅਸੀਂ ਬਾਜਵਾ ਫੂਡਸ ਬ੍ਰਾਂਡ ਬਣਾਇਆਗਾ। ਇੱਕ ਨਾਲ ਜਿਹੜਾ ਹੈਗਾ ਬ੍ਰਾਂਡ ਅਸੀਂ ਹੋਰ ਰਜਿਸਟਰ ਕਰਵਾਇਆਗਾ ਹਾਰਵੈਸਟਰ ਸਿੰਘ ਦੇ ਨਾਂ ਤੋਂ। ਜਲਦੀ ਹੀ ਉਹਨੂੰ ਵੀ ਜਿਹੜਾ ਹੈਗਾ ਅਸੀਂ ਰਿਟੇਲ ਮਾਰਕੀਟ ਦੇ ਅੰਦਰ ਐਜ਼ ਐਨ ਰਿਟੋਰਟੇਬਲ ਪਾਊਚਸ ਦੇ ਵਿੱਚ, ਰੈਡੀ ਟੂ ਈਟ ਦੇ ਵਿੱਚ ਤੇ ਪਿਕਲਸ ਦੇ ਵਿੱਚ ਅਸੀਂ ਲਾਂਚ ਕਰਨ ਜਾ ਰਹੇ ਹਾਂ ਵਿਦ ਇਨ ਕਮਿੰਗ ਈਅਰ। ਉਹਦਾ ਸਾਰੀ ਰਜਿਸਟ੍ਰੇਸ਼ਨਸ ਵਗੈਰਾ ਹੋ ਗਈਆਂ ਨੇ ਆਨਲਾਈਨ ਮਾਰਕੀਟਿੰਗ ਦੇ ਅੰਦਰ। ਇਹਦੇ ਨਾਲ ਨਾਲ ਜਿਹੜਾ ਹੈਗਾ ਇਹ ਜਿਹੜੀਆਂ ਚੀਜ਼ਾਂ ਨੇ ਇਹਦੇ ਵਿੱਚ ਅਸੀਂ ਜਿਹੜਾ ਹੈਗਾ ਕੰਮ ਕਰ ਰਹੇ ਹਾਂ। ਬਾਕੀ ਮੈਂ ਚਾਹਾਂਗਾ ਤੁਸੀਂ ਆਪਣੇ ਜਿਹੜੇ ਨੇ ਉਹ ਸਵਾਲ ਕਰੋ, ਕਿਉਂਕਿ ਮੈਂ ਸਮਝਦਾ ਕਿ ਮੈਂ ਹਰ ਰੋਜ਼ ਕੁਛ ਨਾ ਕੁਛ ਸਿੱਖਦਾ ਗਾ। ਮਤਲਬ ਤੁਸੀਂ ਸਾਰੇ ਮੇਰੇ ਤੋਂ ਬਹੁਤ ਵੱਡੇ ਵੀ ਹੋ ਤੇ ਆਪਣਾ ਤਜਰਬਾ ਜਿਹੜਾ ਹੈਗਾ ਮੈਂ ਪ੍ਰੈਕਟੀਕਲੀ ਹੈਂਡਸ ਔਨ ਜਿਹੜਾ ਹੈਗਾ ਐਕਸਪੀਰੀਅੰਸ ਆਪਣੇ ਪਿਤਾ ਜੀ ਦੇ ਨਾਲ ਤੇ ਐਜੂਕੇਸ਼ਨ ਦੇ ਅੰਦਰ ਜਿਹੜਾ ਹੈਗਾ ਆਪਣਾ ਐਜੂਕੇਸ਼ਨ, ਐਗਰੀਕਲਚਰ ਤੇ ਸਾਰੀਆਂ ਚੀਜ਼ਾਂ ਨੂੰ ਕੰਪਲੈਕਸ ਕਰਕੇ ਇੱਕ ਸਾਰੀਆਂ ਚੀਜ਼ਾਂ ਦਾ ਬਲੈਂਡ ਆ। ਮਤਲਬ ਇੱਕ ਪਿੰਡ ਦੇ ਵਿੱਚ ਰਹਿ ਕੇ ਸਾਨੂੰ ਇੱਕ ਤਜਰਬੇ ਆ ਜਾਂਦੇ ਆ ਕੰਮ ਕਰਾਉਣ ਦੇ, ਹਨਾ। ਉਸ ਤੋਂ ਬਾਅਦ ਜਦੋਂ ਅਸੀਂ ਪੜ੍ਹਾਈ ਹੁੰਦੀ ਹੈ, ਪੜ੍ਹਾਈ ਇੱਕ ਦਿਮਾਗ ਦੇ ਵਿੱਚ ਜਿਹੜਾ ਪੰਜਾਬੀ ਬੰਦਾ ਹੁੰਦਾ ਹੈਗਾ, ਪੰਜਾਬੀ ਬੰਦੇ ਦੇ ਅੰਦਰ ਬਹੁਤ ਪੋਟੈਂਸ਼ੀਅਲ ਹੁੰਦਾ ਹੈ ਹਰ ਇੱਕ ਚੀਜ਼ ਨੂੰ ਗ੍ਰੈਬ ਕਰਨ ਦਾ, ਸਿੱਖਣ ਦਾ, ਕਰਨ ਦਾ। ਤੇ ਮੇਰਾ ਸਿਰਫ ਇੱਕੋ ਹੀ ਮੰਨਣਾ ਗਾ ਵੀ ਆਪਾਂ ਇੰਡੀਆ ਦੇ ਅੰਦਰ ਪਿੰਡਾਂ ਦੇ ਵਿੱਚ ਬਹੁਤ ਸਾਰਾ ਪੋਟੈਂਸ਼ੀਅਲ ਆ। ਅੱਜ ਦੀ ਤਰੀਕ ਦੇ ਵਿੱਚ ਗੱਲ ਕਰੀਏ ਤੇ ਤਕਰੀਬਨ ਅਸੀਂ ਡਬਲ ਡਿਜਿਟ ਟਰਨਓਵਰ ਦੇ ਵਿੱਚ ਕੰਮ ਕਰ ਰਹੇ ਹਾਂ ਤੇ ਮਹਾਰਾਜ ਦੀ ਕਿਰਪਾ ਦੇ ਨਾਲ 2027 ਤੱਕ ਅਸੀਂ ਟ੍ਰਿਪਲ ਡਿਜਿਟ ਟਰਨਓਵਰ ਦੇ ਵਿੱਚ ਵੀ ਪਹੁੰਚ ਜਾਵਾਂਗੇ। ਸਿਰਫ ਆਇਆ ਦ੍ਰਿੜ ਨਿਸ਼ਚੈ ਹੈਗਾ। ਦੂਜਾ ਨੰਬਰ, ਜਦੋਂ ਫਾਰਮ ਦੇ ਉੱਤੇ ਜਦੋਂ ਅਸੀਂ ਸਵੇਰੇ ਜਾਈਦਾ ਗਾ, ਪਿੰਡ ਦੇ ਵਿੱਚ ਹੀ ਰਹਿੰਦੇ ਹਾਂ ਤੇ ਪਿੰਡ ਦੇ ਵਿੱਚ ਹੀ ਆਪਣੇ ਫਾਰਮ ਹੈਗਾ ਗਾ, ਤੇ 8 ਵਜੇ ਜਦੋਂ ਪਿੰਡ ਦੇ ਲੋਕ ਕੰਮ ਕਰਨ ਵਾਸਤੇ ਆਉਂਦੇ ਨੇ ਤੇ ਉਹਨਾਂ ਨੂੰ ਵੇਖ ਕੇ ਜਿਹੜਾ 100 ਟੈਨਸ਼ਨਾਂ ਹੁੰਦੀਆਂ ਨੇ ਉਹ ਖਤਮ ਹੋ ਜਾਂਦੀਆਂ ਨੇ। ਤੇ ਤਕਰੀਬਨ ਮਹਾਰਾਜ ਦੀ ਕਿਰਪਾ ਦੇ ਨਾਲ 300-400 ਜਿਹੜੇ ਜਿਹਦੇ ਵਿੱਚ 200-250 ਲੇਡੀਜ਼ ਜਿਹੜੀਆਂ ਨੇ ਉਹ ਕੰਮ ਕਰਦੇ ਆ, 100-150 ਜਿਹੜੇ ਨੇ ਬੰਦੇ ਕੰਮ ਕਰਦੇ ਆ ਜਦੋਂ ਸੀਜ਼ਨ ਟਾਈਮ ਪੀਰੀਅਡ ਹੁੰਦਾ ਹੈਗਾ। ਸੋ 300 ਤੋਂ 400 EMPLOYEES ਨੂੰ ਜਿਹੜੀ employment ਜਨਰੇਸ਼ਨ ਕਰ ਰਹੇ, ਵੂਮਨ ਐਮਪਾਵਰਮੈਂਟ ਕਰ ਰਹੇ। ਸੋ ਇੱਕ ਤਰੀਕੇ ਦਾ ਕੰਸੈਪਟ ਆ। ਸੋ ਦੂਜਾ ਮੈਂ ਤੁਹਾਨੂੰ ਇੱਕ ਆਪਣਾ ਥੋੜਾ ਜਿਹਾ ਬਰਾਊਸ਼ਰ ਦਿਖਾ ਦੇਣਾ ਗਾ। ਹਾਂਜੀ, ਸਕਰੀਨ ਸ਼ੇਅਰ ਕਰ ਦਿਓ। ਜੀ। ਸੋ ਇਹ ਸਾਡੇ ਸਕਰੀਨ ਦੇਖ ਰਹੀ ਹੈ ਜੀ। ਹਾਂਜੀ ਹਾਂਜੀ। ਸੋ ਇਹ ਸਾਡੇ ਬਾਜਵਾ ਫੂਡ ਦਾ ਬਰਾਊਸ਼ਰ ਹੈ ਜੀ। ਤਕਰੀਬਨ 25 ਸਾਲ ਤੋਂ ਅਸੀਂ 25-27 ਇਸ ਵਾਰੀ ਆਪਣਾ 27ਵਾਂ ਸਾਲ ਚੱਲ ਰਿਹਾ ਹੈਗਾ। ਤੇ ਸਾਡਾ ਮੇਨ ਜਿਹੜੇ ਟੈਗ ਲਾਈਨ ਹੈ ਫਰੋਮ ਅ ਫਾਰਮਰ ਫॉर द ਫਾਰਮਰਸ, ਵੀ ਅਸੀਂ ਐਜ਼ ਅ ਫਾਰਮਰ ਜਿਹੜੀ ਚੀਜ਼ਾਂ ਨੂੰ ਸਮਝ ਕੇ ਜੋ ਦਿੱਕਤਾਂ ਪਰੇਸ਼ਾਨੀਆਂ ਆਪਣਾ ਪ੍ਰੋਡਿਊਸ ਦਾ ਰੇਟ ਆ ਉਹ ਅਸੀਂ ਫਾਰਮਰ ਦੇ ਨਾਤੇ ਉਸ ਚੀਜ਼ਾਂ ਨੂੰ ਸਮਝ ਕੇ ਫਾਰਮਰਸ ਲਈ ਕਰ ਰਹੇ ਹਾਂ। ਤੇ ਜੋ ਦਿੱਕਤ ਪਰੇਸ਼ਾਨੀ ਐਜ਼ ਅ ਫਾਰਮਰ ਸਾਨੂੰ ਆਉਂਦੀ ਉਹ ਦੂਜੇ ਫਾਰਮਰਸ ਨੂੰ ਨਾ ਆਵੇ। ਸੋ ਬੇਸਿਕਲੀ ਮੇਰੇ ਫਾਦਰ ਸਾਹਿਬ ਨੇ ਸਰਦਾਰ ਹਰਪਾਲ ਸਿੰਘ ਬਾਜਵਾ, ਉਹਨਾਂ ਦੀ ਮਿਹਨਤ ਦੇ ਸਾਹਮਣੇ ਸਿਰਫ ਇੱਕੋ ਹੀ ਚੀਜ਼ ਆ ਵੀ ਐਜੂਕੇਸ਼ਨ ਇਜ਼ ਨਾਟ ਇੰਪੋਰਟੈਂਟ। ਮਤਲਬ ਉਹ ਸਿਰਫ ਔਰ ਸਿਰਫ ਮੈਟ੍ਰਿਕ ਪਾਸ ਨੇ, ਸਿਰਫ ਮਿਹਨਤ ਦੀ ਬਦੌਲਤ ਤੇ ਉਹਨਾਂ ਨੇ ਇੰਨਾ ਵੱਡਾ ਜਿਹੜਾ ਐਮਪਾਇਰ ਇੱਕ ਖੜਾ ਕੀਤਾ ਗਾ। ਤੇ ਪਰਿਵਾਰ ਦਾ ਸਾਥ, ਇਹ ਬਹੁਤ ਵੱਡੀ ਚੀਜ਼ ਹੈ ਜੀ। ਜੇ ਪਰਿਵਾਰ ਦਾ ਸਾਥ, ਮਿਹਨਤ ਦੇ ਨਾਲ ਨਾਲ ਪਰਿਵਾਰ ਦਾ ਸਾਥ ਹੋਵੇ ਨਾ ਤੇ ਬਹੁਤ ਬੰਦਾ ਮਿਹਨਤ ਤਰੱਕੀ ਜਿਹੜਾ ਗਾ ਉਹ ਕਰ ਸਕਦਾ ਗਾ। ਸੋ ਬੇਸਿਕਲੀ 2000 ਅੱਜ ਤੋਂ 2 ਸਾਲ ਪਹਿਲਾਂ ਕੋਵਿਡ ਦੇ ਵਿੱਚ ਅਸੀਂ ਸਾਡੀ ਸੋਚ ਆ ਸੀਗੀ ਡਾਕਟਰ ਜਸਵਿੰਦਰ ਭੱਲਾ ਨੂੰ ਐਜ਼ ਅ ਬ੍ਰਾਂਡ ਐਂਬੈਸਡਰ ਲੈਣ ਦੀ, ਵੀ ਜੇ ਪੰਜਾਬ ਦੇ ਵਿੱਚ ਬੈਠਾ ਬੰਦਾ ਮਤਲਬ
ਦਿੱਲੀ ਬੰਬੇ ਦੇ ਵਿੱਚ ਬੈਠਾ ਬੰਦਾ ਸਾਡੇ ਕੋਲ ਮਾਲ ਲੈ ਕੇ ਤੇ ਪੰਜਾਬ ਦੇ ਵਿੱਚ ਵੇਚ ਸਕਦਾ ਹੈਗਾ, ਤੇ ਅਸੀਂ ਫਿਰ ਪੰਜਾਬ ਦੇ ਨੇੜੇ ਬੈਠੇ ਹਾਂ। ਬਿਲਕੁਲ ਠੀਕ ਹੈ ਜੀ। ਤੇ ਡਾਕਟਰ ਜਸਵਿੰਦਰ ਭੱਲਾ ਦੀ ਇੱਕ ਐਸੀ ਫੇਸ ਵੈਲਿਊ ਗਈ ਜਿਹੜੀ ਹਰ ਪਰਿਵਾਰ ਦੇ ਵਿੱਚ, ਹਰ ਜਿਹੜਾ ਹੈਗਾ ਨੋਨ ਪੰਜਾਬੀ ਵੀ ਉਹਨਾਂ ਨੂੰ ਜਾਣਦਾ ਹੈਗਾ। ਸੋ ਇਸ ਕਰਕੇ ਅਸੀਂ ਉਹਨਾਂ ਨੂੰ ਆਪਣਾ ਬ੍ਰਾਂਡ ਐਂਬੈਸਡਰ ਲਿਆ। ਤੇ ਇਹ ਸਾਡਾ ਜਿਹੜਾ ਹੈਗਾ ਮਸ਼ਰੂਮ ਦੇ ਵਿੱਚ ਜੇ ਗੱਲ ਕਰੀਏ ਜਾਂ ਆਲ ਸਾਰੀ ਕੋਮੋਡਿਟੀਜ਼ ਦੀ ਗੱਲ ਕਰੀਏ, ਤੇ ਤਕਰੀਬਨ ਅਸੀਂ 1 ਲੱਖ ਕਾਰਟਨ ਜਿਹੜਾ ਹੈਗਾ ਪ੍ਰੋਸੈਸ ਕਰਨੇ ਆ, ਜਿਹਦੇ ਵਿੱਚ ਟੋਮੈਟੋ ਪਿਊਰੀ ਕੀ, ਸਰੋਂ ਦਾ ਸਾਗ ਆ, ਰੈਡ ਚੈਰੀ ਹੈ, ਸੋਇਆ ਚਾਪ ਆ, ਸਵੀਟ ਕੌਰਨ ਆ, ਸਪਿਨਚ ਪਿਊਰੀ ਹੈ, ਬੇਬੀ ਕੌਰਨ ਆ, ਇੱਦਾਂ ਦੀਆਂ ਜਿਹੜੀ ਕੋਮੋਡਿਟੀਜ਼ ਅਸੀਂ ਕਰ ਰਹੇ ਹਾਂ। ਇਹਦੇ ਨਾਲ ਜਿਹੜਾ ਹੈਗਾ ਅਸੀਂ ਪ੍ਰਾਈਵੇਟ ਲੇਬਲਿੰਗ ਕਰ ਰਹੇ ਹਾਂ, ਵੀ ਹਰ ਇੱਕ ਤਰੀਕੇ ਤੋਂ ਆਪਣੇ ਕੰਮ ਕਰਨ ਦੇ ਜਿਹੜੇ ਸਕੋਪ ਨੇ ਅਸੀਂ ਉਹ ਖੁੱਲੇ ਰੱਖੇ ਹੋਏ ਆ, ਜਿਹਦੇ ਨਾਲ ਜਿਹੜਾ ਹੈਗਾ ਕੰਮ ਮਿਲਣਾ ਚਾਹੀਦਾ ਹੈਗਾ। ਭਾਵੇਂ 1 ਰੁਪਈਆ ਕਮਾਈਏ, ਭਾਵੇਂ 5 ਰੁਪਏ ਕਮਾਏ, ਜੇ ਮੰਨ ਕੇ ਚਲੋ ਅਸੀਂ ਆਪਣੇ ਬ੍ਰਾਂਡ ਦੇ ਵਿੱਚ ਜਾਂਦੇ ਹਾਂ, ਠੀਕ ਹੈ, ਮਾਰਜਨ ਤੁਹਾਨੂੰ 10% ਮਿਲ ਸਕਦੇ ਨੇ, 12% ਮਿਲ ਸਕਦੇ ਨੇ, ਪਰ ਬਿਜ਼ਨਸ ਤੁਹਾਨੂੰ ਉੱਥੇ ਘੱਟ ਮਿਲੂਗਾ। ਪਰ ਜੇ ਤੁਸੀਂ ਥਰਡ ਪਾਰਟੀ ਮੈਨੂਫੈਕਚਰਿੰਗ ਵਾਈਟ ਲੇਬਲਿੰਗ ਦੇ ਵਿੱਚ ਜਾ ਰਹੇ ਹੋ, ਤੁਹਾਨੂੰ ਬਿਜ਼ਨਸ ਜਿਹੜਾ ਹੈਗਾ ਜ਼ਿਆਦਾ ਮਿਲੇਗਾ, ਮਾਰਜਨਸ ਘੱਟ ਮਿਲਣਗੇ, ਤੇ ਘੱਟ ਮਾਰਜਨਸ ਦੇ ਵਿੱਚ ਵੀ ਤੁਸੀਂ ਜ਼ਿਆਦਾ ਕਮਾ ਸਕਦੇ ਹੋ, ਐਸੀ ਗੱਲ ਨਹੀਂ। ਇਹਦੇ ਨਾਲ ਜਿਹੜਾ ਹੈਗਾ ਇਹ ਸਾਡੇ ਜਿਹੜੇ ਬ੍ਰਾਂਡਸ ਨੇ ਜਿਨ੍ਹਾਂ ਦੇ ਨਾਲ ਅਸੀਂ ਕੰਮ ਕਰ ਰਹੇ ਹਾਂ, ਤੇ ਸਾਰੇ ਪਪੂਲਰ ਬ੍ਰਾਂਡਸ ਨੇ। ਸੋ ਤੇ ਜਦੋਂ ਇਹਨਾਂ ਦੇ ਨਾਲ ਇੱਕ ਆਪਣਾ ਨਾਮ ਉਹਨਾਂ ਦੇ ਬਰਾਊਸ਼ਰ ਤੇ ਹੋਣਾ, ਤੇ ਇੱਕ ਉਹਨਾਂ ਦਾ ਨਾਮ ਸਾਡੇ ਬਰਾਊਸ਼ਰ ਤੇ ਹੋਣਾ, ਇਹ ਬਹੁਤ ਵੱਡੀ ਗੱਲ ਹੈ ਜੀ। ਤੇ ਹੌਲੀ ਹੌਲੀ ਇਸ ਤਰੀਕੇ ਦੇ ਨਾਲ ਅਸੀਂ ਜਿਹੜਾ ਹੈਗਾ ਕੰਮ ਨੂੰ ਕਰ ਰਹੇ ਹਾਂ। ਸੋ ਇਹ ਸਾਰਾ 1994 ਤੋਂ ਲੈ ਕੇ ਅੱਜ 2023 ਤੱਕ ਇਹ ਸਾਡੇ ਪਰਿਵਾਰ ਦੀ ਸਾਂਝੀ ਮਿਹਨਤ ਆ, ਜਿਹਦਾ ਇੱਕ ਜਿਹੜਾ ਰਿਜ਼ਲਟਸ ਤੁਸੀਂ ਸਾਰਿਆਂ ਨੇ, ਮੈਂ ਤੁਹਾਨੂੰ ਦੱਸਿਆ ਤੇ ਤੁਸੀਂ ਸਾਰਿਆਂ ਨੇ ਦੇਖਿਆ। ਤੇ ਅਸੀਂ ਸੀਡ ਟੂ ਪਲੇਟ ਕੰਮ ਕਰ ਰਹੇ ਹਾਂ, ਵੀ ਸੀਡ ਤੋਂ ਲੈ ਕੇ ਪਲੇਟ ਤੱਕ ਜਾਣ ਤੱਕ ਜਿੰਨੀ ਵੀ ਸਾਰੀਆਂ ਪ੍ਰੋਬਲਮਸ ਨੇ, ਅਗਰ ਉਹ ਸਾਡੇ ਕੋਲ ਆਉਂਦੀਆਂ ਨੇ, ਅਸੀਂ ਉਹਨੂੰ ਰਿਜ਼ੋਲਵ ਕਰਨ ਦੀ ਕੋਸ਼ਿਸ਼ ਕਰੀਦੀ ਕਿ ਉਹਨੂੰ ਜਿਹੜਾ ਹੈਗਾ ਕਰਨ ਦੀ ਕੋਸ਼ਿਸ਼ ਕਰੀਦੀ। ਬਾਕੀ ਤੁਸੀਂ ਆਪਣੇ ਸਵਾਲ ਜਿਹੜੇ ਨੂੰ ਕਰੋ, ਗੱਲਬਾਤ ਜਿਹੜੇ ਅਮਰਿਤਪਾਲ ਜੀ, ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਸੀਡ ਤੋਂ ਲੈ ਕੇ ਸਾਰਾ ਜਿਹੜਾ ਹੈਗਾ ਪਲੇਟ ਤੱਕ ਦਾ, ਤੁਸੀਂ 4 ਸਟੇਜਾਂ ਆਪਦੀ ਲਾਈਫ 'ਚ ਪੈਰਲਲ ਹੰਡਾਈਆਂ। ਇੱਕ ਪਾਸੇ ਸਟੱਡੀ ਚੱਲ ਰਹੀ ਹੈ, ਇੱਕ ਪਾਸੇ ਫਾਦਰ ਖੇਤਾਂ 'ਚ ਲੱਗੇ ਹੋਏ ਨੇ ਖੇਤੀ ਕਰਨ, ਉਸ ਤੋਂ ਬਾਅਦ ਤੁਸੀਂ ਖੰਭਾਂ ਦਾ ਜਿਹੜਾ ਕਾਰੋਬਾਰ ਇੱਕ ਪ੍ਰੋਸੈਸ ਵਾਲੇ ਪਾਸੇ, ਤੇ ਚੌਥਾ ਨਾਲ ਮਾਰਕੀਟਿੰਗ ਦਾ। ਚਾਰਾਂ ਨੂੰ ਪੈਰਲਲ ਲੈ ਕੇ ਇੱਕ ਕਿਸਾਨ ਲਈ, ਆਮ ਬੰਦੇ ਲਈ ਬਹੁਤ ਔਖਾ ਹੈ ਚਾਰੇ ਪਲੇਟਫਾਰਮਾਂ ਤੇ ਪੈਰਲਲ ਲੈ ਕੇ ਬੈਲੈਂਸ ਰੱਖ ਕੇ ਚੱਲਣਾ। ਕਿਤੇ ਉਹ ਫੇਲ ਹੋ ਜਾਂਦੀ ਹੈ, ਕਿਤੇ ਸਕਸੈਸ ਹੋ ਜਾਂਦਾ ਹੈ। ਇਹਦੇ 'ਚ ਸਭ ਤੋਂ ਔਖਾ ਤੁਹਾਨੂੰ ਇਹਨਾਂ ਚਾਰਾਂ 'ਚੋਂ ਕਿਹੜਾ ਕੰਮ ਲੱਗਿਆ, ਤੇ ਇਹਨਾਂ 'ਚ ਬੈਲੈਂਸ ਬਣਾਉਣ ਦੇ ਵਿੱਚ ਕਿਹੜੀ ਕਲਾ ਫਿਰ ਜਿਹੜੀ ਹੈਗੀ ਹੈ ਜਿਹਦੇ ਨਾਲ ਹਰ ਬੰਦਾ ਕਾਮਯਾਬ ਹੋ ਸਕਦਾ? ਸਰ ਇਹਦੇ ਵਿੱਚ ਨਾ ਬੜਾ ਸਿੰਪਲ ਜਿਹਾ ਕੰਸੈਪਟ ਆ, ਕਦੀ ਵੀ ਨਾ ਆਪਣੇ ਆਪ ਨੂੰ ਫ੍ਰੀ ਨਹੀਂ ਰੱਖਿਆ। ਫ੍ਰੀ ਹੋਣ ਦਾ ਮਤਲਬ ਆਗਾ ਸਰ, ਵੀ ਮੰਨ ਕੇ ਚਲੋ ਵੀ ਜਿੱਦਾਂ ਹਫਤੇ ਦੇ ਅੰਦਰ 7 ਦਿਨ ਨੇ, 7 ਦਿਨ ਦੇ ਵਿੱਚ ਨਾਰਮਲੀ ਸੈਟਰਡੇ ਸੰਡੇ ਜਿਹੜਾ ਹੈਗਾ ਕਾਲਜ ਤੋਂ ਆਫ ਹੁੰਦਾ ਹੈਗਾ, ਤੇ ਆਪਣਾ ਕੋਸ਼ਿਸ਼ ਕਰਕੇ ਜਿੱਦਾਂ ਮੰਡੇ ਨੂੰ ਕਲਾਸਿਸ ਲਗਾਈਆਂ, ਟਿਊਜ਼ਡੇ ਨੂੰ ਲਗਾਈਆਂ, ਵੈਡਨਸਡੇ ਨੂੰ ਲਗਾ ਕੇ, ਤੇ ਥਰਸਡੇ ਫਰਾਈਡੇ ਆਫ ਕਰ ਲਿਆ। ਠੀਕ ਹੈ, ਕਿਉਂਕਿ ਨਾਰਮਲੀ ਜੇ ਗੱਲ ਕਰੀਏ ਤੇ ਫਰਲੋ ਜਿਹੜੀ ਉਹ ਚੱਲ ਜਾਂਦੀ ਗੀ ਕਾਲਜ ਦੇ ਵਿੱਚ ਜਾ ਕੇ, ਸਕੂਲ ਟਾਈਮ ਤੇ ਨਹੀਂ ਚੱਲਦੀ, ਤੇ ਕਾਲਜ ਟਾਈਮ ਤੇ ਜਿਹੜੀ ਜਾ ਕੇ ਚੱਲ ਜਾਂਦੀ ਹੈ। ਤੇ ਜੇ ਅਸੀਂ ਮਿਹਨਤ ਕਰਨ ਵਾਸਤੇ ਜਾਂ ਆਪਣੇ ਘਰ ਦੇ ਕੰਮ ਵਾਸਤੇ ਜਾਂ ਆਪਣੇ ਬਿਜ਼ਨਸ ਵਾਸਤੇ ਫਰਲੋ ਮਾਰ ਰਹੇ ਹਾਂ, ਤੇ ਮੇਰੇ ਹਿਸਾਬ ਨਾਲ ਉਹ ਗਲਤ ਨਹੀਂ ਗੀ। ਠੀਕ ਹੈ ਜੀ, ਨਾਰਮਲੀ ਕਾਲਜ ਦੇ ਵਿੱਚ ਜਾ ਕੇ ਆਪਾਂ ਮਤਲਬ ਇੱਧਰ ਉੱਧਰ ਘੁੰਮਣ ਵੀ ਚਲੇ ਜਾਂਦੇ ਹਾਂ। ਸੋ ਟਾਰਗੇਟਡ ਆਈ ਹੁੰਦਾ ਸੀਗਾ ਸਰ, ਵੀ ਆਪਣਾ ਜਿਹੜਾ ਵੀਕਐਂਡਸ ਦੇ ਵਿੱਚ ਆਪਣੇ ਫਾਦਰ ਸਾਹਿਬ ਦੇ ਨਾਲ ਕੰਮ ਜਿਹੜਾ ਹੈਗਾ ਕਰਾਉਣਾ, ਤੇ ਪ੍ਰਾਇੋਰਟੀ ਆਪਣੇ ਕੰਮ ਨੂੰ ਦਿੱਤੀ ਗਈ ਸਰ, ਭਾਵੇਂ ਦਿਨ ਆ ਭਾਵੇਂ ਰਾਤ ਆ। ਤੇ ਜੇ ਕੰਮ ਸ਼ੁਰੂ ਕਰ ਦਿੱਤਾ ਤੇ ਉਹਨੂੰ ਮਤਲਬ ਸਿਰੇ ਲਾਉਣਾ ਹੈਗਾ। ਤੇ ਇੱਕ ਆਹ ਚੀਜ਼ ਸੀਗੀ। ਮਾਰਕੀਟਿੰਗ ਦੀ ਜੇ ਗੱਲ ਕਰੀਏ ਤੇ ਅਸੀਂ ਜਿੰਨੇ ਵੀ ਇਵੈਂਟਸ ਨੇ ਉਹ ਆਪ ਐਗਜ਼ੀਬਿਸ਼ਨਸ ਕਰੀਦੇ ਨੇ, ਇਵੈਂਟਸ ਆਪ ਕਰੀਦੇ ਨੇ। MBA ਦੇ ਵਿੱਚ ਜਿਹੜੀਆਂ ਨੇ ਬੜੀਆਂ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਸਿੱਖਣ ਨੂੰ ਮਿਲਦੀਆਂ ਨੇ, ਜਿਹੜਾ ਰੀਚ ਆਊਟ ਕਰਨ ਦਾ, ਲੋਕਾਂ ਤੱਕ ਪਹੁੰਚਣ ਦਾ ਤਰੀਕਾ ਜਿਹੜਾ ਹੈਗਾ ਉਹ ਅਸੀਂ ਆਪ ਵੀ ਸੋਸ਼ਲ ਮੀਡੀਆ ਨੈਟਵਰਕਿੰਗ ਦੇਖਦੇ ਹਾਂ, ਆਪਾਂ ਵੱਡੇ ਬ੍ਰਾਂਡਸ ਨੂੰ ਫੋਲੋ ਕਰੀਦਾ ਗਾ, ਇਹ ਦੇਖੀਦਾ ਗਾ ਵੀ ਉਹ ਕਿੱਦਾਂ ਮਾਰਕੀਟਿੰਗ ਕਰਦੇ ਨੇ, ਕਿੱਦਾਂ ਆਪਣੇ ਜਿਹੜਾ ਲੋਕਾਂ ਤੱਕ ਆਪਣੀ ਰੀਚ ਲੈ ਕੇ ਜਾਂਦੇ ਨੇ, ਆਪਣੇ ਕਸਟਮਰ ਤੱਕ ਆਪਣੀ ਰੀਚ ਲੈ ਕੇ ਜਾਂਦੇ ਨੇ। ਸੋ ਇਸ ਤਰੀਕੇ ਦੇ ਨਾਲ ਹਰ ਇੱਕ ਚੀਜ਼ ਨੂੰ ਗ੍ਰੈਬ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨੂੰ ਆਪਣੇ ਕੰਮ ਦੇ ਵਿੱਚ ਇੰਪਲੀਮੈਂਟ ਕਰਨ ਦੀ ਤੇ ਐਗਜ਼ੀਕਿਊਟ ਕਰਨ ਦੀ ਕੋਸ਼ਿਸ਼ ਕੀਤੀ। ਸੋ ਇਹ ਜਿਹੜਾ ਹੈਗਾ ਮਾਰਕੀਟਿੰਗ ਦਾ ਜਿਹੜਾ ਕੰਸੈਪਟ ਸੀਗਾ, ਤੇ ਇਹ ਸਾਰੀਆਂ ਚੀਜ਼ਾਂ ਦੇ ਨਾਲ ਜਿਹੜਾ ਹੈਗਾ ਅਸੀਂ ਮਤਲਬ ਅੱਗੇ ਜਿਹੜਾ ਹੈਗਾ ਕੰਮ ਕਰ ਰਹੇ ਹਾਂ।
ਹਾਂਜੀ, ਮੈਂ ਸਰੋਤਿਆਂ ਨੂੰ ਬੇਨਤੀ ਕਰੂੰਗਾ ਵੀ ਆਪਣੇ ਹੱਥ ਜਿਹੜੇ ਖੜੇ ਕਰਨ ਪਲੀਜ਼, ਜਿਹੜਾ ਹੈਗਾ ਆਪਾਂ ਕੁਐਸਚਨਾਂ ਦਾ ਸਿਲਸਿਲਾ ਸ਼ੁਰੂ ਕਰੀਏ। ਤੇ ਉਹਨੇ ਚਿਰ ਤੱਕ ਫਿਰ ਮੈਂ ਤੁਹਾਨੂੰ ਅਮਰਪਾਲ ਜੀ ਇੱਕ ਹੋਰ ਕੁਐਸਚਨ ਪੁੱਛੂੰਗਾ ਵੀ ਜਿਹੜਾ ਹੁਣ ਇੱਕ ਪਾਸੇ ਤਾਂ ਪੰਜਾਬ ਛੱਡ ਕੇ ਆਪਾਂ ਬੰਦੇ ਸਾਰੇ ਬਾਹਰ ਨੂੰ ਭੱਜ ਰਹੇ ਨੇ, ਤੁਸੀਂ ਜੀ ਜੀ ਇਹਦੋਂ ਜੀ ਉਲਟ ਤੁਸੀਂ ਕੀ ਕੀਤਾ, ਫਾਦਰ ਦੇ ਪੈਰ 'ਚ ਪੈਰ, ਇੱਕ ਘਰ ਵਾਲਾ ਕੰਮ ਆ ਜਿਹੜਾ ਜੱਦੀ ਪੁਸ਼ਤੀ ਜਿਹੜਾ ਕੰਮ ਆਪਾਂ ਉਹਨੂੰ ਚੁਣਿਆ, ਜਦ ਜੀ ਕਿ ਅੱਜ ਕੀ ਹੋ ਰਿਹਾ, ਦੂਜੇ ਦੀ ਥਾਲੀ 'ਚ ਲੱਡੂ ਵੱਡਾ ਦੇਖਿਆ ਜਾਂਦਾ ਵੀ ਆਪਦੀ ਚੀਜ਼ ਨੂੰ ਛੱਡ ਕੇ ਦੂਜੇ ਵੱਲ ਕਹਿੰਦੇ ਆਮਦਨ ਜ਼ਿਆਦੇ, ਉਹ ਆਪਦਾ ਜੱਦੀ ਪੁਸ਼ਤੀ ਜੀ ਜੀ ਕੰਮ ਛੱਡ ਕੇ ਬੱਚੇ ਦੂਜੇ ਪਾਸੇ ਜਾ ਰਹੇ ਆ। ਇਹਦੇ ਨਾਲ ਜੀ ਪਿਛਲਾ ਵੀ ਜੀ ਡਿਸਟਰਬ ਹੋ ਜਾਂਦਾ ਹੈ ਤੇ ਗਾਂਹ ਵਾਲੇ 'ਚ ਵੀ ਕਾਮਯਾਬੀ ਨਹੀਂ ਮਿਲਦੀ। ਜੀ ਤਾਂ ਜੀ ਜੀ ਇਹ ਫਿਰ ਤੁਹਾਡੇ ਮਨ 'ਚ ਕਿਵੇਂ ਆਈ ਗੱਲ? ਸਰ ਮੈਂ ਨਾ 2012 ਦੇ ਵਿੱਚ ਨਾ +2 ਕੀਤੀ। +2 ਕਰਨ ਤੋਂ ਬਾਅਦ ਆਈਲੈਟਸ ਕੀਤੀ। ਆਈਲੈਟਸ ਦੇ ਵਿੱਚ 2 ਦਿਨ ਕਲਾਸਿਸ ਮੈਂ ਲਾਈਆਂ ਜੀ, 2-3 ਦਿਨ। 3 ਦਿਨ ਲਾ ਕੇ ਆਪਾਂ ਮਨ ਦੇ ਵਿੱਚ ਆ ਗਿਆ, ਮੇਰੇ ਮਨ 'ਚ ਨਾ ਐਂ ਲੱਗਣ ਲੱਗ ਪਈ ਵੀ ਪਹਿਲੇ ਦਿਨ ਜਿੱਦਣ ਮੈਂ ਕਲਾਸ ਲਾਉਣ ਗਿਆ ਤੇ ਵੀ ਮੇਰੇ ਮਨ 'ਚ ਏਦਾਂ ਲੱਗਿਆ ਵੀ ਮੈਂ ਬਾਹਰ ਚਲਾ ਗਿਆ ਗਾ। ਤੇ ਮੇਰੇ ਦਿਮਾਗ ਦੇ ਵਿੱਚ ਆਹ ਚੀਜ਼ ਸੋਚ ਲੱਗੀ, ਯਾਰ ਜੇ ਮੈਂ ਬਾਹਰ ਤੁਰ ਗਿਆ, ਡੈਡੀ ਪਿੱਛੋਂ ਕੰਮ ਕਿਸ ਤਰ੍ਹਾਂ ਸੰਭਾਲਣਗੇ, ਕਰਨਗੇ, ਬੀਜੀਦਾਰ ਜੀ ਨੂੰ ਕੌਣ ਦੇਖੂਗਾ, ਹਨਾ। ਸੋਚ ਬੇਸਿਕਲੀ ਮਨ ਦੇ ਵਿੱਚ ਚੱਲਦੀ ਹੁੰਦੀ ਹੈ ਜੇ ਤੁਹਾਡਾ ਪਰਿਵਾਰ ਦੇ ਨਾਲ ਅਟੈਚਮੈਂਟ ਹੋਵੇ। ਤੇ ਮੈਂ ਤੀਜੇ ਦਿਨ ਜਿਹੜਾ ਨਾ ਕਲਾਸ ਲਾਉਣੀ ਛੱਡ ਦਿੱਤੀ। ਮੈਂ ਵੀ ਛੱਡ ਪਰਾਂ ਯਾਰ, ਜਿਹੜਾ ਬੰਦਾ ਜਿਹੜੀ ਪੜ੍ਹਾਈ ਮਾਂ ਪਿਓ ਤੋਂ ਲਾ ਲਓ, ਜਾਂ ਹਾਂ ਠੀਕ ਹੈ ਪੜ੍ਹਾਈ ਕਰਨੀ ਬਹੁਤ ਜ਼ਰੂਰੀ ਹੈ ਸਰ, ਪਰ ਪੜ੍ਹਾਈ ਹੀ ਸਭ ਕੁਝ ਨਹੀਂ ਗੀ, ਜਾਂ ਕਮਾਈ ਵੀ ਸਭ ਕੁਝ ਨਹੀਂ ਗੀ। ਜਿਹੜੀ ਕਮਾਈ ਤੇ ਪੜ੍ਹਾਈ ਤੁਹਾਨੂੰ ਮਾਂ ਪਿਓ ਤੋਂ ਦੂਰ ਕਰ ਦਿੰਦੀ ਨਾ ਸਰ, ਮੈਂ ਤੇ ਉਹਨੂੰ ਮਤਲਬ ਕੁਛ ਨਹੀਂ ਸਮਝਦਾ। ਸ਼ਾਇਦ ਕਿਸੇ ਦੀ ਆਈਡੀਓਲੋਜੀ ਸਿਸਟਮ ਜਿਹੜੀ ਕੁਝ ਹੋਰ ਹੋ ਸਕਦਾ ਗਾ, ਪਰ ਅੱਜ ਦੀ ਤਰੀਕ ਦੇ ਵਿੱਚ ਮਹਾਰਾਜ ਦੀ ਕਿਰਪਾ ਦੇ ਨਾਲ ਬੀਜੀਦਾਰ ਜੀ ਜਿਹੜੇ ਨੇ ਮੇਰੇ ਦਾਦਾ ਜੀ ਜਾਂ ਦਾਦੀ ਜੀ, ਅਗਰ ਉਹਨਾਂ ਦੀ 4-5 ਸਾਲ 10-10 ਸਾਲ ਚ ਜ਼ਿੰਦਗੀ ਵਧੀ ਏ, ਸ਼ਾਇਦ ਉਹ ਪੋਤਰੇ ਪੋਤਰੀਆਂ ਦਾ ਨਾਲ ਰਹਿਣ ਕਰਕੇ ਵੀ ਵਧੀ ਹੋਵੇ। ਮੈਂ ਤਾਂ ਇੱਕ ਚੀਜ਼ ਇਦਾਂ ਵੀ ਸੋਚਦਾ ਵਾ ਵੀ ਜਦੋਂ ਆਪਾਂ ਸਵੇਰੇ ਸ਼ਾਮ ਉਹਨਾਂ ਨੂੰ ਪੁੱਛਣ ਲੱਗ ਪੈਂਦੇ ਆ ਵੀ ਕਿਸ ਤਰ੍ਹਾਂ ਹੋਇਆ ਦਾਰ ਜੀ, ਕਿਸ ਤਰ੍ਹਾਂ ਹੋ, ਹਨਾ, ਉਹ ਇੱਕ ਚੀਜ਼, ਇੱਕ ਅਟੈਚਮੈਂਟ ਆ ਵੀ ਜੋ ਤੁਹਾਨੂੰ ਨਹੀਂ ਦੂਰ ਕਰਦੀ। ਜਦੋਂ ਦੂਜੀ ਗੱਲ, ਮੈਂ 2017 ਦੇ ਅੰਦਰ ਘੁੰਮਣ ਵਾਸਤੇ ਗਿਆ ਸੀਗਾ ਜੀ, ਆਪਣਾ ਸ਼ੈਨਗਨ ਤੇ ਯੂਰਪ ਦੇ ਅੰਦਰ, ਤੇ ਤਕਰੀਬਨ 15 ਤੋਂ 20 ਦਿਨ ਜਿਹੜਾ ਗਾ ਉਹ ਆਪਣਾ ਘੁੰਮ ਫਿਰ ਕੇ ਆਏ। ਤੇ ਬਸ ਇਹ ਲੱਗਦਾ ਸੀਗਾ ਵੀ ਆਪਣੀਆਂ ਅੱਖਾਂ ਜਿਹੜੀਆਂ ਨੇ ਨਾ, ਇੰਨੀਆਂ ਸੋਹਣੀਆਂ ਚੀਜ਼ਾਂ ਨੂੰ ਦੇਖਣ ਵਾਸਤੇ ਬਣੀਆਂ ਹੀ ਨਹੀਂ ਹੋਈਆਂ। ਮਤਲਬ ਜਦੋਂ ਤੁਸੀਂ ਆਪਣੇ ਪਿੰਡਾਂ ਚੋਂ ਨਿਕਲੇ ਹੋਈਏ, ਰੂੜੀਆਂ ਚੋਂ, ਸੱਥਾਂ ਚੋਂ ਨਿਕਲੀਏ, ਉਹ ਚੀਜ਼ਾਂ ਜਦੋਂ ਦੇਖੀਏ ਨਾ, ਬਹੁਤ ਜ਼ਿਆਦਾ ਆਰਗੇਨਾਈਜ਼ਡ ਨੇ। ਆਪਾਂ ਉੱਜੜ ਕੇ ਵਸਣ ਵਾਲਿਆਂ ਚੋਂ ਆ। ਸਮਝ ਰਹੇ ਹੋ ਵੀ ਹੁਣ ਪਾਕਿਸਤਾਨ ਚ ਜਿਹੜੇ ਇੱਧਰ ਆ ਕੇ ਵਸੇ ਆ, ਹਨਾ, ਹੁਣ ਫਿਰ ਉੱਜੜਨ, ਹੁਣ ਜੇ ਇੱਧਰੋਂ ਜਾ ਕੇ ਤੇ ਬਾਹਰ ਜਾ ਕੇ ਵਸਣਾ ਹੈਗਾ ਤੇ ਉੱਜੜ ਕੇ ਵਸਣਾ ਹੈਗਾ ਬੇਸਿਕਲੀ ਕਨਸੈਪਟ, ਠੀਕ ਹੈ ਜੀ। ਤੇ ਉਹ ਮਤਲਬ ਐਂ ਲੱਗਦਾ ਸੀਗਾ ਵੀ ਪਿੰਡ ਬਹੁਤ ਸੋਹਣਾ ਹੈਗਾ। ਪਿੰਡ ਦੀ ਰੂੜੀ ਵੀ ਜਿਹੜੀ ਹੈ ਨਾ, ਉਹ ਮਤਲਬ ਵਿਦੇਸ਼ਾਂ ਨਾਲ ਬਹੁਤ ਸੋਹਣੀ ਗਈ। ਜਦੋਂ ਜਾ ਕੇ ਜਦੋਂ ਪਿੰਡ ਵਾਲਾ ਮੋੜ ਮੁੜੀ, ਜੋ ਪਿੰਡ ਦਾ ਮੋੜ ਮੁੜਨ ਚ ਸਵਾਦ ਆਉਂਦਾ ਹੈਗਾ ਨਾ, ਮੈਂ ਜਿੰਨੇ ਵੀ ਸ਼ਾਇਦ ਤੁਸੀਂ ਬਾਹਰ ਬੈਠੇ ਹੋਵੋਗੇ, ਪਿੰਡ ਦਾ ਮੋੜ ਮੁੜਨ ਚ ਸਵਾਦ ਹੁੰਦਾ, ਉਹ ਸ਼ਾਇਦ ਕਿਸੇ ਚੀਜ਼ ਨਹੀਂ ਗਾ। ਤੇ ਮੈਂ ਤਾਂ ਇੱਕ ਚੀਜ਼ ਸਮਝਦਾ ਵੀ ਜਿੱਥੇ ਆਪਣਾ ਬਚਪਨ ਪਿੰਡ ਦੀ ਜੂਹ ਕਹਿੰਦੇ, ਪਿੰਡ ਦੀ ਜੂਹ ਚ ਵੜ ਗਏ। ਤੇ ਦੂਜੀ ਗੱਲ ਜਿਹੜਾ ਤੁਸੀਂ ਕਹਿ ਰਹੇ ਨਾ, ਫੈਮਿਲੀ ਦੀਆਂ ਵੈਲਿਊਜ਼, ਪਿਆਰ, ਆਪਦਾ ਹੈਰੀਡਿਟਰੀ ਜਿਹੜੀ ਸਾਡੀ ਪ੍ਰਾਪਰਟੀ, ਕੰਮ ਆ, ਅਗਰ ਇਹਦਾ ਪਿਆਰ ਆ ਤਾਂ ਫਿਰ ਸਾਰਾ ਕੁਝ ਇਹਦੇ ਵਿੱਚ ਆ ਜਾਂਦਾ। ਬਿਲਕੁਲ ਜੀ, ਬਿਲਕੁਲ ਜੀ। ਇਹ ਅੱਜ ਜਦੋਂ ਐਥਿਕਸ ਦੀ ਗੱਲ ਕਰੀਏ, ਪਰਿਵਾਰਿਕ ਵੈਲਿਊਜ਼ ਦੀ ਗੱਲ ਕਰੀਏ, ਹੁਣ ਅੱਜ 28 ਮਈ ਗਈ, ਤੇ ਜਦੋਂ ਛੋਟੇ ਹੁੰਦੇ ਨਾ, 28 ਮਈ ਤੋਂ ਬਾਅਦ 1 ਜੂਨ ਹੋਣੀ ਕਰਨੀ ਨਾ, 1 ਜੂਨ ਐਂ ਲੱਗਦਾ ਸੀਗਾ ਵੀ ਮਾਮੇ ਜਾਣ ਦਾ ਲਾਇਸੈਂਸ ਮਿਲ ਗਿਆ ਗਾ। ਠੀਕ ਹੈ ਜੀ, ਠੀਕ ਹੈ ਜੀ, ਮਾਮੇ ਜਾਣ ਦਾ ਲਾਇਸੈਂਸ ਮਿਲ ਗਿਆ ਗਾ। ਹੁਣ ਜਿਹੜੇ ਬੱਚੇ ਬਾਹਰ ਜਾ ਰਹੇ ਆ, ਤੇ ਤੁਸੀਂ ਦੇਖਿਆ ਜੇ ਨਾਰਮਲੀ ਜਨਰੇਸ਼ਨ ਦਾ ਵਿਆਹ, ਜਿਹੜਾ ਮੈਰਿਜ ਆ, ਇਹਨਾਂ ਸਾਲਾਂ ਦੇ ਵਿੱਚ ਹੋਊਗੀ, ਤੇ ਇਹਨਾਂ ਦੇ ਬੱਚੇ ਜਿਹੜੇ ਨੇ ਆਪਣੇ ਕੈਨੇਡਾ ਜਾਂ ਅਮਰੀਕਾ, ਇੱਕ ਮਾਮਿਆਂ ਦਾ ਕੰਸੈਪਟ ਖਤਮ ਹੋ ਜਾਣਾ ਹੈਗਾ। ਹੌਲੀ ਨਾਨਕੇ ਕੰਸੈਪਟ ਖਤਮ ਹੋ ਜਾਣਾ। ਬਹੁਤ ਕੰਸੈਪਟ ਜਿਹੜੇ ਨੇ ਉਹ ਆਉਣ ਵਾਲੇ ਜਿਹੜੇ ਨੇ 10-15 ਸਾਲਾਂ ਦੇ ਵਿੱਚ ਜਿਹੜੇ ਨੇ ਉਹ ਖਤਮ ਹੋਣਗੇ। ਸੋ ਬੇਸਿਕਲੀ ਮੈਂ ਤੇ ਇੱਕ ਚੀਜ਼ ਸਮਝਦਾਗਾ ਵੀ ਘੱਟ ਕਮਾ ਲਵਾਂਗੇ, ਥੋੜਾ ਕਮਾ ਲਵਾਂਗੇ, ਥੋੜਾ ਕਰ ਲਵਾਂਗੇ, ਪਰ ਇੰਨਾ ਗਾ ਵੀ ਆਪਣੇ ਪਿੰਡ ਰਹਿ ਕੇ ਕਰੀਏ, ਬਸ ਇੰਨਾ ਕੁ ਕੰਸੈਪਟ ਆ। ਇਸ ਤੋਂ ਜ਼ਿਆਦਾ ਕੋਈ ਵੱਡਾ ਕੰਸੈਪਟ ਨਹੀਂ ਗਾ ਜੀ। ਹਾਂਜੀ ਰਮਨ ਜੀ, ਹੁਣ ਸਵਾਲ ਹੈ। ਬਹੁਤ ਸੋਹਣੇ ਵਿਚਾਰ ਤੁਹਾਡੇ, ਦਿਲ ਖੁਸ਼ ਹੋਇਆ। ਜਿਹੜੇ ਸਾਡੇ ਸਰੋਤਿਆਂ ਨੇ ਹੱਥ ਖੜੇ ਕੀਤੇ, ਉਹਦੇ ਵਿੱਚ ਹਰੀ ਲਾਮਾ ਸਾਹਿਬ, ਤੁਸੀਂ ਸਵਾਲ ਪੁੱਛੋ ਜੀ ਆਪਣਾ। ਹੈਲੋ ਅਮਰਤ ਜੀ, ਮੈਂ ਹਰਿੰਦਰ ਲਾਂਬਾ ਹੈਗਾ, ਪਗੜੀ ਦਾ ਸੈਕਟਰੀ। ਤੇ ਕਾਫੀ ਇੱਥੇ ਖਿਆਲ ਆਉਂਦਾ ਹੈ ਕਿ ਪੰਜਾਬ ਦੇ ਪ੍ਰੋਸੈਸਡ ਪ੍ਰੋਡਕਟਸ ਨੂੰ
ਐਕਸਪੋਰਟ ਕਰਕੇ USA ਨੂੰ ਐਕਸਪੋਰਟ ਕੀਤਾ ਜਾਏ ਤੇ ਜੀ। ਖਾਸ ਕਰਕੇ ਆਰਗੈਨਿਕ ਸਰਟੀਫਿਕੇਸ਼ਨ ਕਰਕੇ USDA ਦੀ ਸਰਟੀਫਿਕੇਸ਼ਨ ਕਰਕੇ ਤੇ ਜੀ। ਫਿਰ ਇੱਥੇ ਵੀ ਆਰਗੈਨਿਕ ਪ੍ਰੋਡਕਟਸ ਐਕਸਪੋਰਟ ਕਰੇ ਜਾਣ ਤਾਂ ਕਿ ਜੀ। ਸਾਡੇ ਕਿਸਾਨਾਂ ਨੂੰ ਉਸ ਤੋਂ ਜ਼ਿਆਦਾ ਆਮਦਨੀ ਹੋਏ ਕਿਉਂਕਿ ਜੀ। ਉਸ ਤੋਂ ਡਿਮਾਂਡ ਵੱਧ ਜਾਏਗਾ। ਤੁਹਾਡਾ ਕੀ ਖਿਆਲ ਹੈਗਾ? ਸਰ ਬਿਲਕੁਲ ਹੈਗਾ ਗਾ ਜੀ। ਸਰ ਰਾਈਟ ਨਾਓ ਵੀ ਆਰ ਟੋਟਲੀ 100% ਡੋਮੈਸਟਿਕ ਮਾਰਕੀਟ ਦੇ ਅੰਦਰ ਕੰਮ ਕਰ ਰਹੇ ਹਾਂ ਕਿਉਂਕਿ ਡੋਮੈਸਟਿਕ ਦੀ ਡਿਮਾਂਡ ਹੀ ਨਹੀਂ ਪੂਰੀ ਹੋ ਰਹੀ ਰਾਈਟ ਨਾਓ ਤੇ। ਦੂਜਾ ਨੰਬਰ, ਸਾਡੇ ਕੋਲ 2-3 ਪ੍ਰੋਡਕਟਸ ਇਦਾਂ ਦੇ ਨੇ ਜਿੱਦਾਂ ਅਸੀਂ ਇੱਕ ਸਰੋਂ ਦਾ ਸਾਗ ਆ ਤੇ ਇੱਕ ਸੋਇਆ ਚਾਪ ਆ। ਸੋ ਇਹ ਪ੍ਰੋਡਕਟਸ ਇਦਾਂ ਨੇ ਜਿਨ੍ਹਾਂ ਦਾ ਬਹੁਤ ਅੱਛਾ ਪੋਟੈਂਸ਼ੀਅਲ ਆ ਤੇ ਸਾਡਾ ਟਾਰਗੇਟ ਆਇਆ ਵੀ 2024-25 ਤੱਕ ਅਸੀਂ ਡਾਇਰੈਕਟ ਐਕਸਪੋਰਟ ਦੇ ਅੰਦਰ ਸਟਾਰਟਿੰਗ ਅਸੀਂ ਕੈਨੇਡਾ ਤੋਂ ਤੇ ਆਸਟ੍ਰੇਲੀਆ ਤੋਂ ਕਰਨ ਜਾ ਰਹੇ ਹਾਂ ਜਲਦੀ ਹੀ। ਤੇ ਕੌਸ਼ਲ ਸਿੰਘ ਦੇ ਨਾਲ ਜਿਨ੍ਹਾਂ ਦਾ ਤੁਸੀਂ ਲਾਸਟ ਵੀਕਐਂਡ ਇੰਟਰਵਿਊ ਸੁਣਿਆ, ਉਹਨਾਂ ਦੇ ਨਾਲ ਕੋ ਬ੍ਰਾਂਡਿੰਗ ਕਰਕੇ ਤੇ ਸਿਸਟਮ ਦੇ ਵਿੱਚ ਜਿਹੜਾ ਹੈਗਾ ਕੋਲੈਬੋਰੇਸ਼ਨ ਕਰਕੇ ਜਿਹੜਾ ਉਹਨੂੰ ਐਕਸਪੋਰਟ ਕਰਨ ਜਾ ਰਹੇ। ਸੋ ਜਲਦੀ ਸਰ ਟਾਰਗੇਟ ਆ ਤੇ ਮਹਾਰਾਜ ਦੀ ਕਿਰਪਾ ਰਹੀ ਤੇ ਜਲਦੀ ਹੀ ਕਰਾਂਗੇ। ਅਸੀਂ ਕੁਝ ਤੁਹਾਡੇ ਨਾਲ ਜੁੜ ਸਕਦੇ ਹਾਂ ਵੀਕਐਂਡ। ਅਸੀਂ ਇੱਥੇ USA 'ਚ ਲੋਕਾਂ ਨੂੰ ਆਰਗੇਨਾਈਜ਼ ਕਰ ਸਕਦੇ ਹਾਂ ਕਮਰਸ਼ੀਅਲ ਬੇਸਿਸ ਤੇ। ਫॉर श्योर ਅਸੀਂ ਭੇਜ ਸਕਦੇ ਹਾਂ, ਕੋਈ ਇਸ਼ੂ ਨਹੀਂ ਹੈ ਸਰ। ਵੇਰਕਾ ਕੈਨੇਡਾ ਦੇ ਵਿੱਚ ਤੁਸੀਂ ਬ੍ਰਾਂਡ ਸੁਣਿਆ ਹੋਵੇ ਤੇ ਵੇਰਕਾ ਦਾ ਆਰਡਰ ਪਚਰੰਗਾ ਨੂੰ ਆਇਆ, ਪਚਰੰਗਾ ਦਾ ਉਸ ਤੋਂ ਅੱਗੇ ਆਇਆ, ਉਸ ਤੋਂ ਅੱਗੇ ਸਾਡੇ ਕੋਲੋਂ ਜਿਹੜਾਗਾ ਸਪਿਨਚ ਫਿਊਰੀ ਤਿਆਰ ਹੋ ਕੇ ਗਈ ਹੈ, ਨਾਮ ਜਿਹੜਾਗਾ ਪਚਰੰਗਾ ਦਾਗਾ। ਸੋ ਬੇਸਿਕਲੀ ਟਾਰਗੇਟ ਆਗਾ ਵੀ ਆਉਣ ਵਾਲੇ ਸਾਲਾਂ ਦੇ ਵਿੱਚ ਸਰ ਡਾਇਰੈਕਟ 100% ਸ਼ੋਰ ਕੰਮ ਕਰਾਂਗੇ। ਓਕੇ ਜੀ। ਜੀ ठीक है, मेहरबानी लांबा साहब। नेक्स्ट क्वेश्चन राजेश चरोटा जी। ਅਮਰਿਤ ਜੀ, ਰਾਜੇਸ਼ ਪਹਿਲਾਂ ਜੀ। ਤਾਂ ਬਹੁਤ ਬਹੁਤ ਵਧਾਈ ਹੋਵੇ ਤੇ ਸ਼ੁਕਰੀਆ ਜੀ। ਕਿ ਵੀ ਤੁਸੀਂ ਏਦਾਂ ਵਧੀਆ ਕੰਮ ਕਰ ਰਹੇ ਹੋ ਘਰ 'ਚ ਬੈਠੇ। ਜੀ। ਮੈਂ ਵੈਸੇ ਤੁਹਾਨੂੰ ਮੈਂ ਇੱਥੇ ਬ੍ਰਿਸਬਨ ਆਸਟ੍ਰੇਲੀਆ 'ਚ ਬੇਸਡ ਹਾਂ ਤੇ ਜੀ, ਮੈਂ ਜੀ, ਜੀ। ਸਰਚ ਕਰਨ ਲੱਗ ਗਿਆ ਕਿ ਤੁਹਾਡੇ ਬਾਜਵਾ ਫੂਡਸ ਤੋਂ। ਤੇ ਜੀ। ਜਸਟ ਫॉर योर ਇਨਫੋਰਮੇਸ਼ਨ, ਬਾਜਵਾ ਫੂਡ ਪਾਕਿਸਤਾਨ 'ਚ ਵੀ ਹੈਗਾ ਜੀ ਬਿਲਕੁਲ ਹੈਗਾ ਜੀ, ਬਿਲਕੁਲ ਹੈ ਹੈਗਾ। ਨਾ। ਤਾਂ ਮੈਂ ਜੀ, ਫਿਰ ਜੀ, ਉਹਨਾਂ ਦੀ ਸਾਈਟ ਪੜ੍ਹਨ ਲੱਗ ਗਿਆ। ਮੈਂ ਕਿਹਾ ਇਟ ਡਸਨਟ ਸਾਊਂਡ ਰਾਈਟ ਟੂ ਮੀ। ਤੇ ਜੀ। ਜੀ। ਤੁਸੀਂ ਕਿੱਥੇ ਬੇਸਡ ਹੋ? ਮੈਂ ਸੌਰੀ ਲੇਟ ਜੁਆਇਨ ਕੀਤਾ ਤੇ ਮੈਨੂੰ ਪੂਰਾ ਜੀ। ਪਤਾ ਨਹੀਂ ਚੱਲ ਪਾਇਆ। ਸੋ ਬੇਸਿਕਲੀ ਅਸੀਂ ਸਰ ਕੁਰੂਕਸ਼ੇਤਰਾ ਬੇਸਡ ਆ, ਕੁਰੂਕਸ਼ੇਤਰਾ ਅੱਛਾ, ਹਰਿਆਣਾ। ਪਿਹੋਵਾ ਦੇ ਕੋਲ। ਠੀਕ ਹੈ। ਪਿਹੋਵਾ ਦੇ ਕੋਲ ਜੀ, ਬਿਲਕੁਲ ਪਿਹੋਵਾ ਤੋਂ ਠੀਕ ਹੈ। ਜਿਹੜਾ ਕੁਰੂਕਸ਼ੇਤਰ ਵਾਲਾ ਰੋਡ ਆ, ਭੂਰ ਸਿੱਧਾ ਪਿੰਡ ਪੈਂਦਾ ਗਾ ਜੀ ਇੱਕ ਵਿੱਚ। ਅੱਛਾ ਕੋਲ ਨਹੀਂ ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ। ਮੈਂ ਸੁਣ ਜੀ। ਰਿਹਾ ਸੀ ਪਰ ਮੈਨੂੰ ਪੂਰਾ ਸਮਝ ਨਹੀਂ ਸੀ ਲੱਗਦਾ ਵੀ ਵੈਦਰ ਯੂ ਆਰ ਇਨ ਪੰਜਾਬ ਜਾਂ ਆਸ-ਪਾਸ ਕਿਤੇ ਜੀ ਹੋ। ਜੀ 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 ਮੇਰੀ ਬੈਕਗ੍ਰਾਉਂਡ ਹੈਗੀ ਹੈ এনवायरमेंटਲ ਮੈਨੇਜਮੈਂਟ ਤੇ। ਤੁਸੀਂ ਜੀ। ਬਹੁਤ ਹੀ ਵਧੀਆ ਕੰਮ ਕਰ ਰਹੇ ਹੋ। ਜਿਵੇਂ ਮੈਂ ਪਹਿਲਾਂ ਵੀ ਕਹਿ ਚੁੱਕਾ ਕਿ ਬਈ ਸਾਨੂੰ ਲੋਕਲ ਇਕਨੋਮੀ, ਯੂ ਆਰ ਜਨਰੇਟਿੰਗ ਏਮਪਲੋਇਮੈਂਟ, ਤੁਸੀਂ ਸਾਰਾ ਕੰਮ ਕਰ ਰਹੇ ਹੋ। ਪਰ ਇੱਕ ਜੀ। ਚੀਜ਼ ਅਸੀਂ ਥੋੜਾ ਜਿੰਨਾ ਜਿਹਨੂੰ ਕਿ ਫਿਊਚਰ ਦੇ ਵਿੱਚ ਆਉਣ ਕੀਆਂ, ਜੀ। ਵੇਸਟ ਮੈਨੇਜਮੈਂਟ। ਤੁਸੀਂ ਜੀ। ਆਪਣੀ ਵੇਸਟ ਮੈਨੇਜਮੈਂਟ ਤੇ ਕੁਝ ਦੇਖ ਰਹੇ ਹੋ? ਤੁਹਾਡੇ ਕੋਈ ਪਲਾਨਸ ਸਰ ਹੈਗੇ ਨੇ? ਸਰ ਜੇ ਤੁਹਾਡੇ ਮੈਂ ਨਹੀਂ ਹੈਗੇ ਬਿਲਕੁਲ ਤਾਂ ਮੇਰੇ ਵਰਗੇ ਬੰਦੇ ਤੁਹਾਡੀ ਮਦਦ ਕਰ ਸਕਦੇ ਨੇ। ਸਰ ਮੈਂ ਤੁਹਾਨੂੰ ਨਾ ਥੋੜਾ ਜਿਹਾ ਇਹਦੇ ਉੱਤੇ ਚਾਨਣਾ ਪਾਉਣਾ ਚਾਹਾਂਗਾ ਜੀ। ਸਰ ਅਸੀਂ ਨਾ ਅੱਜ ਦੀ ਤਰੀਕ ਦੇ ਵਿੱਚ ਖੇਤਾਂ ਦੇ ਵਿੱਚ ਸਭ ਤੋਂ ਪਹਿਲਾਂ ਕਣਕ ਦੀ ਖੇਤੀ ਕਰਨੇ ਆ ਤੇ ਜੀਰੀ ਦੀ ਖੇਤੀ ਕਰਨੇ ਆ। ਬਿਲਕੁਲ। ਕਣਕ ਦੀ ਜੇ ਰੈਜ਼ੀਡੂਅਲ ਵੇਸਟ ਦੀ ਗੱਲ ਕਰੀਏ, ਕਣਕ ਦੀ ਜਿਹੜੀ ਰੈਜ਼ੀਡੂਅਲ ਵੇਸਟ ਹੁੰਦਾ ਹੈਗਾ ਤੂੜੀ, ਫੀਡ ਸਟ੍ਰॉ, ਹਾਂਜੀ ਤੇ ਪੈਡੀ ਦਾ ਸਾਡਾ ਨਿਕਲਦਾ ਹੈਗਾ ਜੀ ਪੈਡੀ ਸਟ੍ਰॉ। ਹਾਂਜੀ। ਤਕਰੀਬਨ 3000 ਮੈਟ੍ਰਿਕ ਟਨ ਅਸੀਂ ਸੀਜ਼ਨ ਦੇ ਅੰਦਰ ਵੀਟ ਸਟ੍ਰॉ ਯੂਜ਼ ਕਰਨੇ ਆ। ਉਹਦੇ ਤੋਂ ਅਸੀਂ ਕੰਪੋਸਟ ਤਿਆਰ ਕਰਨੇ ਆ। ਵੈਰੀ ਗੁੱਡ। ਪੈਡੀ ਸਟ੍ਰॉ ਤੋਂ ਵੀ ਅਸੀਂ ਜਿਹੜਾ ਹੈਗਾ ਕੰਪੋਸਟ ਤਿਆਰ ਕਰਨੇ ਆ ਤੇ ਉਹਨੂੰ ਜਦੋਂ ਅਸੀਂ ਝੌਂਪੜੀਆਂ ਬਣਾਉਂਦੇ ਆ ਤੇ ਉਹਦੇ ਵਿੱਚ ਐਜ਼ ਇਨ ਕਵਰਿੰਗ ਦੇ ਵਿੱਚ ਪਰਾਲੀ ਨੂੰ ਯੂਜ਼ ਕਰਨੇ ਆ। ਅੱਛਾ। ਤੇ ਉਸ ਤੋਂ ਬਾਅਦ ਸਰ ਹੁਣ ਅਸੀਂ ਜਦੋਂ ਮਸ਼ਰੂਮ ਪੈਦਾ ਕਰ ਲਈ, ਪ੍ਰੋਡਿਊਸ ਕਰ ਲਈ, ਕੰਪੋਸਟ ਜਨਰੇਟ ਹੋਇਆ। ਰਾਈਟ ਨਾਓ ਆਈ ਐਮ ਡੂਇੰਗ PhD ਇਨ ਐਗਰੀ ਬਿਜ਼ਨਸ ਐਂਡ ਉਹਦੇ ਵਿੱਚ ਵੀ ਜਿਹੜਾ ਮੇਰਾ ਰਿਸਰਚ ਦਾ ਟੌਪਿਕ ਆਇਆ ਵੀ ਪਰ ਕੇਜੀ ਮਸ਼ਰੂਮ ਪ੍ਰੋਡਿਊਸ ਹੋਣ ਤੇ ਕਿੰਨੇ ਕੇਜੀ ਵੇਸਟ ਜਨਰੇਟ ਹੋ ਰਿਹਾਗਾ ਤੇ ਹਾਊ ਇਟ ਕੈਨ ਬੀ ਕਨਵਰਟਡ ਇਨਟੂ ਆਰਗੈਨਿਕ ਮੈਨਿਓਰ ਐਂਡ ਹਾਊ ਇਟ ਕੈਨ ਬੀ ਯੂਜ਼ਡ ਇਨ ਆਵਰ ਓਨ ਫੀਲਡਸ। ਸਭ ਤੋਂ ਪਹਿਲਾਂ ਅਸੀਂ ਤੂੜੀ ਖੇਤਾਂ ਚੋਂ ਕੱਢੀ, ਪਰਾਲੀ ਖੇਤਾਂ ਚੋਂ ਕੱਢੀ। ਮਸ਼ਰੂਮ ਲੈਣ ਤੋਂ ਬਾਅਦ ਜਿਹੜਾ ਉਹਦਾ ਆਰਗੈਨਿਕ ਵੇਸਟ ਹੋਇਆ ਉਹਨੂੰ 1 ਸਾਲ ਪ੍ਰੋਪਰ ਡੀਕੰਪੋਜ਼ ਕਰਨ ਤੋਂ ਬਾਅਦ ਅਸੀਂ ਫਿਰ ਉਹਨੂੰ ਖੇਤਾਂ ਦੇ ਵਿੱਚ ਰਲਾ ਦਿੰਨੇ ਆ। ਬਿਲਕੁਲ। ਸੋ ਇੱਕ ਸਰਕੂਲਰ ਸਾਈਕਲਿੰਗ ਆਫ ਦ ਇਕਨੋਮੀ ਜਿਹੜੀ ਹੈ ਉਹ ਸਾਡੇ ਹਰ ਇੱਕ ਵੇਸਟ ਦੀ ਜਿਹੜੀ ਚੱਲ ਰਹੀ ਹੈ। ਇਹਦੇ ਨਾਲ ਲਾਸਟ ਈਅਰ ਅਸੀਂ ਇੱਕ ਆਪਣੀ ਫਰਮ ਬਣਾਈ ਬਾਜਵਾ ਐਗਰੋ ਵੇਸਟ ਮੈਨੇਜਮੈਂਟ।
ਜਿਹਦੇ ਵਿੱਚ ਅਸੀਂ ਤਕਰੀਬਨ 20,000 ਮੈਟ੍ਰਿਕ ਟਨ ਪੈਡੀ ਸਟ੍ਰੋ ਲੋਕਾਂ ਦੇ ਖੇਤਾਂ 'ਚ ਵੀ ਇਕੱਠੀ ਕੀਤੀ। 8 ਤੋਂ 9 ਸਟੇਸ਼ਨਸ ਦੇ ਉੱਤੇ ਕੰਮ ਕੀਤਾ। ਹਰਿਆਣਾ ਦੇ ਅੰਦਰ 5 ਸਟੇਸ਼ਨਸ ਦੇ ਵਿੱਚ, ਜਿੱਦਾਂ ਰੰਬਾ ਇੱਕ ਪਿੰਡ ਪੈਂਦਾਗਾ ਕਰਨਾਲ ਦੇ ਕੋਲ, ਨੀਸੰਗ ਇੱਕ ਬਲਾਕ ਪੈਂਦਾਗਾ ਕਰਨਾਲ ਦੇ ਵਿੱਚ, ਭੇਵੇ ਦੇ ਵਿੱਚ ਅਸੀਂ ਕੰਮ ਕੀਤਾ। ਦੈਨ ਭਵਾਨੀਗੜ੍ਹ ਪੰਜਾਬ ਦੇ ਵਿੱਚ, ਮੰਡਵੀ ਦੇ ਵਿੱਚ ਅਸੀਂ ਪੈਡੀ ਸਟ੍ਰੋ ਪ੍ਰੋਕਿਉਰਮੈਂਟ ਕੀਤੀ। ਸਿਰਸੇ ਦੇ ਵਿੱਚ ਅਸੀਂ ਪੈਡੀ ਸਟ੍ਰੋ ਪ੍ਰੋਕਿਉਰਮੈਂਟ ਕੀਤੀ। ਕੈਥਲ ਦੇ ਨਾਲ ਕੰਥਲੀ ਪੈਂਦਾਗਾ, ਉੱਥੇ ਅਸੀਂ ਪੈਡੀ ਸਟ੍ਰੋ ਪ੍ਰੋਕਿਉਰਮੈਂਟ ਕੀਤੀ। ਤਕਰੀਬਨ 10 ਤੋਂ 15,000 ਏਕੜ ਦੇ ਵਿੱਚ, 10 ਤੋਂ 12,000 ਏਕੜ ਦੀ ਜਿਹੜੀ ਅਸੀਂ ਪੈਡੀ ਸਟ੍ਰੋ ਪ੍ਰੋਕਿਉਰ ਕਰਕੇ ਉਹਨੂੰ ਐਜ਼ ਅ ਫੋਡਰ ਦੇ ਵਿੱਚ, ਦੈਨ ਐਜ਼ ਐਨ ਫਿਊਲ ਇਨ ਦ ਬੋਇਲਰਸ ਦੇ ਵਿੱਚ ਜਿਹੜਾ ਉਹਨੂੰ ਯੂਟਿਲਾਈਜ਼ ਕੀਤਾ। ਮਤਲਬ ਜਿੰਨੇ ਵੀ ਜਿਨ੍ਹਾਂ ਕੋਲ ਬੋਇਲਰ ਸੀਗੇ। ਸੋ ਅਸੀਂ ਸਰ ਇਹਦੇ ਉੱਤੇ ਵੇਸਟ ਦੇ ਉੱਤੇ ਕਾਫੀ ਅੱਛਾ ਕੰਮ ਕਰ ਰਹੇ ਹਾਂ ਤੇ ਹੋਪ ਸੋ ਲਾਸਟ ਵੀਕ ਜਿਹੜੀ ਸ਼੍ਰੀ ਆਪਣੇ ਜਿਹੜੇ ਸੈਂਟਰਲ ਮਿਨਿਸਟਰ ਨੇ ਐਨਵਾਇਰਨਮੈਂਟ ਦੇ, ਭੁਪਿੰਦਰ ਯਾਦਵ ਜੀ, ਉਹਨਾਂ ਨਾਲ ਵੀ ਮੁਲਾਕਾਤ ਹੋਈ, ਮੀਟਿੰਗ ਹੋਈ ਤੇ ਉਹਨਾਂ ਦੇ ਸਾਹਮਣੇ ਸਿਰਫ ਇੱਕੋ ਹੀ ਅਸੀਂ ਕਨਸੈਪਟ ਆਪਣਾ ਪ੍ਰਪੋਜ਼ਲ ਰੱਖਿਆ ਵੀ ਜਿੰਨੇ ਵੀ ਪਿੰਡਾਂ ਦੇ ਅੰਦਰ ਬੋਇਲਰਸ ਆਉਣ ਵਾਲੇ ਸਮੇਂ ਦੇ ਵਿੱਚ ਇੰਡਸਟਰੀ ਆਉਂਦੀ ਹੈ, ਪਿੰਡਾਂ ਦੇ ਵਿੱਚ ਜਿਹੜੇ ਬੋਇਲਰਸ ਲੱਗਣੇ ਨੇ, ਤੁਸੀਂ ਉਹਨੂੰ ਪੈਡੀ ਸਟ੍ਰੋ ਦੇ ਉੱਤੇ ਜਿਹੜਾ ਹੈਗਾ 100% ਜਿਹੜਾ ਹੈਗਾ ਕਰੋ ਵੀ ਜਿਹੜੀ ਪਿੰਡਾਂ ਦੀ ਪਰਾਲੀ ਹੈ, ਪਿੰਡਾਂ ਦੇ ਵਿੱਚ ਜਿਹੜੀ ਕਾਟੇਜ ਇੰਡਸਟਰੀ ਲੱਗ ਰਹੀ ਹੈ ਉਹਦੇ ਵਿੱਚ ਪੈਡੀ ਸਟ੍ਰੋ ਬੋਇਲਰ ਹੋਵੇ ਤੇ ਪੈਡੀ ਸਟ੍ਰੋ ਉਹਦੇ ਵਿੱਚ ਬਰਨ ਹੋਵੇ। ਸੋ ਇਹ ਚੀਜ਼ ਜਿਹੜੀ ਹੈ ਸਰ ਕਰ ਰਹੇ ਆ ਤੇ 100% ਸਰ ਸਾਡੀ ਵੇਸਟ ਦੇ ਉੱਤੇ ਕੋਸ਼ਿਸ਼ ਆਈ ਹੈ ਕਿ ਵੇਸਟ ਕਿਸੇ ਵਾਸਤੇ ਪਰੇਸ਼ਾਨੀ ਨਾ ਬਣੇ। ਬਿਲਕੁਲ। ਅਮਰਿਤ ਜੀ, ਇਹ ਤਾਂ ਤੁਸੀਂ ਆਪਣੀ ਐਗਰੀਕਲਚਰ ਜਿਹੜੀ ਡਾਇਰੈਕਟ ਪੈਡਿਕ ਦੇ ਵਿੱਚ ਫਾਰਮ ਦੇ ਵਿੱਚ ਵੇਸਟ ਆ ਰਿਹਾ, ਪਰ ਜਿਹੜਾ ਤੁਹਾਡਾ ਪ੍ਰੋਸੈਸਿੰਗ ਯੂਨਿਟ ਹੈ ਉਹਦੇ ਵੀ ਕੁਝ ਵੇਸਟ ਜਨਰੇਟ ਹੁੰਦਾ ਹੋਏਗਾ? ਸਰ ਪ੍ਰੋਸੈਸਿੰਗ ਯੂਨਿਟ ਦੇ ਵਿੱਚ ਬਹੁਤ ਮਿਨੀਮਲ ਵੇਸਟ ਹੁੰਦਾਗਾ। ਸਪੋਜ਼ ਜੇ ਗੱਲ ਕਰੀਏ ਮਸ਼ਰੂਮ ਦੀ, ਜਿਹੜਾ ਮਸ਼ਰੂਮ ਦਾ ਵੇਸਟ ਨਿਕਲਦਾਗਾ ਉਹ ਐਜ਼ ਸਾਡਾ ਜਿੰਨੇ ਵੀ ਜਿੱਦਾਂ ਨਾਰਮਲੀ ਮਸ਼ਰੂਮ ਦੇ ਵਿੱਚ ਸਾਡੀ ਜੜ੍ਹਾਂ ਵੇਸਟ ਨਿਕਲਦੀਆਂ ਨੇ, ਫਰੈਸ਼ ਮਸ਼ਰੂਮ ਦੀ ਜੇ ਜੜ੍ਹਾਂ ਦੀ ਗੱਲ ਕਰੀਏ ਉਹ ਪਿਗ ਫਾਰਮਸ ਦੇ ਵਿੱਚ ਚਲਾ ਜਾਂਦਾ ਹੈਗਾ। ਦੂਜਾ ਨੰਬਰ, ਜੇ ਅਸੀਂ ਮਸ਼ਰੂਮ ਦੀ ਵੇਸਟ ਜਿਹੜਾ ਪ੍ਰੋਸੈਸਿੰਗ ਯੂਨਿਟ ਤੋਂ ਵੇਸਟ ਨਿਕਲਦਾ ਹੈਗਾ, ਜਦੋਂ ਜਿਹੜੀ ਮਸ਼ਰੂਮ ਖੁੱਲੀ ਹੋਈ ਹੁੰਦੀ ਹੈ ਜਾਂ ਜਿਹਦੇ ਉੱਤੇ ਕੋਈ ਸਪੋਟ ਹੁੰਦਾ ਹੈਗਾ ਜਾਂ ਜਿਹੜੀ ਉਹਦੀ ਜੜ ਟੇਢੀ ਹੁੰਦੀ ਉਹਨੂੰ ਸਿੱਧੀ ਕਰਨ ਤੇ ਵੇਸਟ ਉਹ ਜਿਹੜਾ ਵੇਸਟ ਐਨੀਮਲ ਹਸਬੈਂਡਰੀ ਡੇਅਰੀ ਦੇ ਵਿੱਚ ਚਲਾ ਜਾਂਦਾ ਹੈਗਾ ਸਰ। ਅਗਰ ਅਸੀਂ ਸਵੀਟ ਕੌਰਨ ਦੀ ਗੱਲ ਕਰੀਏ, ਜਿਹੜਾ ਉਹਦਾ ਦਾਣੇ ਕੱਢਣ ਤੋਂ ਬਾਅਦ ਜਿਹੜਾ ਵਿੱਚ ਗੁੱਲਾ ਨਿਕਲਦਾ ਹੈਗਾ, ਛੱਲੀ ਦਾ ਜਿਹੜਾ ਗੁੱਲਾ ਹੈਗਾ, ਉਹ ਐਜ਼ ਅ ਬੋਇਲਰ ਦੇ ਵਿੱਚ ਫਿਊਲ ਚਲਾ ਜਾਂਦਾ ਹੈਗਾ। ਜਿਹੜਾ ਬੇਬੀ ਕੌਰਨ ਦੇ ਜਿਹੜੀ ਕਵਰਿੰਗ ਦੀ ਜੇ ਗੱਲ ਕਰੀਏ ਉਹ ਐਜ਼ ਅ ਫੋਡਰ ਐਨੀਮਲ ਹਸਬੈਂਡਰੀ ਦੇ ਵਿੱਚ ਚਲਾ ਜਾਂਦਾ ਹੈਗਾ। ਸੋ ਬੇਸਿਕਲੀ ਸਾਰੀ ਚੀਜ਼ਾਂ ਜਿਹੜੀਆਂ ਨੇ ਨਾ 90 to 95% ਯੂਜ਼ ਹੁੰਦੀਆਂ ਨੇ। ਅਗਰ ਇਨ ਕੇਸ ਕੁਝ ਵੀ ਵੇਸਟ ਅਗਰ ਹੋਰ ਨਿਕਲਦਾ ਹੈਗਾ ਉਹ ਅਸੀਂ ਐਜ਼ ਸਾਡੇ ਇੱਥੇ ਨਾਲ ਹੀ ਇੱਕ ਨਾਲਾ ਨਿਕਲਦਾ ਹੈਗਾ, ਉਹਦੇ ਵਿੱਚ ਮਛਲੀਆਂ ਨੇ, ਉਹਨੂੰ ਅਸੀਂ ਪਾ ਦਿੱਤਾਗਾ ਜਾਂ ਪੌਂਡਸ ਦੇ ਵਿੱਚ ਚਲਾ ਜਾਂਦਾ ਹੈਗਾ ਵੀ ਉਹ ਈਜ਼ੀਲੀ ਜਿਹੜਾ ਹੈਗਾ ਫਿਸ਼ਿਸ ਕੰਜ਼ਿਊਮ ਕਰ ਲੈਂਦੀਆਂ ਨੇ ਸਰ। ਜੀ ਸੋ ਮਤਲਬ देयर इज ਬਹੁਤ ਲੀਸਟ ਵੇਸਟ ਜਿਹੜਾ ਆਪਣੇ ਇੰਡਸਟਰੀ ਤੋਂ ਜਿਹੜਾ ਨਿਕਲਦਾ ਹੈ। ਨਹੀਂ, ਦੈਟ ਇਜ਼ ਗੁੱਡ। ਤੇ ਇਹ ਤਾਂ ਆਰਗੈਨਿਕ ਵੇਸਟ ਹੈ, ਕੁਝ ਇਨਆਰਗੈਨਿਕ ਵੇਸਟ ਵੀ ਤੁਹਾਡੇ ਪ੍ਰੋਸੈਸਿੰਗ ਪਲਾਂਟ 'ਚ ਹੁੰਦਾ? ਨਹੀਂ ਸਰ, ਕੋਈ ਇਨਆਰਗੈਨਿਕ ਵੇਸਟ ਨਹੀਂ ਨਿਕਲਦਾ ਕਿਉਂਕਿ ਸਰ ਅਸੀਂ ਕੋਈ ਮਤਲਬ ਕੈਮੀਕਲ ਪ੍ਰੀਜ਼ਰਵੇਸ਼ਨ ਨਹੀਂ ਕਰ ਰਹੇ। ਨਾਰਮਲੀ ਕੀ ਕਰਨੇ ਆ, ਅਸੀਂ ਮਸ਼ਰੂਮ ਨੂੰ ਬਲਾਂਚ ਕਰਨੇ ਆ। ਮਸ਼ਰੂਮ ਦੀ ਜੇ ਗੱਲ ਕਰੀਏ 2% ਬ੍ਰਾਈਨ ਸੋਲੂਸ਼ਨ ਹੁੰਦਾਗਾ, 2% ਨਮਕ ਹੁੰਦਾਗਾ 100 ਲੀਟਰ ਪਾਣੀ ਦੇ ਅੰਦਰ, ਉਹਨੂੰ ਅਸੀਂ ਸਟਰਲਾਈਜ਼ ਕਰਕੇ ਤੇ ਉਹਨੂੰ ਉਹਦੀ ਆਟੋਕਲੇਵਿੰਗ ਸਿੰਪਲ ਪ੍ਰੋਸੈਸ ਹੈ, ਉਹਦੇ ਵਿੱਚ ਵੇਸਟ ਬਹੁਤ ਘੱਟ ਨਿਕਲਦਾਗਾ ਸਰ ਕਿਸੇ ਵੀ ਚੀਜ਼ ਦਾ। ਜੇ ਪੈਕੇਜਿੰਗ ਵਗੈਰਾ ਕਰਦੇ ਹੋ ਤੁਸੀਂ ਟਿਨਸ ਵਗੈਰਾ ਦੇ ਵਿੱਚ ਕਿ ਤੁਸੀਂ ਸਿੱਧੇ ਸਪਲਾਈ ਕਰ ਦਿੰਦੇ ਹੋ ਪ੍ਰੋਸੈਸਡ ਮਟੀਰੀਅਲ? ਟਿਨਸ ਦੇ ਵਿੱਚ ਪੈਕ ਹੁੰਦਾਗਾ, ਕੈਨਸ ਦੇ ਵਿੱਚ ਪੈਕ ਹੁੰਦਾਗਾ ਸਰ। ਕੈਨ ਦੇ ਵਿੱਚ ਜਿਹੜਾ ਕੈਨ ਦਾ ਇਨ ਕੇਸ ਮੰਨ ਕੇ ਚਲੋ 1-2% ਵੇਸਟ ਕੈਨ ਵੇਸਟ ਨਿਕਲਦਾਗਾ ਉਹ ਆਪਣਾ ਕਬਾੜ ਦੇ ਵਿੱਚ ਚਲਾ ਜਾਂਦਾ ਹੈਗਾ, ਮੈਟਲ ਦੇ ਵਿੱਚ ਚਲਾ ਜਾਂਦਾ, ਰੀਸਾਈਕਲਿੰਗ ਦੇ ਵਿੱਚ ਚਲਾ ਜਾਂਦਾ। ਕੋਈ ਮਤਲਬ ਬਹੁਤ ਹਰ ਇੱਕ ਚੀਜ਼ ਯੂਟਿਲਾਈਜ਼ ਕਰ ਰਹੇ ਆ ਸਰ। ਮੇਰੇ ਜਿਹੜੇ ਗ੍ਰੈਂਡ ਮਦਰ ਨੇ ਉਹ ਹਰ ਹਫਤੇ ਦੇ ਵਿੱਚ 2 ਦਿਨ ਆਉਂਦੇ ਆ ਫਾਰਮ ਦੇ ਉੱਤੇ, ਜਿੰਨਾ ਵੀ ਫਾਰਮ ਦੇ ਉੱਤੇ ਵੇਸਟ ਉਹਨੂੰ ਇਕੱਠਾ ਕਰਕੇ ਜਿਹੜਾ ਮੰਨ ਕੇ ਚਲੋ ਕ੍ਰੇਟਸ ਟੁੱਟਦੀਆਂ ਨੇ ਕੰਮ ਕਰਨ ਦੇ ਦੌਰਾਨ, ਜਾਂ ਜਦੋਂ ਜਿਹੜੇ ਕੈਨਸ ਹੁੰਦੇ ਨੇ, ਕੈਨ ਦੀ ਕਾਰਟਨ ਦੀ ਪੈਕੇਜਿੰਗ ਹੁੰਦੀ ਹੈ, ਇੱਕ ਫਿਲਮ ਦੀ ਪੈਕੇਜਿੰਗ ਹੁੰਦੀ ਹੈ। ਅੱਜ ਦੀ ਤਰੀਕ ਦੇ ਵਿੱਚ ਹਰ ਇੱਕ ਚੀਜ਼ ਰੀਸੇਲੇਬਲ ਹੈ ਸਰ। ਜੀ ਰੀਸਾਈਕਲੇਬਲ ਹੈ। ਜੀ ਅਮਰਿਤ ਜੀ, ਤੁਹਾਡਾ ਕੰਟੈਕਟ ਮੈਨੂੰ ਜੇ ਮਿਲ ਸਕੇ ਮੈਂ ਤੁਹਾਡੇ ਨਾਲ ਇਨ ਟੱਚ ਰਹਿਣਾ ਚਾਹਾਂਗਾ। ਫॉर श्योर ਸਰ, ਮੈਂ ਮੈਸੇਜ ਦੇ ਵਿੱਚ ਜਿਹੜਾ ਹੈਗਾ ਡ੍ਰੌਪ ਕਰ ਦੇਣਾ ਹੈਗਾ। ਸ਼ੁਕਰੀਆ ਬਹੁਤ। ਜੀ ਬਹੁਤ ਸ਼ੁਕਰੀਆ। ਥੈਂਕ ਯੂ ਜੀ ਸਰ। ਜੀ ਹਾਂਜੀ, ਮਿਹਰਬਾਨੀ। ਜਲੋਟਾ ਸਾਹਿਬ, ਨੈਕਸਟ ਕੁਐਸਚਨ ਮੈਂ ਹੀ ਪੁੱਛਣਾ ਸੀਗਾ, ਮੈਂ ਹੱਥ ਖੜਾ ਕੀਤਾ ਸੀ ਲੇਕਿਨ ਮੈਂ ਅੱਗੇ ਧਰਮ ਸਿੰਘ ਬਰਾੜ ਸਾਹਿਬ ਨੂੰ ਮੈਂ ਕਹੂੰਗਾ ਤੁਸੀਂ ਆਪਣਾ ਸਵਾਲ ਪੁੱਛੋ।
ਤਰਬ ਸਿੰਘ ਜੀ। ਹੈਲੋ ਹੈਲੋ। ਮੇਰਾ ਹਾਂਜੀ, ਮੇਰਾ ਮਿਸ਼ਨ ਗ੍ਰਾਮ ਸਭਾ ਦੇ ਸਾਰੇ ਮੈਂਬਰਾਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਇਹ ਜੀ ਜਿਸ ਤਰ੍ਹਾਂ ਇਹ ਲੜਕੇ ਕੌਸ਼ਲ, ਇਹ ਵੀ ਲੜਕੇ ਨੇ, ਅੰਮ੍ਰਿਤਪਾਲ ਜੀ ਜੋ ਕੰਮ ਕਰ ਰਹੇ ਨੇ, ਹੋਰ ਵੀ ਇਸ ਤਰ੍ਹਾਂ ਦੇ ਅੱਗੇ ਅਗਾਂਹ ਵਧੂ ਕਿਸਾਨ ਵੀਰ ਬੱਚੇ ਕੰਮ ਕਰ ਰਹੇ ਨੇ। ਇੱਕ ਨੰਬਰ ਤੇ ਸਾਡਾ ਕੁਛ ਕੋਸ਼ਿਸ਼ ਹੋਣੀ ਚਾਹੀਦੀ ਕਿ ਇੱਕ ਕਮੇਟੀ ਬਣਾਈ ਜਾਵੇ ਪੰਜਾਬ ਦੇ ਵਿੱਚ, ਜਿਹੜੀ ਕਿ ਐਕਸਪੋਰਟ ਕਰਨ ਦੇ ਵਿੱਚ ਇਹਨਾਂ ਬੱਚਿਆਂ ਨੂੰ ਹੈਲਪ ਕੀਤੀ ਜਾਵੇ। ਨੰਬਰ 2, ਮੈਂ ਹੁਣ ਕੈਨੇਡਾ ਆਇਆ ਹੋਇਆ ਹਾਂ ਤੇ ਪਹਿਲੀ ਵਾਰ ਆਇਆ ਤੇ ਮੈਂ ਇੱਥੇ ਦੇਖਿਆ ਕਿ ਇੰਡੀਅਨ ਸਟੋਰਾਂ ਦੇ ਵਿੱਚ ਚੰਗਾ ਰਿਸਪੌਂਸ ਮਿਲਦਾ ਹੈ ਆਪਣੇ ਪੰਜਾਬ ਦੇ ਚੀਜ਼ਾਂ ਨੂੰ। ਜੇ ਬਾਹਰ ਰਹਿੰਦੇ ਜਿਹੜੇ ਵੀਰ ਆ, ਉਹ ਅਗਰ ਕੋਸ਼ਿਸ਼ ਕਰਨ ਗੁਰਦੁਆਰਿਆਂ ਵਿੱਚੋਂ ਜਾਂ ਉਹ ਜਿਹੜੇ ਬੰਦੇ ਰਹਿ ਨੇ ਇੰਡੀਅਨ ਸਟੋਰਾਂ ਵਿੱਚੋਂ ਸਮਾਨ ਲੈਣ ਤੋਂ ਲੈਣ, ਜਿਵੇਂ ਕਿ ਇੱਕ ਗੁਰਦੁਆਰਿਆਂ ਵਿੱਚ ਇਹਨਾਂ ਦੇ ਕੋਈ ਗਰੋਸਰੀ ਸਟੋਰ ਖੋਲ੍ਹੇ ਜਾਣ, ਬਾਹਰ ਵਾਲੇ ਨਵੇਂ ਵੀਰਾਂ ਨੂੰ ਕਹਿ ਰਿਹਾ ਮੈਂ, ਉਹਨਾਂ ਤੇ ਸਾਰਾ ਮਾਲ ਐਕਸਪੋਰਟ ਦਾ ਉੱਥੇ ਸਪਲਾਈ ਕੀਤਾ ਜਾਵੇ। ਉੱਥੇ ਜਿਹੜੇ ਇੰਡੀਅਨ ਵੀਰ ਜਿੰਨੇ ਰਹਿੰਦੇ ਨੇ ਉਹ ਸਾਰੇ ਉੱਥੋਂ ਪਰਚੇਜ ਕਰਨ ਤਾਂ ਮੇਰਾ ਖਿਆਲ ਹੈ ਬਹੁਤ ਜ਼ਿਆਦਾ ਐਕਸਪੋਰਟ ਦਾ ਕੰਮ ਇੱਥੇ ਵੱਧ ਸਕਦਾ, ਮੁੱਕਦਾ ਨਹੀਂ ਗਾ। ਬਸ ਅੱਛਾ ਜੀ, ਵੈਰੀ ਜੀ ਸਰ ਔਰ ਇਤਨਾ ਧੰਨਵਾਦ। ਹਾਂਜੀ, ਇੱਕ ਚੀਜ਼ ਮੈਂ ਐਡ ਅਪ ਕਰਨਾ ਚਾਹਾਂਗਾ ਸਰ, ਵੀ ਐਕਸਪੋਰਟ ਜਿਹੜਾ ਹੈਗਾ ਉਹ ਆਪਣੇ ਕੋਸਟਲ ਆਪਣਾ ਪੋਰਟਸ ਜਿਹੜੇ ਨੀਅਰ ਟੂ ਸੀ ਨੇ ਉਹਨਾਂ ਸ਼ਹਿਰਾਂ ਤੋਂ ਹੁੰਦਾ ਹੈਗਾ। ਤੇ ਨਾਰਮਲੀ ਇੰਡੀਅਨ ਜਿਹੜੇ ਸਟੋਰਸ ਨੇ 100% ਜਿਹੜੇ ਪ੍ਰੋਡਕਟਸ ਨੇ ਉਹ ਆਪਣੇ ਇੰਡੀਆ ਤੋਂ ਜਿਹੜਾ ਐਕਸਪੋਰਟ ਹੋ ਰਹੇ ਨੇ, ਉਸ ਪ੍ਰੋਡਕਟ ਉਸ ਮਾਰਕੀਟ ਦੇ ਉੱਤੇ ਗੁਜਰਾਤੀਆਂ ਦੀ ਬਹੁਤ ਅੱਛੀ ਪਕੜ ਹੈ ਉਸ ਕੰਮ ਦੇ ਉੱਤੇ, ਕਿਉਂਕਿ ਉਹਨਾਂ ਨੂੰ ਪਤਾ ਹੈਗਾ ਵੀ ਐਕਸਪੋਰਟ ਕਿੱਦਾਂ ਹੋਣਾ ਹੈਗਾ, ਪੋਰਟ ਦੇ ਨੇੜੇ ਨੇ, ਕਿਸ ਚੀਜ਼ ਦੀ ਡਿਮਾਂਡ ਕਿਸ ਤਰੀਕੇ ਦੇ ਨਾਲ ਨਿਕਲਦੇਗੀ। ਆਪਣੇ ਜਿਹੜਾ ਪੰਜਾਬ ਦਾ ਜਿਹੜਾ ਯੂਥ ਆ ਉਹਦੀ ਬਹੁਤ ਅੱਛੀ ਤੇ ਬਹੁਤ ਪ੍ਰੋਡਕਟਿਵ એનર્ਜੀ ਗਈ ਤੇ ਐਕਸਪੋਰਟ ਦੇ ਉੱਤੇ ਜਿਹੜਾ ਹੈਗਾ ਬਹੁਤ ਪੋਟੈਂਸ਼ੀਅਲ ਆ। ਕੁਝ ਇਦਾਂ ਦੀ ਮੈਂ ਬਿਲਕੁਲ ਸਹਿਮਤ ਹਾਂ, ਕੁਝ ਕਮੇਟੀ ਜਾਂ ਕੁਝ ਆਰਗੇਨਾਈਜੇਸ਼ਨ ਇਦਾਂ ਦੀ ਬਣਾਈ ਹੋਵੇ ਜੋ ਸਿਰਫ ਪੰਜਾਬ ਨੂੰ ਐਕਸਪੋਰਟਸ ਨੂੰ ਪ੍ਰਮੋਟ ਕਰਦੀ ਹੋਵੇ। ਸੋ ਇੱਕ ਬਹੁਤ ਅੱਛਾ ਵਿਚਾਰ ਹੈ। ਹਾਂਜੀ, ਮਿਹਰਬਾਨੀ ਬਰਾੜ ਸਾਹਿਬ ਤੇ ਬਾਜਵਾ ਸਾਹਿਬ। ਅਗਲਾ ਸਵਾਲ ਅਸੀਂ ਲਵਾਂਗੇ, ਇੱਕ ਸੈਕਿੰਡ, ਗੁਰਬਿੰਦਰ ਸਿੰਘ ਬਾਜਵਾ ਸਾਹਿਬ। ਥੈਂਕ ਯੂ ਵੈਰੀ ਮਚ। ਸਾਰਿਆਂ ਤੋਂ ਪਹਿਲਾਂ ਵੈਲ ਡਨ ਅੰਮ੍ਰਿਤ ਬਾਜਵਾ, ਸ਼ਾਬਾਸ਼ ਜੀ, ਸ਼ੁਕਰੀਆ ਜੀ। ਔਰ ਅੱਜ ਦੀ ਸਾਰੀ ਸਟੋਰੀ ਦਾ ਜਿਹੜਾ, ਜੇ ਮੈਂ ਕਹਾਂ ਨਾ, ਇਹਦੀ ਟੈਗਲਾਈਨ ਜਿਹੜਾ ਨਿਚੋੜ ਆ, ਇਹ ਜਿਹੜੀ ਗੱਲ ਕੀਤੀ ਹੈ ਨਾ ਤੂੰ, ਕਿ ਉਹ ਕੋਈ ਵੀ ਪੜ੍ਹਾਈ ਤੇ ਕੋਈ ਵੀ ਕਮਾਈ ਜਿਹੜੀ ਬੰਦੇ ਨੂੰ ਉਹਦੇ ਪਰਿਵਾਰ ਤੋਂ, ਉਹਦੀ ਜ਼ਮੀਨ ਤੋਂ, ਉਹਦੀ ਕੌਮ ਤੋਂ ਦੂਰ ਕਰਦੀ ਆ, ਉਹ ਲੱਖ ਲਾਂਦਾ ਆਉਂਦੀ। ਮੈਨੂੰ ਇਹ ਜਿਹੜਾ ਸ਼ਬਦ ਹੈ ਬਹੁਤ ਵਧੀਆ ਲੱਗਾ। ਔਰ ਇੱਕ ਚੀਜ਼ ਮੈਂ ਹੋਰ ਅਰਜ਼ ਕਰਨਾ ਚਾਹੁੰਦਾ, ਕਿਉਂਕਿ ਗ੍ਰਾਮ ਸਭਾ ਦਾ ਮੰਚ ਹੈ। ਅੰਮ੍ਰਿਤ, ਸਾਡਾ ਤਜਰਬਾ ਇਹ ਰਿਹਾ ਆ ਕਿ ਪੰਜਾਬ ਦੇ ਵਿੱਚ ਨਿੱਜੀ ਯਤਨ ਕਦੀ ਵੀ ਕਾਮਯਾਬ ਨਹੀਂ ਹੋਣੇ ਜੀ, ਇੱਥੇ ਸਮੂਹਕ ਯਤਨ ਹੀ ਕਾਮਯਾਬ ਹੋਣੇ ਆ। ਇਸ ਕਰਕੇ ਸਮੂਹਕਤਾ ਦੀ ਜੇ ਆਪਾਂ ਗੱਲ ਕਰੀਏ, ਮੈਂ ਕੌਸ਼ਲ ਨੂੰ ਵੀ ਕਹਿਣਾ, ਤੁਹਾਨੂੰ ਵੀ ਕਹਿਣਾ ਆ, ਸਾਡੇ ਕੋਲ ਗ੍ਰਾਮ ਸਭਾ ਦੇ ਤਹਿਤ ਸੈਂਟਰ ਗੌਰਮੈਂਟ ਦੀਆਂ ਸਕੀਮਾਂ ਦੇ ਤਹਿਤ ਇੰਨੇ ਜ਼ਿਆਦਾ ਦਰਵਾਜ਼ੇ ਖੁੱਲੇ ਆ, ਇੰਨੇ ਜ਼ਿਆਦਾ ਅਧਿਕਾਰ ਨੇ। ਮਤਲਬ ਜੇ ਵਾਕਈ ਅਸਲੀ ਕੁਛ ਰੈਵੋਲੂਸ਼ਨ ਲਿਆਉਣਾ ਆ ਤਾਂ ਇੱਕ ਤਾਂ ਤੁਹਾਡੇ ਵਰਗੇ ਬੰਦੇ ਜਿਹੜੇ ਉਹ ਗ੍ਰਾਮ ਸਭਾ 'ਚ ਚਾਹੀਦੇ ਆ, ਸੈਕੰਡਲੀ ਪੰਚਾਇਤ 'ਚ ਵੀ ਚਾਹੀਦੇ ਆ। ਇਹ ਗੱਲ ਮੈਂ ਤਾਂ ਕਹਿ ਰਿਹਾ, ਆ ਪਰਸੋਂ ਚੌਥੀ ਮੇਰੇ ਪਿੰਡ ਪੰਚਾਇਤ ਦੀ ਬੋਲੀ, ਜ਼ਮੀਨ ਦੀ ਬੋਲੀ ਹੋਈ, ਇੰਨਾ ਮਨ ਦੁਖੀ ਹੋਇਆ। ਜਿਹੜੀ ਪਿਛਲੇ ਸਾਲ 30,000 ਰੁਪਇਆ ਨੂੰ ਕਿੱਲੇ ਜ਼ਮੀਨ ਸੀ, ਉਹ ਦੋ ਬੰਦਿਆਂ ਦੀ ਜਿੱਦ ਨਾਲ 55,000 ਨੂੰ ਗਈ ਹੈ, ਤੇ ਜਿਹੜੀ ਪਿਛਲੇ ਸਾਲ 40,000 ਨੂੰ ਸੀ, ਉਹ 73,000 ਰੁਪਇਆ ਸਾਡੇ ਪਿੰਡ ਦੀ ਹਿਸਟਰੀ ਦੇ ਵਿੱਚ, ਸਾਡੇ ਪਿੰਡ 'ਚ ਨੋਰਮਲੀ ਠੇਕਾ 50-55,000 ਆ ਫਰਟਾਈਲ ਜ਼ਮੀਨ ਦਾ। ਪੰਚਾਇਤੀ ਜ਼ਮੀਨ ਨੂੰ ਨਾ ਕੋਈ ਨਹੀਂ ਪਾਉਂਦਾ, ਨਾ ਕੋਈ ਉਹ 'ਚ ਹਰੀ ਖਾਦ ਪਾਉਂਦਾ, ਕਿਉਂਕਿ ਹਰ ਸਾਲ ਬੋਲੀ ਹੋਣੀ ਹੁੰਦੀ ਆ। ਜਿਹੜੇ ਬੰਦਿਆਂ ਨੇ ਉਹ ਬੋਲੀ 'ਚ ਸਿਰ ਪਸਾਇਆ, ਉਹਨਾਂ ਨੇ ਹਿਸਾਬ ਤੇ ਵੀ ਕਬਜ਼ਾ ਕੀਤਾ ਹੋਇਆ ਵਾ। ਪੱਕੀ ਸੜਕ ਦੇ ਬਰਮ ਵੀ ਉਹਨਾਂ ਨੇ ਵਾਹੇ ਹੋਏ ਆ, ਜਿਹੜੇ ਉਹਨਾਂ ਦੇ ਖੇਤਾਂ ਨੂੰ ਕੱਚਾ ਰਸਤਾ ਜਾਂਦਾ ਉਹ ਵੀ ਵਾਹਿਆ ਹੋਇਆ। ਜਦੋਂ ਪੜ੍ਹੇ ਲਿਖੇ ਲੋਕ ਪਿੰਡਾਂ 'ਚੋਂ ਨਿਕਲਦੇ ਆ ਨਾ, ਪ੍ਰਵਾਸ ਹੁੰਦਾ, ਤਾਂ ਉੱਲੂਆਂ ਦੀ ਚੜ੍ਹ ਮੱਚਦੀ ਆ। ਇਸ ਵੇਲੇ ਪਹਿਲੀ ਗੱਲ ਤਾਂ ਪੰਜਾਬ ਦੇ ਵਿੱਚ ਉੱਲੂਆਂ ਦੀ ਚੜ੍ਹ ਮੱਚੀ ਹੋਈ ਆ।
ਜੀ ਔਰ ਇਸ ਗੱਲ ਨੂੰ ਮੈਂ ਹੋਰ ਪੁਖਤਾ ਕਰਦਾ, ਕੌਸ਼ਲ ਵਰਗੇ 3 ਸਾਡੇ ਗਰੁੱਪ ਦੇ ਹੋਰ ਮੁੰਡੇ ਸੀਗੇ ਜਿਹੜੇ ਕੰਮ ਛੱਡ ਚੱਲੇ ਸੀ। ਜੀ ਸਾਨੂੰ ਉਹਨਾਂ ਦੇ ਨਾਲ ਜਾ ਕੇ ਖਲੋਣਾ ਪੈ ਗਿਆ। ਕੋਈ ਪ੍ਰਭਾਵਸ਼ਾਲੀ ਬੰਦਿਆਂ ਨੂੰ ਬਹਾਨੇ ਨਾਲ ਉਹਨਾਂ ਦੇ ਫਾਰਮ, ਉਹਨਾਂ ਦੀ ਜਗ੍ਹਾ ਵਿਜ਼ਿਟ ਕਰਵਾਈ। ਮੈਂ ਇਹ ਮੈਸੇਜ ਦੇਣ ਲਈ ਉਹਨਾਂ ਬੰਦਿਆਂ ਨੂੰ ਜਿਹੜੇ ਉਹਨੂੰ ਖਰਾਬ ਕਰ ਰਹੇ ਵੀ ਬੰਦੇ ਦੇ ਪੁੱਤ ਬਣਦੇ, ਨਹੀਂ ਤੇ ਸ਼ੂਟਰ ਕਰਦਾ। ਜੀ ਇਹ ਜਿਹੜੀਆਂ ਗਰਾਊਂਡ ਤੇ ਗੱਲਾਂ ਨੇ ਨਾ, ਜਿਹੜੀਆਂ ਅਸੀਂ ਗਰਾਊਂਡ ਤੇ ਬੈਠੇ ਹੋਏ ਹਾਂ, ਜਿਹੜੀਆਂ ਗਰਾਊਂਡ ਦੀਆਂ ਸਮੱਸਿਆਵਾਂ, ਮੈਂ ਰਮਨ ਜੀ ਨੂੰ, ਭਾਜੀ ਪਰਮਜੀਤ ਨੂੰ ਹਮੇਸ਼ਾ ਇਹ ਗੱਲ ਕਹਿੰਦਾ ਆ ਵੀ ਜਦੋਂ ਵੀ ਪੰਜਾਬ ਦਾ ਕੁਝ ਹੋਇਆ ਉਦੋਂ ਪਿੰਡਾਂ ਨੂੰ ਸਮੂਹਿਕ ਇਕਾਈ ਮੰਨ ਕੇ, ਅੱਜ ਕੌਣ ਦਾ ਉੱਥੇ ਪਲਾਂਟ ਆ ਪਿੰਡ 'ਚ ਆ ਤੇ ਅੰਮ੍ਰਿਤ ਬਾਜਵੇ ਦਾ ਪਿੰਡ ਦੇ ਵਿੱਚ ਆ, ਇਸ ਪਲਾਂਟ ਦੇ ਵਿੱਚ ਚਾਹੇ ਲੇਬਰ ਆ ਜਾਂ ਕੋਈ ਹੋਰ ਨਵੀਆਂ ਅਟੈਚਮੈਂਟ ਨੇ, ਚਾਹੇ ਕੋਲਡ ਸਟੋਰ ਨੇ ਜਾਂ ਪੈਕ ਹਾਊਸਿਸ ਨੇ, ਈਵਨ ਜੋ ਮਰਜ਼ੀ ਕਹਿ ਲਓ ਤੁਸੀਂ, ਉਹ ਸਾਰਾ ਕੁਝ ਜਿਹੜਾ ਅਧਿਕਾਰ ਆ ਉਹ ਸਾਨੂੰ ਗ੍ਰਾਮ ਸਭਾ ਦਾ ਮਤਾ ਜਿਹੜਾ ਉਹ ਭੇਜ ਦਿੰਦਾ ਆ ਸਾਨੂੰ। ਅਸੀਂ ਆਪਣੇ ਪਿੰਡ ਦੇ ਤਲਾਬ ਨੂੰ ਮੱਛੀ ਪਾਉਣ 'ਚ ਤਬਦੀਲ ਕਰ ਲਈਏ, ਉਹਦੇ ਵਿੱਚ ਅੰਮ੍ਰਿਤ ਬਾਜਵੇ ਦੇ ਪ੍ਰੋਜੈਕਟ ਦੀ ਜਿਹੜੀ ਵੇਸਟੇਜ ਆ ਉਹਨਾਂ ਦੇ ਐਜ਼ ਏ ਫੀਡ ਯੂਜ਼ ਹੋਣ ਡਈ ਆ, ਸੂਰਾਂ ਨੂੰ ਅਟੈਚ ਕਰ ਲਓ, ਕੋਲਡ ਸਟੋਰ ਬਣਾਉਣਾ ਹੋਵੇ, ਵਟਐਵਰ। ਕਿਉਂ ਗ੍ਰਾਮ ਸਭਾ ਜਿਹੜੀ ਆ ਉਹਦੇ ਸਾਹਮਣੇ ਪੰਚਾਇਤ ਚੂੰ ਦੀ ਚਾਂ ਨਹੀਂ ਕਰ ਸਕਦੀ, ਉਹਦੇ ਰਾਹੀਂ ਮਤਾ ਪਾਇਆ ਜਾ ਸਕਦਾ ਤੇ ਡਾਇਰੈਕਟ ਜਿਹੜੇ 5 ਸਾਲਾ ਫਾਈਨਾਂਸ ਕਮਿਸ਼ਨ ਦੇ ਪੈਸੇ ਆ ਤੇ ਜਿਹੜੀਆਂ ਮਨਰੇਗਾ ਦੀਆਂ ਯੋਜਨਾਵਾਂ ਵਾ ਜਿਨ੍ਹਾਂ ਦਾ ਇਸਤੇਮਾਲ ਕਰਕੇ ਪੂਰਾ ਸਾਊਥ ਇੰਡੀਆ, ਵੈਸਟ ਇੰਡੀਆ ਕਿਤੇ ਤੇ ਕਿਤੇ ਚਲ ਗਿਆ, ਤੇ ਅਸੀਂ ਪੰਜਾਬ ਦੇ ਵਿੱਚ ਹੈਗੇ ਆ ਉਸ ਮਾਮਲੇ 'ਚ ਸਿਰਫ ਅਜੇ 3 ਜਾਂ 4%। ਔਰ ਜਾਂਦੇ ਜਾਂਦੇ ਮੈਂ ਵੱਡੀ ਜਿਹੜੀ ਗੱਲ ਉਹੀ ਉਹਨੂੰ ਮੈਂ ਪੁਖਤਾ ਕਰਾਂ, ਜਿਹੜੀ ਉਦਾਹਰਨ ਤੋਂ ਦਿੱਤੀ ਸੀ ਵੀ ਕਮਾਈ ਤੇ ਪੜ੍ਹਾਈ। ਦੇਖੋ ਗੱਲ ਇਸ ਗੱਲ ਨੂੰ ਰਾਜਨੀਤਿਕ ਨਾ ਸਮਝਿਆ ਜਾਵੇ। ਜਿਹੜਾ ਫੋਕਲ ਪੁਆਇੰਟ ਕਨਸੈਪਟ ਸੀਗਾ ਸਰਦਾਰ ਪ੍ਰਤਾਪ ਸਿੰਘ ਕੈਰੋਂ ਦਾ ਹੀ, ਉਹ ਪੰਜਾਬ ਦੀ ਆਉਣ ਵਾਲੇ ਸਮੇਂ ਦੀ ਜਿੰਦ ਬਣਾਉਣ ਵਾਸਤੇ ਸੀਗਾ। ਔਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਉਹ ਕਨਸੈਪਟ ਨੂੰ ਚੁੱਕਿਆ, ਉਹਦੇ ਸਿਰ ਤੇ ਹੀ ਉਹ 5 ਸਾਲ ਮੁੱਖ ਮੰਤਰੀ ਵੀ ਬਣ ਗਏ। ਪਰ ਉਹਨਾਂ ਨੇ ਜਿਹੜੇ ਕੈਰੋਂ ਸਾਹਿਬ ਨੇ 4 ਸਟੈਪ ਮਿੱਥੇ ਹੀ, ਪਹਿਲਾਂ ਫੋਕਲ ਪੁਆਇੰਟ ਬਣਾਉਣਾ, ਫਿਰ ਉਹਨੂੰ ਪੱਕਾ ਕਰਨਾ, ਫਿਰ ਉਹਨੂੰ ਉੱਤੋਂ ਉਹਦੀ ਸ਼ੈਡਿੰਗ ਕਰਨੀ, ਫਿਰ ਉੱਥੇ ਗੋਡਾਊਨ ਬਣਾਉਣੇ, ਫਿਰ ਉੱਥੇ ਕੋਲਡ ਸਟੋਰ ਬਣਾਉਣੇ, ਫਾਈਨਲੀ ਉੱਥੇ ਪ੍ਰੋਸੈਸਿੰਗ ਯੂਨਿਟ ਲਾਉਣੇ, ਤੇ ਜਿੰਨੇ ਵੀ ਅਲਾਈਡ ਮਹਿਕਮੇ ਆ, ਕੋਆਪਰੇਟਿਵ ਬੈਂਕਾਂ ਤੋਂ ਲੈ ਕੇ ਡਿਸਪੈਂਸਰੀ ਤੇ ਡੰਗਰਾਂ ਦੇ ਹਸਪਤਾਲ ਤੇ ਖੇਤੀਬਾੜੀ ਮਹਿਕਮਿਆਂ ਦੇ ਸਾਰਿਆਂ ਦੇ ਵਿੰਗ ਨਹੀਂ, ਉਹ ਚਾਹੁੰਦੇ ਸੀ ਬੋਰਡ ਹੀ ਬਣ ਉੱਥੇ ਹੁੰਦੇ। ਉਹ ਤੁਹਾਨੂੰ ਪਤਾ ਸਿਰਫ ਫੜਾਂ ਤੱਕ, ਛੱਡਾਂ ਤੱਕ ਗੱਲ ਰਹਿ ਗਈ। ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਉਸ ਪਰਿਵਾਰ ਦੀ ਕਮਾਈ ਤੇ ਪੜ੍ਹਾਈ, ਉਹ ਪਰਿਵਾਰ ਤੋਂ ਵੀ ਗਏ, ਕੌਮ ਤੋਂ ਵੀ ਗਏ। ਅੱਜ ਦੇਖੋ ਕੀ ਹਾਲਾਤ ਬਣਿਆ ਪਿਆ ਵਾ ਉਸ ਬਾਦਲ ਪਰਿਵਾਰ ਦਾ। ਇਹ ਮੈਂ ਕਹਿੰਦਾ ਵੀ ਇਹ ਮੈਸੇਜ ਦੂਰ ਤੱਕ ਜਾਣਾ ਚਾਹੀਦਾ ਆ। ਜੀ ਆਪਾਂ ਵਿਸ਼ੇ ਦੇ ਲਈ ਬਾਜਵਾ ਸਾਹਿਬ ਨੂੰ ਟਾਈਮ ਇੱਕ ਅਲੱਗ ਦੇ ਦਈਏ, ਇੱਕ ਦਿਨ ਸਮੂਹਿਕ ਤੌਰ ਤੇ ਹੋਣੇ ਚਾਹੀਦੇ ਨੇ, ਜਿੱਦਾਂ ਫਗਵਾੜਾ ਗੁੱਡਗਰੋ ਵਾਲੇ ਕਰ ਰਹੇ ਆ। ਔਰ ਸਾਡੇ ਨਾਲ ਇਸ ਵੇਲੇ ਪਨੀਤ ਸਿੰਘ ਵੀ ਸ਼ਾਮਿਲ ਆ। ਪਨੀਤ ਨੇ ਜੇ ਨਿੱਜੀ ਯਤਨ ਕਰਨੇ ਹੁੰਦੇ ਨਾ, ਇਹ ਬੰਦਾ ਕਿਤੇ ਦਾ ਕਿਤੇ ਹੁੰਦਾ ਆਪਣੇ ਪੈਸੇ ਦੇ ਤੌਰ ਤੇ, ਪਰ ਇਹਨੇ ਸਮੂਹਿਕਤਾ ਨੂੰ ਅੱਗੇ ਰੱਖਿਆ ਹੋਇਆ। ਅਸੀਂ ਵੀ ਸਮੂਹਿਕਤਾ ਨੂੰ ਅੱਗੇ ਲੈ ਕੇ ਚੱਲ ਰਹੇ ਹਾਂ। ਮੁੰਡੇ ਅਮਰ ਵਰਗੇ, ਕੌਸ਼ਲ ਵਰਗੇ ਬੜੇ ਆ ਕੰਮ ਕਰਨ ਵਾਲੇ, ਪਰ ਜਦੋਂ ਉਹਨਾਂ ਦਾ ਲੋਕਲ ਚਵਲਾ ਨਾਲ ਵਾਹ ਪੈਂਦਾ ਨਾ, ਉਹ ਵਿਚਾਰੇ ਡਿੱਗ ਜਾਂਦੇ ਆ ਜੇ ਉਹਨਾਂ ਦੇ ਪਿੱਛੇ ਸਮੂਹ ਦੀ ਤਾਕਤ ਨਾ ਹੋਏ। ਇੰਨੀ ਮੇਰੀ ਬੇਨਤੀ ਹੈ ਜੀ। ਬਹੁਤ ਬਹੁਤ ਧੰਨਵਾਦ। ਹਾਂਜੀ ਬਾਜਵਾ ਸਾਹਿਬ, ਤੁਸੀਂ ਬਹੁਤ ਸੋਹਣੀ ਗੱਲ ਕੀਤੀ। ਜਿਹੜਾ ਸਮੂਹਿਕ ਜਿਹੜੀ ਤੁਸੀਂ ਗੱਲ ਕੀਤੀ ਹੈ, ਤੁਸੀਂ ਬਣੇ ਰਹੋ ਸਾਡੇ ਨਾਲ। ਅਸੀਂ ਲਾਸਟ ਦੇ ਵਿੱਚ ਇੱਕ ਅਨਾਊਂਸਮੈਂਟ ਕਰਨੀ ਹੈ ਤੇ ਉਹ ਬਹੁਤ ਵਾਜਿਬ ਹੈ, ਜਿਹੜੀ ਤੁਸੀਂ ਗੱਲ ਕੀਤੀ ਉਹਦੇ ਨਾਲ ਹੀ ਰਿਲੇਟਡ ਹੈ, ਤੇ ਬਣੇ ਰਹੋ ਸਾਡੇ ਨਾਲ। ਅਗਲਾ ਅਸੀਂ ਰਸ਼ਪਾਲ ਬਾਜਵਾ ਜੀ, ਤੁਸੀਂ ਸਵਾਲ ਪੁੱਛੋ। ਹਾਂਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਔਰ ਤੁਹਾਨੂੰ ਬਹੁਤ ਬਹੁਤ ਵਧਾਈਆਂ, ਬਹੁਤ ਤੁਸੀਂ ਚੰਗਾ ਕੰਮ ਕਰ ਰਹੇ ਜੇ। ਔਰ ਜਦੋਂ ਅਸੀਂ ਛੋਟੇ ਬੱਚਿਆਂ ਨੂੰ ਦੇਖਦੇ ਹਾਂ ਵੀ ਉਹ ਇਸ ਪਾਸੇ ਨੂੰ ਚੱਲਦੇ ਤਾਂ ਬਹੁਤ ਅੱਛੇ। ਚਲੋ ਗੱਲਾਂ ਤਾਂ ਹੋਰ ਕਰਦੇ ਹਾਂ, ਪਰ ਮੈਂ ਪਹਿਲਾਂ ਦੇਖੋ ਆਪਣਾ ਆਪਣਾ ਕਨਸੈਪਟ ਹੈ। ਅੱਜ ਦੀ ਦੁਨੀਆ 'ਚ ਜਿਹੜਾ ਕੋਈ ਬਿਜ਼ਨਸਮੈਨ ਇਕੱਲਾ ਇਨੀਸ਼ੀਏਟਿਵ ਲੈਂਦਾ ਹੈ, ਅਗਰ ਉਹ ਹਿਸਾਬ ਨਾਲ ਚੱਲੇ, ਜਦੋਂ ਉਹਨਾਂ ਨੂੰ ਬੈਂਕਾਂ ਤੋਂ ਜਾਂ ਦੂਜਿਆਂ ਤੋਂ ਲੋਨ ਦੀ ਪ੍ਰਾਪਤੀ ਹੋ ਜਾਂਦੀ ਹੈ, ਜਿਹੜੇ ਇਕੱਲੇ ਬੰਦੇ ਹੈ ਉਹ ਬੈਟਰ ਕਾਮਯਾਬ ਹਨ ਦੁਨੀਆ 'ਚ। ਬਾਕੀ ਕੰਟਰੀ ਲੈਵਲ 'ਤੇ ਕੀ ਕਰਨਾ, ਦੂਜਾ ਕਰਨਾ, ਉਹ ਵੱਖਰੀ ਗੱਲ ਹੈ। ਹੁਣ ਜਿਵੇਂ ਮੈਂ ਸੁਣਦਾ ਸੀ ਵੀ ਪੰਚਾਇਤ ਨੂੰ 2 ਬੰਦਿਆਂ ਨੇ ਠੇਕਾ ਵਧਾ ਦਿੱਤਾ। ਦੇਖਣ ਦੀ ਤਾਂ ਗੱਲ ਇਹ ਹੈ ਵੀ ਪੰਚਾਇਤ ਦੇ ਖਜ਼ਾਨੇ 'ਚ ਤਾਂ ਪੈਸੇ ਜ਼ਿਆਦਾ ਆਉਣਗੇ,
ਮਤਲਬ ਜਿਹੜੀ ਪੰਚਾਇਤ ਦੀ ਜ਼ਮੀਨ ਹੈ ਉਹ ਤੋੜ ਕੇ ਵੀ ਕਿਉਂ ਲੈਣੀ ਹੈ, ਵੀ ਉਹਦੀ ਬੋਲੀ ਸਸਤੀ ਕਿਉਂ ਦੇਣੀ ਹੈ? ਇਹ ਮੇਰਾ ਆਪਣਾ ਵਿਚਾਰ ਹੈ, ਮੈਂ ਮਤਲਬ ਕਿਸੇ ਦੇ ਉਲਟ ਨਹੀਂ ਗੱਲ ਕਰਦਾ। ਹੁਣ ਆਪਾਂ ਆਉਂਦੇ ਹਾਂ ਤੁਹਾਡੇ ਟਾਪਿਕ ਤੇ ਕਾਕਾ ਜੀ। ਤੁਸੀਂ ਇਹ ਹਰਿਆਣੇ ਦੀ ਬੇਸ ਜੇ FPO, ਠੀਕ ਹੈ ਜੀ? ਜੀ ਹਾਂ, ਕੀ ਤੁਸੀਂ ਪੰਜਾਬ ਤੋਂ ਵੀ ਸਮਾਨ ਖਰੀਦਦੇ ਜੀ ਉਹਨਾਂ ਦੇ ਫਾਰਮਰਸ ਤੋਂ? ਬਿਲਕੁਲ ਖਰੀਦਨੇ ਆ ਸਰ, ਆਉਂਦਾਗਾ ਜੀ। ਅੱਛਾ, ਮਤਲਬ ਇਹ FPO ਦੀ ਕੋਈ ਰਿਸਟ੍ਰਿਕਸ਼ਨ ਨਹੀਂ ਗੀ ਇੰਡੀਆ 'ਚ, ਵੀ ਜਿਹੜੀ ਸਟੇਟ ਦੀ ਹੈ ਉਹ ਕਿਸੇ ਕੋਲੋਂ ਬਾਹਰੋਂ ਨਹੀਂ ਲੈ ਸਕਦੀ? ਸਰ ਸਾਡਾ ਬੇਸਿਕਲੀ FPO ਨਹੀਂਗਾ, ਅਸੀਂ ਸਰ ਇੰਡੀਵਿਜੂਅਲੀ ਕਹਿ ਲਓ ਵੀ ਕੰਮ ਕਰ ਰਹੇ ਹਾਂ, ਤੇ ਅਸੀਂ FPO ਕੋਲੋਂ ਵੀ ਖਰੀਦ ਸਕਦੇ ਹਾਂ, ਕਿਸੇ ਕੋਲੋਂ ਵੀ ਖਰੀਦ ਸਕਦੇ ਹਾਂ, ਕੋਈ ਬਾਉਂਡੇਸ਼ਨ ਨਹੀਂ ਗੀ। ਬਹੁਤ ਸਾਰੇ ਫਾਰਮਰ ਜਿਹੜੇ ਪੰਜਾਬ ਦੇ ਜਿਹੜੇ ਮਸ਼ਰੂਮ ਗਰੋਵਰਸ ਨੇ ਉਹ ਸਾਨੂੰ ਮਸ਼ਰੂਮ ਦਿੰਦੇ ਨੇ। ਹੁਣ ਇਸ ਟਾਈਮ ਫਤਿਹਗੜ੍ਹ ਸਾਹਿਬ ਦੇ ਜਿਹੜੇ ਦੇ ਵਿੱਚੋਂ ਅਸੀਂ ਜਿਹੜਾ ਹੈਗਾ ਸਵੀਟ ਕੋਰਨ ਖਰੀਦ ਰਹੇ ਹਾਂ। ਸੋ ਕੋਈ ਬਾਉਂਡੇਸ਼ਨਸ ਨਹੀਂ ਗਿਆ ਸਰ। ਠੀਕ ਹੈ, ਪਰ ਮੈਂ ਇਹ ਜੇ ਕੁਝ ਕਿਸੇ ਨੂੰ ਪਤਾ ਹੋਵੇ ਵੀ ਜਿਹੜੀਆਂ FPOs ਹੈ ਇਹ ਡਿਫਰੈਂਟ ਸਟੇਟਸ ਦੀਆਂ, ਇਹ ਦੂਜੀ ਸਟੇਟ ਤੋਂ ਹੀ ਬਾਈ ਕਰ ਸਕਦੀ ਹੈ ਕਿ ਇਹਨਾਂ ਦੇ ਰਿਸਟ੍ਰਿਕਸ਼ਨ ਹੁੰਦੀ ਹੈ ਵੀ ਇਹਨਾਂ ਨੇ ਆਪਣੀ ਸਟੇਟ ਤੋਂ? ਸਰ ਇਹਦੇ ਉੱਤੇ ਜਿਹੜਾ ਹੈਗਾ ਨਾ ਸਰ ਮੇਰੀ ਨੌਲੇਜ ਨਹੀਂ, ਸ਼ਾਇਦ ਪਨੀਤ ਭਾਜੀ ਤੁਹਾਨੂੰ ਸ਼ਾਇਦ ਬੈਟਰ ਦੱਸ ਪਾਉਣਗੇ। ਹਾਂ ਠੀਕ ਹੈ ਜੀ। ਇਹ ਰਮਨਪਾਲ ਜੀ ਇਹ ਸਵਾਲ ਦਾ ਤੁਸੀਂ ਜਵਾਬ ਲੈਣਾ ਜੀ, ਫਿਰ ਸਾਨੂੰ ਦੱਸਿਓ। ਅੱਛਾ, ਅੱਗੋਂ ਇਹ ਗੱਲ ਹੈ ਕਿ ਜਿਹੜੇ ਤੁਹਾਡੇ ਨਾਲ ਫਾਰਮਰ ਫਿਰ ਜੁੜਦੇ ਆ, ਤੁਸੀਂ ਇਹਨਾਂ ਨੂੰ ਟ੍ਰੇਨਿੰਗ ਵੀ ਦਿੰਦੇ ਜੀ ਵੀ ਜੇ ਸਾਡੇ ਨਾਲ ਲੱਗੋ? ਬਿਲਕੁਲ ਬਿਲਕੁਲ ਸਰ, ਜਿੰਨੇ ਵੀ ਕ੍ਰਿਸ਼ੀ ਵਿਗਿਆਨ ਕੇਂਦਰਸ ਨੇ ਸਰ, ਹਰ ਸਾਲ ਉਹਨਾਂ ਦੇ ਵਿੱਚ ਹਰ ਇੱਕ ਜਿੰਨੇ ਤਕਰੀਬਨ ਸਰ 22-23 KVKs ਨੇ ਪੂਰੇ ਹਰਿਆਣਾ ਦੇ ਅੰਦਰ, ਸ਼ਾਇਦ ਜ਼ਿਆਦਾ ਹੋਣ, ਮੇਰੀ ਨੌਲੇਜ ਤੋਂ ਬਾਹਰ ਆ। ਤੇ ਅਸੀਂ ਸਾਰੇ KVKs ਜਿੰਨੇ ਵੀ ਜਿੱਦਾਂ ਯਮੁਨਾ ਨਗਰ, ਪਾਣੀਪਤ, ਕਰਨਾਲ, ਕੁਰਸ਼ੇਤਰ, ਸਾਰਿਆਂ ਮਸ਼ਰੂਮ ਦੀ ICR ਵੱਲੋਂ ਬਜਟ ਵੀ ਆਉਂਦਾ ਗਾ ਉਹਦਾ, ਤੇ ਟ੍ਰੇਨਿੰਗ ਜਿਹੜੀ ਪ੍ਰੋਵਾਈਡ ਕਰਕੇ ਉਹਨਾਂ ਨੂੰ ਹੈਂਡਸ ਔਨ ਟ੍ਰੇਨਿੰਗ ਵੀ ਦੇ ਦਿਆ ਨੇ, ਮਟੀਰੀਅਲ ਵੀ ਦੇ ਦਿੰਦਾ ਜੀ। ਜੀ ਠੀਕ ਹੈ ਜੀ, ਓਕੇ ਜੀ। ਮਿਹਰਬਾਨੀ ਬਾਜਵਾ ਸਾਹਿਬ। ਅਸੀਂ ਪੁਨੀਤ ਨੂੰ ਵੀ ਅਪਰੋਚ ਕਰ ਰਹੇ ਹਾਂ, ਬਹੁਤ ਜਲਦ ਅਸੀਂ ਉਹਨੂੰ ਉਹਦੇ ਸਮੇਂ ਦੇ ਅਕੋਰਡਿੰਗ ਉਹਨੂੰ ਲੈ ਕੇ ਆਵਾਂਗੇ ਆਪਣੇ ਸਟੇਸ਼ਨ ਦੇ ਵਿੱਚ ਜੀ। ਨੈਕਸਟ ਪ੍ਰੀਤਮ ਸਿੰਘ ਜੋਲ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਬੜਾ ਮਨ ਖੁਸ਼ ਹੋਇਆ ਨੌਜਵਾਨ ਨੂੰ ਤਰੱਕੀ ਕਰਦਾ ਦੇਖਦੇ। ਪੰਜਾਬ ਦੇ ਨੌਜਵਾਨ ਵੀ ਅਸੀਂ ਇਸ ਤਰ੍ਹਾਂ ਦੇ ਦੇਖਣੇ ਚਾਹੁੰਦੇ ਹਾਂ, ਜਿਵੇਂ ਤੁਸੀਂ ਹਰਿਆਣੇ ਦਾ ਦੱਸਿਆ, ਪੰਜਾਬ ਵਿੱਚ ਵੀ ਕੋਈ ਟ੍ਰੇਨਿੰਗ ਸੈਂਟਰ ਖੋਲ੍ਹਿਆ ਜਾਂ ਖੋਲ੍ਹਣ ਦਾ ਇਰਾਦਾ ਤੁਹਾਡਾ, ਤਾਂ ਅੱਛੀ ਗੱਲ ਹੈ। ਜੀ 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 ਸਰ, ਅਗਰ ਕ੍ਰਿਸ਼ੀ ਵਿਗਿਆਨ ਕੇਂਦਰ ਟ੍ਰੇਨਿੰਗ ਆਰਗੇਨਾਈਜ਼ ਕਰੇ ਤੇ ਅਗਰ ਸਾਨੂੰ ਅਪਰੋਚ ਕਰਦਾਗਾ ਤੇ ਸਾਡੇ ਦਰਵਾਜ਼ੇ ਜਿਹੜੇ ਨੇ ਸਾਡੇ ਹੱਥ ਹਮੇਸ਼ਾ ਖੁੱਲੇ ਨੇ ਸਰ ਉਹਨਾਂ ਵਾਸਤੇ। ਕਿਉਂਕਿ ਦੇਖੋ, ਭਾਵੇਂ ਜ਼ਿਮੀਦਾਰ ਜਿਹੜਾ ਗਾ, ਸਾਡੀ ਤਾਂ ਇੱਕੋ ਹੀ ਸੋਚ ਰਹਿੰਦੀ ਕਿ ਭਾਵੇਂ ਉਹ ਹਰਿਆਣੇ ਦਾ ਹੋਵੇ ਭਾਵੇਂ ਪੰਜਾਬ ਦਾ ਹੋਵੇ, ਉਹ ਐਟ ਐਂਡ ਆਫ ਦਾ ਡੇ ਜਿਹੜਾ ਗਾ ਮਸ਼ਰੂਮ ਫਾਰਮਰ ਆ। ਤੇ ਮਸ਼ਰੂਮ ਫਾਰਮਰ ਜਿਹੜਾ ਗਾ, ਮਸ਼ਰੂਮ ਇੰਡਸਟਰੀ ਗਰੋ ਕਰਨੀ ਚਾਹੀਦੀ ਹੈ, ਮਸ਼ਰੂਮ ਫਾਰਮਿੰਗ ਗਰੋਥ ਕਰਨੀ ਚਾਹੀਦੀ ਹੈ। ਉਹਦੇ ਵਾਸਤੇ ਕੁਝ ਵੀ ਕਰਨਾ ਪਵੇ ਆਪਾਂ ਕਰਨ ਨੂੰ ਤਿਆਰ ਹਾਂ ਸਰ, ਕਿਸੇ ਵੀ ਪੁਆਇੰਟ ਦੇ ਉੱਤੇ। ਬਹੁਤ ਧੰਨਵਾਦ। ਜੇ ਕ੍ਰਿਸ਼ੀ ਵਿਗਿਆਨ ਨਾ ਕਰਨ, ਆਪਣਾ ਵੀ ਕੋਈ ਇਰਾਦਾ ਹੈ ਖੋਲਣ ਦਾ ਕੋਈ ਟ੍ਰੇਨਿੰਗ ਸੈਂਟਰ? ਸਰ ਆਪਣਾ ਜੇ ਮੰਨ ਕੇ ਚਲੋ ਟ੍ਰੇਨਿੰਗ ਸੈਂਟਰ ਸਰ, ਕਿਉਂਕਿ ਸਾਲ ਦੇ ਅੰਦਰ ਨਾ 1-2 ਦਿਨ ਹੀ ਹੋ ਸਕਦੇਗੀ। ਅਗਰ ਮੰਨ ਕੇ ਚਲੋ ਜਿਹੜੇ ਰੀਜਨਲ ਯੂਨਿਟਸ ਨੇ, ਜਿਵੇਂ ਮੰਨ ਕੇ ਚਲੋ ਇੱਥੇ ਕਾਕੜਾ ਦੇ ਵਿੱਚ ਇੱਕ ਫਾਰਮਰ ਨੇ ਅਮਰਜੀਤ ਸਿੰਘ ਜੀ, ਉਹਨਾਂ ਕੋਲ ਆਪਣਾ ਬੀਜ ਆਂਦਾ ਗਾ, ਉੱਥੇ ਅਸੀਂ ਇੱਕ ਟ੍ਰੇਨਿੰਗ ਪ੍ਰੋਗਰਾਮ ਆਰਗੇਨਾਈਜ਼ ਕਰ ਲਈਏ। ਜਿਵੇਂ ਰੰਧਾਵਾ ਮਸ਼ਰੂਮ ਫਾਰਮ ਆਪਣਾ ਮਹਿਤੇ ਵੇ, ਉੱਥੇ ਆਪਾਂ ਟ੍ਰੇਨਿੰਗ ਆਰਗੇਨਾਈਜੇਸ਼ਨ ਟ੍ਰੇਨਿੰਗ ਪ੍ਰੋਗਰਾਮ ਕਰਵਾ ਸਕਦੇ ਹਾਂ। ਇਹਦੇ ਨਾਲ ਨਾਲ ਗਿੱਲ ਮਸ਼ਰੂਮ ਫਾਰਮ ਆਪਣਾ ਖਮਾਣੋਗਾ, ਉੱਥੇ ਅਸੀਂ ਆਰਗੇਨਾਈਜ਼ ਕਰਵਾ ਸਕਦੇ ਹਾਂ। ਰੀਜਨਲ ਜਿੱਥੇ ਹਰ ਏਰੀਆ ਦੇ ਵਿੱਚ ਅਲੱਗ-ਅਲੱਗ ਏਰੀਆ ਦੇ ਵਿੱਚ ਅਲੱਗ-ਅਲੱਗ ਫਾਰਮਰਸ ਜਿੱਥੇ ਈਜ਼ੀਲੀ ਪਹੁੰਚ ਸਕਦੇ ਹੋਣ, ਹੈਂਡਸ ਔਨ ਪ੍ਰੈਕਟੀਕਲੀ ਟ੍ਰੇਨਿੰਗ ਹੋਵੇ। ਬਹੁਤ ਅੱਛੀ ਗੱਲ ਹੈ ਜੀ। ਪਨੀਤ ਨੇ ਜਵਾਬ ਦੇ ਵੀ ਦਿੱਤਾ ਹੈ ਡਾਕਟਰ ਵਿਸ਼ਪਾਲ ਬਾਜਵਾ ਜੀ ਦਾ, ਤੇ ਪਨੀਤ ਆਪਣੀ ਮੀਟਿੰਗ 'ਚ ਵੀ ਸ਼ਾਮਲ ਹੈ। ਤੇ ਮੈਂ ਸਿਰਫ ਇੱਕ ਐਡ ਕਰਨਾ ਚਾਹੁੰਦਾ ਹਾਂ, ਡਾਕਟਰ ਬਾਜਵਾ ਸਾਹਿਬ, ਜਿਹੜੀ ਬੋਲੀ ਹੁੰਦੀ ਆ ਉਹਦੇ ਪੈਸੇ ਜੇ ਤੇ ਪੰਚਾਇਤ ਕੋ ਜਾਣ ਬੜੀ ਚੰਗੀ ਗੱਲ ਹੈ, ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਪੰਚਾਇਤ ਕੋ ਨਹੀਂ ਜਾਂਦੇ। ਇਸ ਕਰਕੇ ਬਹੁਤ ਸਾਰੇ ਵੀਰਾਂ ਨੂੰ ਗਰਾਊਂਡ ਲੈਵਲ ਦੀ ਜੋ ਸਿਚੁਏਸ਼ਨ ਹੈ ਨਾ, ਜੋ ਦਿਖਾਈ ਜਾਂਦੀ ਆ ਕਾਗਜ਼ਾਂ 'ਚ, ਉਹ ਹੋ ਰਿਹਾ। ਜੇ ਤੁਸੀਂ ਵੈਬਸਾਈਟਾਂ ਤੇ ਪੜ੍ਹੋਗੇ ਕੁਝ ਹੋ ਰਿਹਾ ਤੇ ਗਰਾਊਂਡ ਤੇ ਕੁਝ ਹੋਰ ਹੋ ਰਿਹਾ ਨਾ ਜੀ। ਫਿਰ ਉਹ ਜੇ ਉਹ ਪੰਚਾਇਤ ਦੀ ਜ਼ਮੀਨ ਹੈ, ਜ਼ਮੀਨ ਤਾਂ ਪੰਚਾਇਤ ਦੀ ਹੈ ਨਾ ਜੀ। ਨਾ ਜੀ ਕੁਝ ਪਰਸੈਂਟੇਜ ਪੰਚਾਇਤ ਕੋ ਰਹਿੰਦੀ, ਬਾਕੀ ਜਿਵੇਂ 60-70% ਉਹ ਬਲਾਕ ਵਾਲੇ ਲੈ ਜਾਂਦੇ ਆ। ਅਗਰ ਨਾ ਉਹ ਪੈਸੇ ਫਿਰ ਕੌਣ ਲੈ ਜਾਂਦਾ? BDP ਆਫਿਸ ਜਮਾ ਹੋਇਆ। ਅੱਜ ਦਾ ਟੌਕ ਬਹੁਤ ਪਿਆਰਾ ਵਾ, ਮਸ਼ਰੂਮ ਤੇ ਰਹੀਏ, ਬਾਕੀ ਗੱਲੇ ਝਗੜਿਆਂ 'ਚ ਨਾ ਪਈਏ। ਮੈਂ ਤਾਂ ਇਸ ਕਰਕੇ ਕਾਲ ਕੀਤੀ ਸੀ ਬਈ
ਪੰਜਾਬ ਦੇ ਵਿੱਚ ਮਸ਼ਰੂਮ, ਮੇਰਾ ਕਲਾਸ ਫੈਲੋ ਸੀਗਾ ਅਰਲੀ 70s ਦਾ, ਉਹਦਾ ਨਾਂ ਕਰਮਜੀਤ ਸਿੰਘ ਹੈ, ਮਰਿੰਡੇ ਦੇ ਲਾਗੇ ਚਾਗੇ ਦਾ। ਉਹ ਇੱਥੇ ਉਹਨਾਂ ਫਾਰਮਿੰਗ ਕਿਸੇ ਪ੍ਰਾਈਵੇਟ ਕੰਪਨੀ ਨਾਲ ਉਹ ਕੰਮ ਕਰਦੇ ਸੀਗੇ ਆਇਓਵਾ ਸਟੇਟ 'ਚ, ਔਰ ਉਹਨਾਂ ਜਾ ਕੇ ਪੰਜਾਬ 'ਚ ਉਹ ਪਹਿਲ ਕਰਮੀ ਉਹਨਾਂ ਨੇ ਕੀਤੀ ਹੈ ਪੰਜਾਬ 'ਚ ਮਸ਼ਰੂਮ ਦੀ ਖੇਤੀ ਨੂੰ ਚਲਾਉਣ ਵਾਸਤੇ, ਅਰਲੀ 90s ਲੇਟ 80s। ਸੋ ਅਗਰ ਕਿਸੇ ਨੂੰ ਉਹਨਾਂ ਦਾ ਹੋਏਗਾ ਤਾਂ ਮੈਂ ਉਹਨਾਂ ਦਾ ਜਿਹੜਾ ਨੰਬਰ ਹੈ ਉਹਨਾਂ ਦੀ ਕੰਪਨੀ ਦਾ, ਉਹ ਮੈਂ ਤੁਹਾਨੂੰ ਭੇਜ ਸਕਦਾ। ਧੰਨਵਾਦ। ਠੀਕ ਹੈ ਜੀ ਬਾਜਵਾ ਸਾਹਿਬ, ਮਿਹਰਬਾਨੀ। ਨੈਕਸਟ ਅਮਰਜੀਤ ਮਾਨ ਸਾਹਿਬ। ਅਸੀਂ ਤਾਂ ਕੁਐਸਚਨ ਤਾਂ ਕੋਈ ਨਹੀਂ ਜੀ, ਅੰਮ੍ਰਿਤਪਾਲ ਸਿੰਘ ਬਾਜਵਾ ਨੂੰ ਵਧਾਈਆਂ ਦਿੰਦੇ ਆ, ਮੁਬਾਰਕਾਂ ਦਿੰਦੇ ਆ, ਜਿਨ੍ਹਾਂ ਨੇ ਇੰਨਾ ਵੱਡਾ ਜੋ ਰਾਹ ਦਿਖਾਵਾ ਬਣੇ ਨੇ ਨੌਜਵਾਨਾਂ ਲਈ। ਤੇ ਆਪਾਂ ਸਾਰੇ ਹੀ ਇਹੀ ਸੋਚਦੇ ਹਾਂ ਕਿ ਹਰ ਪਿੰਡ ਦੇ ਵਿੱਚ ਇੱਕ ਇੱਦਾਂ ਦਾ ਅੰਮ੍ਰਿਤਪਾਲ ਸਿੰਘ ਬਾਜਵਾ ਜਾਂ ਪਹਿਲਾਂ ਜਿਹੜੇ ਪਿਛਲੇ ਹਫ਼ਤੇ ਸੀਗੇ ਆਪਣੇ ਨੌਜਵਾਨ, ਉਹ ਇੱਦਾਂ ਦੇ ਉਦਮੀ ਪੈਦਾ ਕਰੀਏ। ਸਾਡੇ ਵੀ ਅੰਮ੍ਰਿਤਪਾਲ ਸਿੰਘ ਬਾਜਵਾ ਜੀ ਜੌਹਲ ਸਾਹਿਬ ਆਪਣੇ ਭਵਾਨੀਗੜ੍ਹ ਕੋਲੇ ਕਾਕੜਾ ਪਿੰਡ ਨੌਜਵਾਨ ਬਹੁਤ ਉਦਮ ਨਾਲ ਕੰਮ ਕਰ ਰਿਹਾ ਹੈ ਖੁੰਬਾਂ ਤੇ। ਪਹਿਲਾਂ ਉਹਨੇ ਇੱਕ ਝੌਂਪੜੀ ਬਣਾਈ, ਫਿਰ 2, ਫਿਰ 4, ਫਿਰ 9, ਤੇ ਉਹ 4 ਵੀਹਾਂ ਦੇ ਵਿੱਚ ਝੌਂਪੜੀਆਂ ਤੇ 5 ਲੱਖ ਦੀ ਇਨਕਮ ਜੀ। ਹੁਣ ਉਸਨੇ ਜੋ ਹਾਰਟੀਕਲਚਰ ਵਿਭਾਗ ਦਾ ਇੱਕ ਸਕੀਮ ਹੈ ਕਿ ਤੁਸੀਂ ਏਸੀ ਯੂਨਿਟ ਲਾ ਸਕਦੇ ਹੋ, ਉਸਨੇ 20 ਲੱਖ ਰੁਪਏ ਦਾ ਉਹ ਏਸੀ ਯੂਨਿਟ ਲਾਇਆ, ਜਿਹਦੇ 'ਚ 40% ਸਬਸਿਡੀ ਹੁੰਦੀ ਹੈ, 8 ਲੱਖ ਸਬਸਿਡੀ ਮਿਲੀ ਹੈ। ਪਹਿਲਾਂ ਉਹ ਲੇਬਰ ਤੋਂ ਬੈਗ ਭਰਾਉਂਦਾ ਸੀਗਾ ਜੀ, ਹੁਣ ਉਸਨੇ ਆਟੋਮੈਟਿਕ ਮਸ਼ੀਨ ਬਣਾ ਲਈ ਹੈ, 5 ਲੱਖ ਦੀ ਉਹ ਬੈਗ ਵੀ ਆਟੋਮੈਟਿਕਲੀ ਭਰੇ ਜਾਂਦੇ ਨੇ। ਤੇ ਅਸੀਂ ਉਹਨਾਂ ਤੋਂ ਲੈ ਕੇ ਵੀ ਆਉਂਦੇ ਹਾਂ ਬੈਗ, ਜਿਹੜੇ ਅਸੀਂ ਆਪ ਲਿਆ ਕੇ ਭਰਾਏ ਰੱਖ ਲੈਂਦੇ ਹਾਂ। ਤੇ ਆਪਣੇ ਵੀ KVK ਦੇ ਵਿੱਚ ਖੇੜੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਜੀ। ਕੋਈ ਵੀ ਵਿਸ਼ਾ ਨਹੀਂ ਜਿਹਦੇ ਨਾ KVK ਵੱਲੋਂ ਬਾਹਰ ਟ੍ਰੇਨਿੰਗ ਦੇਣ, ਪਰ ਉਹ ਮੰਨਦੇ ਕਿ ਜੋ ਅੰਮ੍ਰਿਤਪਾਲ ਸਿੰਘ ਬਾਜਵਾ ਨੇ ਆ ਕੇ ਟ੍ਰੇਨਿੰਗ ਦੇ ਦੇਣੀ ਆ, ਉਹ ਉਹਨਾਂ ਕੋਲੇ ਉਹਨੇ ਐਕਸਪਰਟ ਸ਼ਾਇਦ ਪੰਜਾਬ 'ਚ ਨਾ ਹੋਣ ਉਦਮੀ। ਤਾਂ ਆਓ ਆਪਾਂ ਸਾਰੇ ਰਲ ਕੇ ਇੱਦਾਂ ਦੇ ਉਦਮੀ ਪੈਦਾ ਕਰੀਏ। ਧੰਨਵਾਦ ਜੀ। ਜੀ ਮਿਹਰਬਾਨੀ ਮਾਨ ਸਾਹਿਬ। ਨੈਕਸਟ ਰਾਜੇਸ਼ ਚਲੋਟਾ ਜੀ, ਤੁਸੀਂ ਫਿਰ ਹੱਥ ਖੜਾ ਕੀਤਾ ਜੀ ਸੈਕਿੰਡ ਟਾਈਮ। ਹਾਂਜੀ ਜੀ, ਮੈਂ 2 ਪ੍ਰਸ਼ਨ ਦੁਬਾਰਾ ਦਿਮਾਗ 'ਚ ਆ ਗਏ। ਮੈਂ ਕਿਹਾ ਹੁਣ ਅੰਮ੍ਰਿਤ ਜੀ ਹੈਗੇ ਨੇ, ਪੁੱਛ ਲੈਣਾ। ਅੰਮ੍ਰਿਤਪਾਲ ਸਿੰਘ ਜੀ, ਤੁਸੀਂ ਇੱਕ ਤਾਂ PhD ਕਰ ਰਹੇ ਹੋ, ਜਿਹੜੀ ਕਿ ਬਹੁਤ ਵਧੀਆ ਗੱਲ ਹੈ। ਦੂਸਰਾ ਮੈਂ ਸੋਚ ਰਿਹਾ ਸੀ ਕਿ ਵੀ ਜਿਹੜਾ ਤੁਸੀਂ ਰਿਸੋਰਸ ਜਿਹੜੇ ਤੁਸੀਂ ਕਹਿੰਦੇ ਹੋ ਕੰਪੋਸਟ ਵਗੈਰਾ ਤੁਸੀਂ ਬਣਾਉਂਦੇ ਹੋ, ਤੁਹਾਡਾ ਕੋਈ HAU ਜਾਂ ਕੋਈ ਹੋਰ ਐਗਰੀਕਲਚਰ ਯੂਨੀਵਰਸਿਟੀ ਵਾਲਿਆਂ ਦੇ ਨਾਲ ਵੀ ਕੋਲੈਬੋਰੇਸ਼ਨ ਜਾਂ ਕੋਈ ਤੁਹਾਡਾ ਨਾਲ ਕੰਮ ਹੈਗਾ ਜਾਂ ਸੋਚ ਰਹੇ ਹੋ? ਕਿਉਂਕਿ ਉਹਦਾ ਕਾਰਨ ਹੈਗਾ ਸਰ, ਮੈਂ ਇੱਕ ਮਿੰਟ, ਮੇਰਾ ਮੇਰੀ ਸੁਜੈਸ਼ਨ ਹੀ ਹੈ ਜਾਂ ਕਹਿ ਲਓ ਕਾਰਨ ਇਹ ਹੁੰਦਾ ਕਿ ਵੀ ਤੁਸੀਂ ਕੋਈ ਵੀ ਚੀਜ਼ ਜਦੋਂ ਆਪਾਂ ਰਿਸੋਰਸ ਵੇਸਟ ਜਿਹੜਾ ਨੂੰ ਆਪਾਂ ਰਿਸੋਰਸ ਦੇ ਤਰੀਕੇ ਨਾਲ ਯੂਜ਼ ਕਰਦੇ ਹਾਂ, ਸਾਨੂੰ ਥੋੜਾ ਬਹੁਤਾ ਉਹਦਾ ਐਨਾਲਿਸਿਸ ਵੀ ਕਰਵਾ ਲੈਣਾ ਚਾਹੀਦਾ। ਇਹਨਾਂ ਕਿ ਵੀ ਕੈਮੀਕਲ ਐਨਾਲਿਸਿਸ, ਉਹਦੀ ਕੰਪੋਜੀਸ਼ਨ ਕੀ ਹੈ, ਉਹਦੇ ਚ ਕੀ ਕੋਈ ਕੰਟੈਮੀਨੈਂਟ ਤੇ ਨਹੀਂ ਹੈ, ਕਿ ਵੀ ਉਹ ਥੋੜਾ ਜਿਹਾ ਸਿਸਟਮੈਟਿਕ ਸਟੱਡੀ ਹੁੰਦੀ ਹੈ ਕਿ ਜਿਹੜਾ ਕਿ ਤੁਹਾਡੀ ਆਰਗੇਨਾਈਜੇਸ਼ਨ ਨੂੰ, ਤੁਹਾਡੇ ਬਿਜ਼ਨਸ ਨੂੰ ਵੀ ਅੱਗੇ ਹੈਲਪਫੁਲ ਰਹੇਗੀ। ਕਿਉਂਕਿ ਅੱਗੇ ਤੁਹਾਡਾ ਜੋ ਕੰਮ ਵਧਣਾ ਹੈ ਤੇ ਤੁਹਾਡਾ ਕੰਪੀਟੀਸ਼ਨ ਵਧਣਾ, ਕੰਪੀਟੀਸ਼ਨ ਜਦੋਂ ਵਧਣਾ ਤੇ ਸਟੈਂਡਰਡਸ ਦੀ ਗੱਲ ਹੋਣ ਲੱਗ ਪੈਣੀ ਹੈ। ਤੇ ਮੈਂ ਤੁਹਾਨੂੰ ਥੋੜਾ ਜਿੰਨੀ ਕਹ ਲਓ ਸੁਜੈਸਸ਼ਨ ਹੈ ਜਾਂ ਪ੍ਰਸ਼ਨ ਹੀ ਹੈ ਕਿ ਵੀ ਤੁਸੀਂ ਜੇ ਕਿਸੇ ਐਗਰੀਕਲਚਰ ਯੂਨੀਵਰਸਿਟੀ ਜਾਂ ਕਿਸੇ ਨਾਲ ਏਦਾਂ ਮਿਲ ਕੇ ਕੋਈ ਸਿਸਟਮੈਟਿਕ ਸਟੱਡੀ ਵੀ ਕਰ ਸਕੋ ਤੇ ਉਹਦੇ ਬਾਰੇ ਵੀ ਤੁਸੀਂ ਸੋਚੋ ਸ਼ਾਇਦ। ਸਰ, ਸਾਡੀ ਆਰਗੇਨਾਈਜੇਸ਼ਨ ਬਾਜਵਾ ਮਸ਼ਰੂਮ ਫਾਰਮ ਦਾ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਮੋਡ ਦੇ ਉੱਤੇ ਚੌਧਰੀ ਚਰਨ ਸਿੰਘ ਹਰਿਆਣਾ ਐਗਰੀਕਲਚਰ ਯੂਨੀਵਰਸਿਟੀ ਦੇ ਨਾਲ 2018 ਤੋਂ MOU ਸਾਈਨ ਆ, ਜਿਹਦੇ ਵਿੱਚ ਜਿੰਨਾ ਵੀ ਬੀਜ ਚੌਧਰੀ ਚਰਨ ਸਿੰਘ ਹਰਿਆਣਾ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਮਸ਼ਰੂਮ ਦਾ ਵਿਕਦਾ ਗਾ ਤੇ ਉਹ ਅਸੀਂ ਤਿਆਰ ਕਰਕੇ ਦਿੰਦੇ ਹਾਂ। ਜਿੰਨਾ ਵੀ ਕੰਪੋਸਟ ਚੌਧਰੀ ਚਰਨ ਸਿੰਘ ਹਰਿਆਣਾ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਵਿਕਦਾ ਗਾ ਉਹ ਅਸੀਂ ਆਪਣੇ ਫਾਰਮ ਤੋਂ ਤਿਆਰ ਕਰਕੇ ਦਿੰਦੇ ਹਾਂ। ਉਸ ਤੋਂ ਬਾਅਦ ਜਿੰਨੇ ਵੀ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਵਿੱਚ ਟ੍ਰੇਨਿੰਗਸ ਹੁੰਦੀਆਂ ਨੇ, ਰੈਡੀ ਟੂ ਗਰੋ ਬੈਗਸ ਨੇ, ਉਹ ਜਿਹੜੇ ਫਾਰਮਰਸ ਨੂੰ ਅਸੀਂ ਤਿਆਰ ਕਰਕੇ ਅਸੀਂ ਆਪਣੇ ਫਾਰਮ ਤੋਂ ਦਿੰਦੇ ਹਾਂ। ਸੋ ਬੇਸਿਕਲੀ ਅਸੀਂ ਪਿਛਲੇ ਤਕਰੀਬਨ 12-13 ਸਾਲ ਤੋਂ ਤੇ ਅਸੀਂ ਐਜ਼ ਐਨ ਉਹਨਾਂ ਨਾਲ ਪ੍ਰਾਈਵੇਟਲੀ ਕੰਮ ਕਰ ਰਹੇ ਹਾਂ ਤੇ ਹੁਣ ਪਿਛਲੇ 5 ਸਾਲਾਂ ਦੇ ਤੋਂ ਤਕਰੀਬਨ ਉਹਨਾਂ ਨਾਲ MOU ਅੰਡਰ PPP ਮੋਡ ਦੇ ਵਿੱਚ ਕੰਮ ਕਰ ਰਹੇ ਹਾਂ। ਰਹੀ ਗੱਲ ਸਰ ਰਿਜ਼ਲਟ ਐਨਾਲਿਸਿਸ ਦੀ, ਜਿਹੜੀ ਸੈਂਟਰਲ ਸੋਇਲ ICR ਦੀ ਸੈਂਟਰਲ CSSRI ਕਰਨਾਲ ਦੇ ਵਿੱਚ ਜਿਹੜਾ ਗਾ ਆਪਣਾ ਉਹਦੀ ਸੈਂਪਲਸ ਅਸੀਂ ਮੰਥਲੀ ਬੇਸਿਸ ਤੇ ਜਾਂ ਕੁਆਟਰਲੀ ਬੇਸਿਸ ਤੇ ਭੇਜ ਕੇ ਉਹਦੇ ਆਰਗੈਨਿਕ ਕਾਰਬਨ NPK ਐਂਡ ਹੈਵੀ ਮੈਟਲਸ ਦੀ ਜਿਹੜੀ ਹੈ ਉਹ ਰਿਸਰਚ ਕਰਵਾ ਕੇ
ਅੱਛਾ ਅੱਛਾ ਸਰ ਇਹਦੇ ਨਾਲ ਹਲੇ ਸੈਂਟਰਲ ਰਾਈਟ ਨਾਓ ਸੋਇਲ ਸੈਲਿਨਿਟੀ ਰਿਸਰਚ ਸੈਂਟਰ ਹੈ ਕਰਨਾਲ ਦੇ ਕੋਲ। ਜੀ ਮੈਂ ਜਾਂਦਾ ਰਿਹਾ ਸਾਰੇ ਆਰਗੇਨਾਈਜੇਸ਼ਨ ਤੇ, ਮੈਂ HAU ਵੀ ਪਿਛਲੇ ਸਾਲ ਗਿਆ ਸੀ ਤੇ ਮੈਂ ਤਦ ਇੱਕਦਮ ਸੋਚਿਆ, ਮੈਂ ਕਿਹਾ ਕਿ ਬਈ ਦੇਖੋ ਇੰਨਾ ਵਧੀਆ ਕੰਮ ਕਰ ਰਹੇ ਹੋ ਤੇ ਜੇ ਕਿਸੇ ਏਦਾਂ ਪ੍ਰੋਫੈਸ਼ਨਲ ਇੰਸਟੀਟਿਊਟਸ ਨਾਲ ਵੀ ਕੰਮ ਹੋਵੇ ਤਾਂ ਇਟ ਇਜ਼ ਬੈਟਰ ਫॉर ਯੂ। ਯੂਨੀਵਰਸਿਟੀ ਦੇ ਅੰਦਰ ਸਰ ਜਦੋਂ ਤੁਸੀਂ ਮਸ਼ਰੂਮ ਡਿਪਾਰਟਮੈਂਟ ਦੇ ਅੰਦਰ ਜਾਓਗੇ ਜਾਂ ਉੱਥੇ ਜਿਹੜਾ ਉਹਨਾਂ ਦਾ ਫਾਰਮ ਯੂਨਿਟ ਉਹਨਾਂ ਤੇ ਜਾਓਗੇ ਤੇ ਉੱਥੇ ਆਪਣਾ ਬਕਾਇਦਾ ਬੋਰਡ ਲੱਗਾ ਹੋਇਆ ਹੈਗਾ ਬਾਜਵਾ ਮਸ਼ਰੂਮ ਫਾਰਮ ਦਾ। ਤੇ ਇਹ ਐਜ਼ ਅ ਇੰਡੀਵਿਜੂਅਲ ਆਰਗੇਨਾਈਜੇਸ਼ਨ ਕਹਿ ਲਓ, ਇੱਕ ਐਜ਼ ਅ ਫਾਰਮਰ ਕਹਿ ਲਓ, ਸਾਡੇ ਵਾਸਤੇ ਬਹੁਤ ਵੱਡੀ ਗੱਲ ਆ ਵੀ ਇੱਕ ਸੈਂਟਰਲ ਯੂਨੀਵਰਸਿਟੀ ਦੇ ਵਿੱਚ ਇੱਕ ਆਪਣੇ ਲੋਕਲ ਫਾਰਮਰ ਦਾ ਜਿਹੜਾ ਹੈਗਾ ਬੋਰਡ ਲੱਗਣਾ ਜੀ। ਔਰ ਇਹ ਚੀਜ਼ ਸਰ ਮੈਂ ਪੰਜਾਬ ਆਪਣਾ ਮਿਸ਼ਨ ਗ੍ਰਾਮ ਸਭਾ ਨੂੰ ਕਹਿੰਦਾ ਕਿ ਵੀ PAU ਨੇ ਕੁਝ ਏਦਾਂ ਦਾ ਪ੍ਰੋਗਰਾਮ ਕੀਤਾ ਹੋਇਆ ਕਿ PAU ਦੇ ਵਿੱਚ ਏਦਾਂ ਦੀ ਕੋਈ ਚੀਜ਼ ਹੈਗੀ ਹੈ, ਕਿਉਂਕਿ ਮੈਨੂੰ ਯਾਦ ਹੈ ਕਿ ਅੱਜ ਤੋਂ 15 ਕੇ 16 ਸਾਲ ਪਹਿਲਾਂ ਵੀ PAU ਵਾਲੇ ਰਿਸਰਚ ਕਰ ਰਹੇ ਸੀ ਰਾਈਸ ਸਟ੍ਰੋ ਦੀ ਮੈਨੇਜਮੈਂਟ ਤੇ, ਉਹਦੀ ਕੰਪੋਸਟ ਬਣਾ ਲਈਏ, ਫਲਾਂ ਕਰ ਲਈਏ, ਢਿਮਕਾਂ ਕਰ ਲਈਏ, ਬਟ ਆਈ ਥਿੰਕ ਹਾਲੇ ਤੱਕ ਮੈਨੂੰ ਕੋਈ ਖਬਰ ਮਿਲੀ ਨਹੀਂ। ਪਰ ਜੋ ਅੰਮ੍ਰਿਤ ਬਾਜਵਾ ਜੀ ਕਰ ਰਹੇ ਨੇ, ਇਹ ਡਾਕਟਰ ਸਰਦਾਰਾ ਸਿੰਘ ਜੋਹਲ ਹੋਰਾਂ ਨੇ ਮੇਰੇ ਕੋਲ 10 ਸਾਲ ਪਹਿਲਾਂ ਇੱਕ ਕ੍ਰਿਡ ਜਿਹੜੀ ਕਿ ਚੰਡੀਗੜ੍ਹ ਚ ਇੱਕ ਆਰਗੇਨਾਈਜੇਸ਼ਨ ਹੈ, ਉਹਦੇ ਚ ਵੀ ਉਹਨਾਂ ਨੇ ਪ੍ਰਪੋਜ਼ ਕੀਤਾ ਸੀ ਕਿ ਵੀ ਸਾਨੂੰ ਐਗਰੋ ਪ੍ਰੋਸੈਸਿੰਗ ਯੂਨਿਟ ਲਗਾਉਣ ਦੀ ਲੋੜ ਹੈ, ਕਿ ਜਿਹੜਾ ਕਿ ਹੋਰ ਹੈਗੇ ਸਨ ਬਾਜਵਾ ਸਰ ਦੂਸਰੇ ਜਿਨ੍ਹਾਂ ਨੇ ਕਿਹਾ ਸੀ ਫੋਕਲ ਪੁਆਇੰਟਸ ਵਾਲਾ, ਜਿਹੜਾ ਕਿ ਪਲੈਨਿੰਗ ਵਾਲਾ ਬਹੁਤ ਵਧੀਆ ਕਨਸੈਪਟ ਹੈ ਬਟ ਉਹਨੂੰ ਐਗਜ਼ੀਕਿਊਟ ਨਹੀਂ ਕੀਤਾ ਜਾ ਰਿਹਾ ਜਾਂ ਕੀਤਾ ਗਿਆ। ਆਈ ਥਿੰਕ ਪੰਜਾਬ ਦੀ ਪ੍ਰੋਬਲਮ ਥੋੜੀ ਵਧੀ ਪਈ ਹੈ, ਇਹਨੂੰ ਠੀਕ ਕਰਨ ਦੀ ਲੋੜ ਹੈ। ਬਹੁਤ ਬਸ ਮੇਰਾ ਇਹੀ ਹੈ ਜੀ ਕਮੈਂਟ ਐਂਡ ਕੁਐਸਚਨ। ਥੈਂਕ ਯੂ। ਸਹੀ ਗੱਲ ਸੀ ਰਾਜੀਵ ਸੋਢਾ ਜੀ। ਐਕਚੁਅਲੀ ਅਸੀਂ 2-3 ਹਫ਼ਤੇ ਪਹਿਲੇ ਡਾਕਟਰ ਸੋਹਣ ਸਿੰਘ ਵਾਲੇ ਸਾਹਿਬ ਨੂੰ ਬੁਲਾਇਆ ਸੀਗਾ, ਇੰਟੀਗ੍ਰੇਟਡ ਫਾਰਮਿੰਗ ਦੇ ਉੱਪਰ ਉਹਨਾਂ ਨੇ ਵਿਚਾਰ ਕੀਤੇ ਸੀ ਆਪਣੇ। ਉਹਦੇ ਵਿੱਚ ਜਿਹੜਾ ਵੇਸਟ ਮੈਨੇਜਮੈਂਟ ਸੀਗਾ, ਉਹਨਾਂ ਨੇ ਮੈਨੂੰ ਦੱਸਿਆ ਸੀ ਕਿ ਉਹਨਾਂ ਦੇ ਜਿਹੜਾ PAU ਦਾ ਆਪਣਾ ਜਿਹੜਾ 5 ਏਕੜ ਦਾ ਫਾਰਮ ਹੈ, ਉਹਦੇ ਵਿੱਚ ਉਹ ਕਿਸ ਤਰ੍ਹਾਂ ਜਿਹੜਾ ਮਲ ਮੂਤਰ ਹੈਗਾ ਜਿਹੜਾ ਫਾਰਮ ਤੋਂ ਨਿਕਲਦਾ ਹੈ, ਜਿਹੜਾ ਜਾਨਵਰਾਂ ਤੋਂ ਨਿਕਲਦਾ ਹੈ, ਉਹ ਪਸ਼ੂਆਂ ਦਾ ਕਿਸ ਤਰ੍ਹਾਂ ਵਾਪਸ ਉਸਦਾ ਵੇਸਟ ਮੈਨੇਜਮੈਂਟ ਹੁੰਦਾ, ਨਾਲੇ ਜਿਹੜਾ ਇਹ ਧੂਰੀ ਦੀ ਗੱਲ ਹੈਗੀ ਹੈ ਉਹ ਵੀ ਕਿਸ ਤਰ੍ਹਾਂ ਵੇਸਟ ਮੈਨੇਜਮੈਂਟ ਹੁੰਦਾ। ਲੇਕਿਨ ਇਹ ਲਾਰਜ ਸਕੇਲ ਦੇ ਉੱਪਰ ਹਾਲੇ ਇੰਪਲੀਮੈਂਟ ਕਰਨਾ ਹੈ ਪੰਜਾਬ ਨੇ। ਦੇਰ ਆਰ ਮਾਡਲ, ਲੇਕਿਨ ਉਹ ਲਾਰਜ ਸਕੇਲ ਦੇ ਉੱਪਰ ਹਾਲੇ ਇੰਪਲੀਮੈਂਟ ਨਹੀਂ ਵਾਈਡ ਸਪਰੈਡ ਨਹੀਂ ਹੈ, ਕਿਉਂਕਿ ਉਹ ਕਿਸਾਨ ਦੇ ਵਾਸਤੇ ਸਭ ਤੋਂ ਵੱਡੀ ਜਿਹੜਾ ਇਨਸੈਂਟਿਵ ਉਹ ਕੋਈ ਮਿਲਦਾ ਨਹੀਂ ਹੈ ਤੇ ਉਹਨੂੰ ਸਿਰਫ ਅੱਗ ਲਾ ਕੇ ਉਹ ਲੱਗਦਾ ਕਿ ਉਹਦਾ ਨਿਵਾਰਨ ਹੋ ਸਕਦਾ। ਤੇ ਇਸ ਤੋਂ ਵਧੀਆ ਤੇ ਇਹ ਹੈ ਕਿ ਕੋਈ ਸਾਨੂੰ ਲਾਰਜ ਸਕੇਲ ਕੋਈ ਦਾ ਮਾਡਲ ਬਣਾਉਣਾ ਪੈਣਾ। ਐਕਚੁਅਲੀ ਜੀ ਮੇਰੀ ਥੋੜੀ ਬਹੁਤੀ ਅਕਲ ਜਾਂ ਮੇਰੀ ਰਿਸਰਚ ਨੇ ਕੰਮ ਕੀਤਾ, ਮੈਂ ICAR ਦੇ ਬੰਦੇ ਨਾਲ ਵੀ ਗੱਲ ਕਰਦਾ ਰਹਿੰਦਾ। ਇੱਕ ਜ਼ੋਨਲ ਡਾਇਰੈਕਟਰ ਹੈਗੇ ਸਨ ਜਿਹੜੇ PAU ਬੈਠੇ ਹੋਏ ਸਨ, ਡਾਕਟਰ ਨਰੂਲਾ ਨਾਲ, ਉਹਨਾਂ ਨਾਲ ਵੀ ਗੱਲ ਹੋਈ ਸੀ। ਸਾਰੀ ਪ੍ਰੋਬਲਮ ਜਿਹੜੀ ਹੈਗੀ ਹੈ ਜਾਂ ਆਈ ਥਿੰਕ ਜਿਹੜੀਆਂ ਆਰਗੇਨਾਈਜੇਸ਼ਨਸ ਨੇ ਉਹ ਸਰ ਸੈਂਟਰ ਗਵਰਨਮੈਂਟ ਜੋ ਕਹਿੰਦੀ ਹੈ ਉਹਨਾਂ ਨੇ ਉਹੀ ਸਕੀਮਾਂ ਇੰਪਲੀਮੈਂਟ ਕਰਨੀਆਂ, ਜਦਕਿ ਜਿਹੜਾ ਕੰਮ ਅੰਮ੍ਰਿਤ ਬਾਜਵਾ ਜੀ ਹੋਰੀ ਕਰ ਰਹੇ ਨੇ ਉਹ ਹੈਗੀਆਂ ਕਿ ਵੀ ਗ੍ਰਾਸ ਰੂਟ ਤੋਂ ਉੱਪਰ ਜਾਰੀ ਚੀਜ਼ ਵੀ ਉਹਨੂੰ ਵੀ ਅਸੀਮੀਲੇਟ ਕੀਤਾ ਜਾਵੇ। ਪ੍ਰੋਬਲਮ ਇਹ ਹੋਈ ਪਈ ਹੈ ਇੰਡੀਅਨ ਆਰਗੇਨਾਈਜੇਸ਼ਨਸ ਦੀ ਕਿ ਉਹ ਉੱਪਰੋਂ ਦੀ ਚੀਜ਼ ਆਦੀ ਬਸ ਉਹਨੂੰ ਹੀ ਇੰਪਲੀਮੈਂਟ ਕਰਦੇ ਨੇ, ਜਦਕਿ ਪਹਿਲਾਂ ਵੀ ਮੈਂ ਇੱਕ ਵਾਰੀ ਕਿਹਾ ਸੀ ਕਿ ਵੀ ਸਾਨੂੰ ਸਿੰਥੇਸਾਈਜ਼ ਕਰਨ ਦੀ ਲੋੜ ਹੈ ਕਿ ਵੀ ਜੋ ਉੱਪਰੋਂ ਆ ਰਿਹਾ ਤੇ ਥੱਲੋਂ ਵੀ ਜਿਹੜੀ ਗਰਾਊਂਡ ਰਿਐਲਿਟੀ ਆ ਰਹੀ ਹੈ ਉਹਨੂੰ ਕੁਝ ਕੀਤਾ ਜਾਵੇ। ਹੁਣ ਪਤਾ ਨਹੀਂ ਤੁਸੀਂ ਆਪਣੇ ਮੰਚ ਤੋਂ ਕੁਝ ਕਰਾ ਸਕਦੇ ਹੋ ਜਾਂ ਘੱਟ ਤੋਂ ਘੱਟ ਉਹ ਇਨਫੋਰਮੇਸ਼ਨ ਉੱਪਰ ਤੱਕ ਪਹੁੰਚਾ ਸਕਦੇ ਹੋ। ICAR ਸਰ ਇਟਸ ਅ ਬਿਊਰੋਕ੍ਰੇਸੀ। ਬਿਊਰੋਕਰੇਟ ਜਿਹੜੇ ਨੇ ਉਹ ਸਾਹਿਬ ਨੇ ਅਫਸਰਵਾਦ ਬੰਦੇ ਨੇ, ਮੈਂ ਬਿਊਰੋਕ੍ਰੇਸੀ 'ਚ ਹੀ ਕੰਮ ਕਰ ਰਿਹਾ। ਬਟ ਗੱਲ ਹੈ ਕਿ ਵੀ ਅਸੀਂ ਮਾਸਸ ਤੋਂ ਇਨਫੋਰਮੇਸ਼ਨ ਲਈਏ, ਉਹਦੇ ਲਈ ਸਾਨੂੰ ਛੋਟੇ ਭਾਵੇਂ ਕੋਈ ਯੂਨਿਟ ਲਗਾਣੇ ਹੋਣ ਪੰਜਾਬ ਦੇ ਵਿੱਚ ਉਹ ਲੱਗਣ ਤੇ ਜਾ ਕੇ ਫਿਰ ਉੱਪਰ ਗੱਲ ਜਾਏ। ਦੇਖੋ ਜੀ ਗਰਾਊਂਡ ਰਿਐਲਿਟੀ ਤੇ ਇਹ ਹੈ, ਤੁਸੀਂ ਜੋ ਕਹਿੰਦੇ ਪਏ ਹੋ ਦੈਟਸ ਨਾਟ ਪ੍ਰੈਕਟੀਕਲ, ਇਟ ਮੇ ਬੀ ਬੋਰੋਡ ਕਨਸੈਪਟ ਬਿਕੋਜ਼ ਬਿਊਰੋਕਰੇਟਸ ਜਿਹੜੇ ਨੇ ਔਰ ਇੰਡੀਆ ਦੇ ਵਿੱਚ ਅਨਫੋਰਚੂਨੇਟਲੀ ਮੈਨੂੰ ਕਹਿਣਾ ਪੈਂਦਾ ਕਿ ਬਈ ਉਹ ਫੋਰਨ ਕਨਸੈਪਟਸ ਲਿਆ ਕੇ ਉੱਥੇ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰਦੇ ਨੇ ਵਿਦਆਊਟ ਟੈਸਟਿੰਗ ਇਟ, ਤੇ ਸਾਨੂੰ ਗ੍ਰਾਸ ਰੂਟ ਲੈਵਲ ਤੇ ਟੈਸਟ ਕਰਨ ਦੀ ਲੋੜ ਹੈ। ਡਾਕਟਰ ਜੋਤਾ ਜੀ ਮੈਨੂੰ ਬੜੀ ਖੁਸ਼ੀ ਹੋਈ ਤੁਹਾਡੀ ਗੱਲ ਸੁਣ ਕੇ। ਘੱਟੋ ਘੱਟ ਤੁਸੀਂ ਤਾਂ ਬਿਊਰੋਕ੍ਰੈਟਿਕ ਸ਼ੈਲ ਚੋਂ ਬਾਹਰ ਨਿਕਲ ਲੱਗੇ ਹੋ। ਤੁਸੀਂ ਸਪੈਸ਼ਲ ਆਓ ਸਾਡੇ ਕੋਲ ਮਹੀਨੇ ਵਾਸਤੇ। ਮੈਂ ਬਣਾ ਰਿਹਾ ਸਰ ਪ੍ਰੋਗਰਾਮ, ਮੈਂ ਅਗਲੇ ਸਾਲ ਤੇ ਆਵਾਂਗਾ ਥੋੜੀ ਜ਼ਿਆਦਾ ਦੇਰ ਲਈ। ਇੱਕ ਮਹੀਨੇ ਵਾਸਤੇ ਆਓ ਬੇਦੀ ਆਬਜੈਕਟਿਵ ਜਿੰਨੇ ਵੀ ਤੁਸੀਂ এনवायरमेंट ਨਾਲ ਸੰਬੰਧਿਤ ਸਮਝਦੇ ਹੋ ਵੀ ਆ ਹੋਣਾ ਚਾਹੀਦਾ, ਮੇਰੇ ਪਿੰਡ ਆਉਣਾ ਚਾਹੀਦਾ, ਉਹਨੂੰ ਲੈ ਕੇ ਆ। ਠੀਕ ਹੈ ਸਰ। ਲੈਟਸ ਡੂ ਇਟ ਫਾਈਨਲ। ਗੱਲ ਕੀ ਕੁਝ ਵੀ ਹਾਂਜੀ ਤਿਆਰ ਹੈ ਇਸ ਨੂੰ ਬਸ। ਹਾਂਜੀ ਮਿਹਰਬਾਨੀ ਜਲੋਟਾ ਜੀ। ਹਾਂਜੀ ਮਿਹਰਬਾਨੀ ਜਲੋਟਾ ਜੀ। ਪੁਨੀਤ ਠਿੰਡ ਸਾਹਿਬ ਤੁਸੀਂ ਕੁਝ ਕਹਿਣਾ ਚਾਹੁੰਦੇ ਸੀਗੇ, ਮੇਰੇ ਹੱਥ ਖੜਾ ਕੀਤਾ ਸੀ, ਉਸ ਤੋਂ ਬਾਅਦ ਫਿਰ ਤੁਸੀਂ ਡਾਊਨ ਕਰਤਾ ਸੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਨਹੀਂ ਮੈਂ ਜਸਟ ਇਸੇ ਕਰਕੇ ਉਹ ਵਨ ਲਾਈਨਰ ਦੱਸਦਾ ਸੀਗਾ ਜੋ
ਐਫਪੀਓ ਬਾਰੇ ਗੱਲ ਆਈ ਸੀ ਏਰੀਆ ਆਪਰੇਸ਼ਨ ਦੀ, ਉਹਦੇ 'ਚ ਕੋਈ ਰੈਸਟ੍ਰਿਕਸ਼ਨ ਐਸ ਸੱਚ ਨਹੀਂ ਹੈ। ਜਿਵੇਂ ਹੁਣ ਮੈਂ ਆਪਣੇ ਐਫਪੀਓ ਵੱਲੋਂ ਹੀ, ਮੈਂ ਵੀ ਫਿਲਹਾਲ ਕੈਨੇਡਾ ਹੀ ਹਾਂ, ਔਰ ਅਸੀਂ ਇੱਥੇ ਅਸੀਂ ਕੈਨੇਡਾ ਦੀਆਂ ਕੰਪਨੀਆਂ ਨਾਲ ਵੀ ਕੰਟਰੈਕਟ ਕਰ ਰਹੇ ਹਾਂ। ਇੱਥੋਂ ਮਸ਼ੀਨਾਂ ਇੰਡੀਆ ਲਈ ਅਸੀਂ ਡਿਸਪੈਚ ਕੀਤੀਆਂ। ਔਰ ਜੋ ਆਪਾਂ ਫੂਡ ਦੀ ਕਿਉਂਕਿ ਗੱਲ ਕਰ ਰਹੇ ਸੀ, ਪਹਿਲਾਂ ਤਾਂ ਕਿਉਂਕਿ ਅੰਮ੍ਰਿਤ ਨਾਲ ਤਾਂ ਸਾਡਾ ਬੜਾ ਪੁਰਾਣਾ ਰਿਲੇਸ਼ਨ ਆ। ਮੈਨੂੰ ਯਾਦ ਹੈ ਇੰਡੀਆ ਵੀ 1-1 ਘੰਟਾ ਅਸੀਂ ਗੱਲ ਕਰਦੇ ਹਾਂ ਐਗਰੀ ਬਿਜ਼ਨਸ ਦੀ, ਬਿਜ਼ਨਸ ਪਲਾਨ ਦੀ। ਔਰ ਮੇਰੇ ਲਈ ਤਾਂ ਬੜੀ ਖੁਸ਼ੀ ਵਾਲੀ ਗੱਲ ਆ, ਮੈਂ ਅੰਮ੍ਰਿਤ ਤੋਂ ਪਹਿਲਾਂ ਇਹਨਾਂ ਦੇ ਫਾਦਰ ਸਾਹਿਬ ਨਾਲ ਵੀ ਕਲੋਜ਼ਲੀ ਕੰਮ ਕੀਤਾ। ਔਰ ਜਿਹੜੀ ਫੂਡ ਵਾਲੀ ਗੱਲ ਮੈਂ ਕਹਿਣੀ ਚਾਹੁੰਦਾ ਸੀਗਾ, ਦੇਖੋ ਕੈਨੇਡਾ ਦਾ ਜਿਵੇਂ ਆਪਣੇ ਮਾਈਗ੍ਰੇਸ਼ਨ ਹੋ ਰਹੀ ਆ, ਮੈਂ 1 ਘੰਟਾ ਪਹਿਲਾਂ ਹੀ ਆਪਣੇ ਬਾਕੀ ਫੈਮਿਲੀ ਮੈਂਬਰ ਨਾਲ ਗਰੋਸਰੀ ਕਰਕੇ ਆਇਆ ਇੰਡੀਅਨ ਸਟੋਰ ਤੋਂ, ਫਰੈਸ਼ਕੋ ਤੋਂ। ਇਹ ਇੱਥੇ ਤਾਂ ਬਹੁਤ ਰਾਈਜ਼ਿੰਗ ਡਿਮਾਂਡ ਹੈ ਇੰਡੀਅਨ, ਪਾਕਿਸਤਾਨੀ, ਬੰਗਲਾਦੇਸ਼ੀ, ਤੇ ਜਿੰਨਾ ਵੀ ਕੰਪਨੀਆਂ ਨਾਲ ਹੁਣ ਤੱਕ ਅਸੀਂ ਡੀਲ ਕੀਤਾ, ਜਿਹੜੇ ਟੌਪ ਨੌਚ ਇੱਥੇ ਕੰਪਨੀਆਂ, ਚਾਹੇ ਉਹ ਲੋਬਲਾਜ਼ ਹੈ, ਫਰੈਸ਼ਕੋ ਹੈ, ਸੁਪਰ ਸਟੋਰ ਆ, ਜਿੰਨੇ ਵੀ ਇੰਡੀਅਨ ਸਟੋਰ ਹੈ, ਇਹਨਾਂ ਨੂੰ ਕੰਸਿਸਟੈਂਟ ਸਪਲਾਈ ਚਾਹੀਦੀ ਹੈ। ਉਹਦੇ ਲਈ ਆਈ ਥਿੰਕ ਉਹ ਇੱਕ ਲੰਮੀ ਚਰਚਾ, ਮੈਂ ਹੁਣ ਟਾਈਮ ਨਹੀਂ ਜ਼ਿਆਦਾ ਲੈਣਾ ਚਾਹੁੰਦਾ ਵੀ ਕੀ ਪੋਟੈਂਸ਼ੀਅਲ ਹੈ, ਕੀ ਹੈ, ਬਟ ਮੈਂ ਤਾਂ ਇੰਨਾ ਹੀ ਕਹਿਣਾ ਚਾਹੂੰਗਾ, ਚਾਹੇ ਜਿੰਨੇ ਵੀ ਅਸੀਂ ਇਸ ਐਕਸਪੋਰਟ ਮਾਰਕੀਟ ਨੂੰ ਟੈਪ ਕਰ ਰਹੇ ਹਾਂ, ਵੀ ਆਰ ਰਨਿੰਗ ਏ ਰਾਈਟ ਰੇਸ, ਇਹ ਤਾਂ ਸ਼ੋਰ ਹੈ। ਔਰ ਜਿੰਨਾ ਫਰਕ, ਕਿਉਂਕਿ ਪਹਿਲਾਂ ਮੈਂ ਯੂਐਸ ਦੀ ਮਾਰਕੀਟ ਨੂੰ ਸਟੱਡੀ ਕੀਤਾ, ਜਿੰਨਾ ਪੰਜਾਬ ਦਾ ਜਾਂ ਇੰਡੀਆ ਦਾ ਤੇ ਕੈਨੇਡਾ ਦਾ ਫਰਕ ਹੈ, ਇੰਨਾ ਹੀ ਫਰਕ ਕੈਨੇਡਾ ਤੇ ਯੂਐਸ ਦੀ ਮਾਰਕੀਟ ਦਾ। ਤੇ ਮੈਂ ਹੁਣ ਅੱਜ ਰਜਾਈਨਾ ਬੈਠਾ, ਰਜਾਈਨਾ ਤੋਂ ਲੈ ਕੇ ਕੈਲੀਫੋਰਨੀਆ ਤੱਕ ਦੀ ਜਿਹੜੀ ਮਾਰਕੀਟ ਹੈ, ਇਹ ਤਾਂ ਹੁਣ ਸਾਡੇ ਪੋਟੈਂਸ਼ੀਅਲ ਤੇ ਡਿਪੈਂਡ ਕਰਦਾ, ਸਾਡੀ ਵਿਜ਼ਡਮ ਤੇ ਡਿਪੈਂਡ ਕਰਦਾ, ਸਾਡੇ ਐਫਰਟ ਤੇ, ਸਾਡੇ ਰਿਸਕ ਟੇਕਿੰਗ ਕੈਪੈਸਿਟੀ ਤੇ ਡਿਪੈਂਡ ਕਰਦਾ ਵੀ ਅਸੀਂ ਉਹਨੂੰ ਕਿੰਨਾ ਕੁ ਐਕਸਪਲੋਰ ਤੇ ਐਕਸਪਲੋਇਟ ਕਰਦੇ ਹਾਂ। ਅੰਮ੍ਰਿਤ ਨੇ ਜਿਵੇਂ ਦੱਸਿਆ, ਬਾਕੀ ਸਾਡੇ ਇੰਡੀਆ ਤੋਂ, ਚਾਹੇ ਗੁਜਰਾਤ ਤੋਂ ਸਾਡੇ ਦੋਸਤ ਹੋਣ ਜਾਂ ਮਹਾਰਾਸ਼ਟਰ ਵਾਲੇ ਆ, ਉਹ ਤਾਂ ਕਰ ਹੀ ਰਹੇ ਆ ਕੰਮ। ਹੁਣ ਸਾਡੇ ਤੇ ਜ਼ਿੰਮੇਵਾਰੀ ਆ ਵੀ ਅਸੀਂ ਆਪਣੇ ਆਪ ਨੂੰ, ਜਿਹਨੂੰ ਕਹਿੰਦੇ ਨਾ, ਰਾਈਜ਼ ਟੂ ਦਾ ਓਕੇਜ਼ਨ। ਹੁਣ ਸਾਡੇ ਮੋਢਿਆਂ ਤੇ ਵੀ ਅਸੀਂ ਪੰਜਾਬ ਤੋਂ ਕਿੰਨੇ ਕੁ ਪ੍ਰੋਡਕਟ ਇੱਥੇ ਲਿਆ ਸਕਦੇ ਹਾਂ। ਦੁਨੀਆ ਸਾਡੇ ਪ੍ਰੋਡਕਟ ਇੱਥੇ ਵੇਚ ਹੀ ਰਹੀ ਆ। ਗੱਲ ਲੰਮੀ ਹੋ ਜੂਗੀ, ਜਸਟ ਮੈਂ 2 ਹੀ ਚੀਜ਼ਾਂ ਕਹਿਣਾ ਚਾਹ ਰਿਹਾ ਸੀਗਾ। ਇੱਕ ਤਾਂ ਐਫਪੀਓ ਦੇ ਆਪਰੇਸ਼ਨ ਦੇ ਜੋ ਕੁਐਸਚਨ ਰਿਸ਼ਪਾਲ ਜੀ ਦਾ ਆਇਆ ਸੀਗਾ, ਤੇ ਦੂਜਾ ਇਹ ਹੈ ਕਿ ਜੋ ਐਗਰੀ ਬਿਜ਼ਨਸ ਦਾ ਪੋਟੈਂਸ਼ੀਅਲ ਹੈ ਨਾ, ਹਿਊਜ ਹੈ। ਔਰ ਮੈਨੂੰ ਇੱਕ ਗੱਲ ਜ਼ਰੂਰ ਲੱਗਦੀ ਆ ਵੀ ਪੰਜਾਬ ਰਹਿਣਾ, ਕੈਨੇਡਾ ਰਹਿਣਾ, ਸਾਨੂੰ ਇਸ ਡਿਸਕਸ਼ਨ ਤੋਂ ਬਾਹਰ ਨਿਕਲ ਕੇ ਨਾ, ਜਦੋਂ ਬਿਜ਼ਨਸ ਦੀ ਗੱਲ ਕਰਨੀ ਹੈ, ਇਹ ਭੁੱਲ ਜਾਣਾ ਚਾਹੀਦਾ ਵੀ ਕਿੱਥੇ ਤੁਰ ਫਿਰ ਕੇ ਕੰਮ ਕਰਨਾ। ਮੈਨੂੰ ਸਰਦਾਰਾ ਸਿੰਘ ਜੌਹਲ ਦੀ ਉਹ ਗੱਲ ਯਾਦ ਆ ਕਿ ਗਲੀਆਂ ਚੋਂ ਨਿਕਲ ਕੇ ਬਾਜ਼ਾਰਾਂ ਚ ਆਈਏ। ਜੇ ਉਹ ਬਾਜ਼ਾਰ ਚੰਡੀਗੜ੍ਹ ਆ, ਚੰਡੀਗੜ੍ਹ ਨੂੰ ਫੜ ਲਓ, ਜੇ ਉਹ ਦਿੱਲੀ ਆ, ਦਿੱਲੀ ਫੜ ਲਓ, ਜੇ ਨਾਰਥ ਅਮਰੀਕਾ ਤਾਂ ਨਾਰਥ ਅਮਰੀਕਾ ਨੂੰ ਫੜ ਲਈਏ। ਬਿਜ਼ਨਸ ਲਈ ਤਾਂ ਸਾਨੂੰ ਇਮੋਸ਼ਨ ਛੱਡਣੇ ਪੈਣੇ ਆ। ਇਹ ਥੋੜਾ ਜਿਹਾ ਅਗੇਨ ਲੰਮੀ ਡਿਸਕਸ਼ਨ ਹੈ, ਬਟ ਰੀਅਲੀ ਡਿਲਾਈਟਡ ਟੂ ਸੀ ਕਿ ਜੋ ਸਾਡੇ ਭਰਾ ਕਰ ਰਹੇ ਆ। ਔਰ ਟੋਰਾਂਟੋ, ਮੈਨੂੰ ਯਾਦ ਆ ਬਰੈਂਪਟਨ ਜਿਸ ਦਿਨ ਸੀਗਾ, ਅੰਮ੍ਰਿਤ ਕਜ਼ਨ ਮਿਲਿਆ ਸੀਗਾ, ਉਹਦੇ ਗੱਲ ਹੋਈ ਸੀਗੀ, ਤੇ ਬਾਜਵਾ ਫੂਡ ਨੂੰ ਕੌਣ ਨਹੀਂ ਜਾਣਦਾ। ਆਪਾਂ ਕਰਾਂਗੇ ਪਰਸਨਲੀ ਗੱਲ। ਥੈਂਕ ਯੂ ਜੀ ਸਰ। ਥੈਂਕ ਯੂ ਪੁਨੀਤ ਜੀ। ਤੇ 2 ਪਰਸਪੈਕਟਿਵਸ ਦੇਖੇ ਅਸੀਂ ਇੱਥੇ, ਜਿਹੜੀ ਪੁਨੀਤ ਜੀ ਦੀ ਗੱਲ ਸੁਣ ਕੇ ਤੇ ਅੰਮ੍ਰਿਤ ਦੀ ਗੱਲ ਸੁਣ ਕੇ, ਕਿ ਅੰਮ੍ਰਿਤ ਦੀ ਗੱਲ ਕਹਿੰਦੀ ਹੈ ਕਿ ਡੋਮੈਸਟਿਕ ਦੀ ਜਿਹੜੀ ਉਹਨਾਂ ਦੀ ਪੂਰਤੀ ਹੈ ਉਹ ਨਹੀਂ ਹੋ ਰਹੀ, ਡੋਮੈਸਟਿਕ ਵਿੱਚ ਹੀ ਇੰਨਾ ਡਿਮਾਂਡ ਹੈ ਕਿ ਉਹਦੀ ਪੂਰਤੀ ਨਹੀਂ ਹੋ ਰਹੀ। ਤੇ ਪੁਨੀਤ ਦਾ ਪੱਖ ਇਹ ਹੈ ਕਿ ਜਿਹੜਾ ਐਕਸਪੋਰਟ ਹੈ ਉਹਦੇ ਵਿੱਚ ਵੀ ਕਾਫੀ ਪੋਟੈਂਸ਼ੀਅਲ ਹੈ। ਦੋਨੋਂ ਪੱਖ ਦੇ ਵਿੱਚ ਪੰਜਾਬ ਹੀ ਵਿਨਰ ਹੈ, ਬਿਕੋਜ਼ ਸਾਡੀ ਮਿੱਟੀ ਉਪਜਾਊ ਹੈ, ਸਾਡੇ ਕੋਲ ਹਰ ਰਿਤੂ ਹੈ, ਸਾਡੇ ਕੋਲ ਜਿਹੜੇ ਉਦਮੀ ਹੈਗੇ ਬੰਦੇ। ਸਿਰਫ ਜਿਹੜਾ ਨਿਰਾਸ਼ਾਵਾਨ ਜਿਹੜਾ ਇੱਕ ਮਾਹੌਲ ਕ੍ਰੀਏਟ ਕੀਤਾ ਹੋਇਆ, ਉਸ ਤੋਂ ਬਾਹਰ ਨਿਕਲਣਾ ਪੈਣਾ। ਇਹੀ ਮੇਰਾ ਸਵਾਲ ਸੀਗਾ, ਮੈਂ ਵੀ ਹੱਥ ਖੜਾ ਕੀਤਾ ਸੀਗਾ। ਅੰਮ੍ਰਿਤ, ਮੈਂ ਇਹੀ ਪੁੱਛਣਾ ਸੀਗਾ ਤੁਹਾਡੇ ਤੋਂ ਕਿ ਜਿਹੜਾ ਇੱਕ ਨੈਗੇਟਿਵਿਟੀ ਦਾ ਮਾਹੌਲ ਜਿਹੜਾ ਕ੍ਰੀਏਟ ਹੋਇਆ ਹੈ, ਇਹ ਜਾਣ ਕੇ ਕ੍ਰੀਏਟ ਕੀਤਾ ਗਿਆ ਹੈ ਤਾਂ ਜੋ ਪੰਜਾਬ ਜਿਹੜਾ ਹੈ ਪਿੱਛੇ ਵੱਲ ਧੱਕਿਆ ਜਾਏ, ਜਾਂ ਵਾਕਈ ਜਿਹੜਾ ਯੂਥ ਹੈਗਾ ਉਹਨੂੰ ਡਾਇਰੈਕਸ਼ਨ ਨਹੀਂ ਮਿਲ ਰਹੀ ਕਿ ਕਿਸ ਪਾਸੇ ਜਾਣਾ। ਸਰ ਬੇਸਿਕਲੀ ਨਾ ਇਹਦੇ ਵਿੱਚ ਮੈਂ 2 ਕਨਸੈਪਟ ਐਡ ਕਰਨਾ ਚਾਹਾਂਗਾ। ਸਭ ਤੋਂ ਪਹਿਲਾ ਕਨਸੈਪਟ ਆਇਆ, ਸਰ ਜੇ ਤੁਸੀਂ ਕੰਮ ਕਰਨਾਗਾ, ਜੇ ਕਿਸੇ ਨੇ ਵੀ ਅੱਗੇ ਵਧਣਾਗਾ, ਤੇ ਮੈਨੂੰ ਲੱਗਦਾਗਾ ਵੀ ਫੇਸਬੁੱਕ ਤੋਂ ਦੂਰ ਰਹਿਣ ਦੀ ਬਹੁਤ ਜ਼ਿਆਦਾ ਜ਼ਰੂਰਤ ਆ। ਤੇ ਜਦੋਂ ਮੈਂ ਵੀ ਫੇਸਬੁੱਕ ਚਲਾਉਂਦਾ ਸੀਗਾ, ਤੇ ਨੈਗੇਟਿਵਿਟੀ ਬਹੁਤ ਜ਼ਿਆਦਾ ਹੈ ਸਰ। ਤੁਸੀਂ ਇੱਕ ਵੀਡੀਓ ਜਾਂ ਕੋਈ 2 ਵੀਡੀਓ ਕੋਈ ਇਦਾਂ ਦੀਆਂ ਦੇਖ ਲਓ, ਤੇ ਸਾਰਾ ਦਿਨ ਤੁਹਾਡਾ ਖਰਾਬ ਕਰ ਦਿੰਦੀਆਂ। ਤੇ ਮੈਂ ਤੇ ਪਿਛਲੇ ਤਕਰੀਬਨ 1.5-2 ਸਾਲ ਦੇ ਜਿਹੜਾ ਹੈਗਾ ਫੇਸਬੁੱਕ ਜਿਹੜੀ ਬਿਲਕੁਲ ਟੋਟਲੀ ਬੰਦ ਕੀਤੀ ਹੋਈ ਹੈ। ਤੇ ਦੂਜਾ ਨੰਬਰ ਤੇ ਐਨਰਜੀ ਜਿਹੜੀ ਡਾਇਵਰਜਨ ਹੈ ਉਹ ਬਹੁਤ ਜ਼ਿਆਦਾ ਜ਼ਰੂਰੀ ਹੈਗੀ। ਤੁਸੀਂ ਨਾਰਮਲੀ ਫੇਸਬੁੱਕ ਤੇ ਜਾਂ YouTube ਤੇ ਜਾਂ ਇੰਸਟਾਗ੍ਰਾਮ ਤੇ ਤੁਸੀਂ ਇੱਕ ਚੀਜ਼ ਦੇਖਦੇ ਹੋ, ਤੇ ਮਤਲਬ ਇੱਥੋਂ ਬਹੁਤ
ਮਤਲਬ ਮੋਡੀਫਾਈਡ ਟਰੈਕਟਰਸ ਟਰਾਲੀਜ਼ ਜਿਹੜੀਆਂ ਨੇ ਉਹ ਐਕਸਪੋਰਟ ਟ੍ਰੇਲਰਸ ਦੇ ਵਿੱਚ ਰੱਖ ਕੇ ਜਿਹੜਾ ਹੈਗਾ ਉਹ ਆਪਾਂ ਪੰਜਾਬ ਤੋਂ ਕੈਨੇਡਾ ਜਾਂ ਅਮਰੀਕਾ ਕਿਤੇ ਵੀ ਜਾ ਰਹੀਆਂ ਨੇ। ਸੋ ਬੇਸਿਕਲੀ ਮੈਂ ਚਾਹੁੰਦਾ ਵੀ ਜਿੰਨੀ એનર્ਜੀ ਅਸੀਂ ਟਰੈਕਟਰ ਟਰਾਲੀ ਭੇਜਣ ਤੇ ਉੱਤੇ ਲਾ ਰਹੇ ਹਾਂ, ਉਨੀ એનર્ਜੀ ਆਪਣੇ ਫੂਡ ਪ੍ਰੋਡਕਟਸ ਨੂੰ ਭੇਜਣ ਤੇ ਲਾਈਏ। ਤੇ ਪੰਜਾਬ ਦੇ ਕੋਲ ਪੋਟੈਂਸ਼ੀਅਲ ਦੀ ਹੱਦ ਨਹੀਂ ਗੀ, ਤੇ ਪੰਜਾਬ ਉਹ ਪੂਰਤੀ ਨੂੰ ਜਿਹੜਾ ਹੈਗਾ ਮਤਲਬ ਕਰ ਸਕਦਾ ਹੈਗਾ। ਸਿਰਫ ਔਰ ਸਿਰਫ એનર્ਜੀ ਨੂੰ ਸਹੀ ਜਗ੍ਹਾ ਤੇ ਲਾਉਣ ਦੀ ਜ਼ਰੂਰਤ ਹੈ, ਤੇ ਇਹੀ ਕਨਸੈਪਟ ਹੈ ਸਰ। ਦੂਸਰਾ ਜਿਹੜਾ ਕੁਐਸਚਨ ਰਮਨ ਜੀ ਨੇ ਕਿਹਾ ਨਾ ਵਿੱਚ, ਮੈਂ ਉਹਦੇ 'ਚ ਐਡ ਕਰੂੰਗਾ ਥੋੜਾ ਜਿਹਾ। ਜਿਵੇਂ ਇੰਡਸਟਰੀ ਨੂੰ ਕੁਝ ਗੌਰਮੈਂਟ ਦੀਆਂ ਸਹੂਲਤਾਂ ਦੀ ਲੋੜ ਹੁੰਦੀ ਹੈ, ਜਿਵੇਂ ਬਿਜਲੀ ਜਾਂ ਇਨਫਰਾਸਟ੍ਰਕਚਰ ਜਾਂ ਕੁਝ ਬੇਸ ਦੀ, ਤਾਂ ਉਸ ਲੈਵਲ ਤੇ ਇੰਡਸਟਰੀ ਪਿਛਲੇ ਸਾਲਾਂ 'ਚ ਕੁਝ ਮੂਵ ਹੋ ਗਈ, ਕਿਸੇ ਨੂੰ ਪੈਰ ਨਹੀਂ ਲੱਗੇ ਜਾਂ ਉਹਨਾਂ ਦੀ ਡਿਮਾਂਡਸ ਆ, ਉਸ ਐਂਗਲ ਤੋਂ ਤੁਹਾਨੂੰ ਨਹੀਂ ਲੱਗਦਾ ਵੀ ਕੁਝ ਚੇਂਜ ਹੋਣੀ ਚਾਹੀਦੀ ਹੈ ਇੱਥੇ? ਸਰ ਚੇਂਜ ਸਰ ਬਹੁਤ ਸਕੀਮਸ ਐਸੀਆਂ ਨੇ ਜਿਨ੍ਹਾਂ ਵਾਸਤੇ ਅਸੀਂ ਅਵੇਅਰ ਹੀ ਨਹੀਂ ਹੈਗੇ। ਇੰਡੀਆ ਦੇ ਅੰਦਰ MSME ਡਿਪਾਰਟਮੈਂਟ ਆ। ਹੁਣ ਪੁਨੀਤ ਭਾਜੀ ਪਿਛਲੇ ਕਈ ਸਾਲਾਂ ਤੋਂ FPO ਦੇ ਅੰਦਰ ਕੰਮ ਕਰ ਰਹੇ ਨੇ। FPO ਦੇ ਵਿੱਚ 90% ਤੱਕ ਦੀ ਗ੍ਰਾਂਟਸ ਨੇ। ਇੰਨੇ ਅੱਛੇ ਯੂਨਿਟਸ, ਐਕਸਪੋਰਟ ਓਰੀਐਂਟਡ ਯੂਨਿਟ ਜਿਹੜੇ ਨੇ ਇੰਡੀਆ ਦੇ ਵਿੱਚ ਲੱਗੇ ਹੋਏ ਨੇ। ਤੇ ਦੂਜੇ ਨੰਬਰ ਤੇ ਜੇ MSME ਦੀ ਜੇ ਗ੍ਰਾਂਟਸ ਦੀ ਗੱਲ ਕਰੀਏ, ਅੱਜ ਵੀ ਜੇ ਕੋਈ ਫੂਡ ਪ੍ਰੋਸੈਸਿੰਗ ਤੇ ਰਿਲੇਟਡ ਕੋਈ ਵੀ ਯੂਨਿਟ ਲਗਾਉਂਦਾ ਗਾ, ਚਾਹੇ ਉਹ ਹਰਿਆਣਾ ਦੇ ਵਿੱਚ ਲਗਾਵੇ ਚਾਹੇ ਉਹ ਪੰਜਾਬ ਦੇ ਵਿੱਚ ਲਗਾਵੇ, ਤੇ ਉਹਦੀ ਮੈਕਸਿਮਮ ਗ੍ਰਾਂਟ 1 ਕਰੋੜ ਤੱਕ ਜਿਹੜਾ ਹੈਗਾ ਗ੍ਰਾਂਟ ਤੁਸੀਂ ਲੈ ਸਕਦੇ ਹੋ, ਜਾਂ ਸਬਸਿਡੀ ਤੁਸੀਂ ਗਵਰਨਮੈਂਟ ਕੋਲੋਂ ਲੈ ਸਕਦੇ ਹੋ, ਜਾਂ 35% ਦੀ ਸਲੈਬ ਹੋਵੇ ਜਾਂ 1 ਕਰੋੜ ਤੱਕ ਦੀ ਸਲੈਬ ਤੱਕ ਤੁਸੀਂ ਸਬਸਿਡੀ ਵਗੈਰਾ ਫੂਡ ਪ੍ਰੋਸੈਸਿੰਗ ਯੂਨਿਟ ਦੇ ਉੱਤੇ ਜਿਹੜੀ MSME ਡਿਪਾਰਟਮੈਂਟ ਕੋਲੋਂ ਲੈ ਸਕਦੇ ਹੋ। ਜੇ ਮਾਰਕੀਟਿੰਗ ਤੇ ਬਜਟ ਦੀ ਗੱਲ ਕਰੀਏ, ਮਾਰਕੀਟਿੰਗ ਦੇ ਬਜਟ ਵੀ ਤੁਹਾਨੂੰ ਉਹਦੇ ਉੱਤੇ ਵੀ ਕੁਛ ਨਾ ਕੁਛ ਸਬਸਿਡੀ ਉਹਨਾਂ ਦੀ ਹੈ ਵੇ। ਤੇ ਇਦਾਂ ਦੀ ਬਹੁਤ ਸਾਰੀਆਂ ਸਕੀਮਸ ਨੇ। ਮੈਂ ਤੇ ਇੱਕ ਚੀਜ਼ ਚਾਹਾਂਗਾ ਵੀ ਜੇ ਤੁਸੀਂ ਸਭ ਸਕੀਮਸ ਦੇ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ, ਤੁਸੀਂ ਆਪਣੇ ਜ਼ਿਲ੍ਹੇ ਦੇ MSME ਡਿਪਾਰਟਮੈਂਟ ਦੇ ਅੰਦਰ ਜਾਓ, ਦੇਖੋ ਕਿ ਤੁਹਾਡਾ ਜਿਹੜਾ ਪ੍ਰੋਜੈਕਟ ਆ, ਆਪਣਾ ਜਿਹੜਾ ਕੀ ਅਸੀਂ ਕੰਮ ਕਰਨਾ ਚਾਹੁੰਦੇ ਹਾਂ, ਪਹਿਲਾਂ ਤੇ ਉਹਨੂੰ ਇੱਕ ਬਰੀਫ ਪ੍ਰੋਜੈਕਟ ਬਣਾਓ। ਉਹ ਪ੍ਰੋਜੈਕਟ ਕਿਹੜੀ ਆਰਗੇਨਾਈਜੇਸ਼ਨ ਦੇ ਅੰਦਰ ਫਿੱਟ ਹੋ ਸਕਦਾ ਹੈਗਾ, MSME ਦੇ ਵਿੱਚ ਫਿੱਟ ਹੋ ਸਕਦਾ ਹੈਗਾ, MSME ਕੋਲ ਦਾ ਜਿਹੜਾ ਹੱਕ ਹੈ ਉਹ ਵੀ ਕੀਤਾ ਜਾਵੇ, ਕਿਉਂਕਿ ਉਹ ਵੀ ਜਿਹੜੇ ਆਪਣੇ ਟੈਕਸਿਸ ਦੇ ਵਿੱਚ ਉਹਨਾਂ ਕੋਲ ਜਾ ਰਿਹਾ ਹੈਗਾ। ਤੇ ਜੋ ਵੀ ਸਕੀਮ ਤੁਹਾਨੂੰ ਗਵਰਨਮੈਂਟ ਕੋਲੋਂ ਮਿਲਦੀ ਹੈ ਉਹ ਲੈਣੀ ਚਾਹੀਦੀ ਹੈ। ਦੂਜਾ ਨੰਬਰ, ਯੂਨਿਟ ਲਗਾਉਣਾ ਤੇ ਯੂਨਿਟ ਚਲਾਉਣਾ ਦੋਵੇਂ ਵੱਖਰੇ ਕੰਸੈਪਟਸ ਨੇ। ਜੇ ਰਹੀ ਗੱਲ ਸਬਸਿਡੀ ਤੱਕ ਸੀਮਤ ਰਹਿਣਾ ਗਾ, ਤੇ ਯੂਨਿਟ ਲੱਗ ਸਕਦਾ ਗਾ, ਯੂਨਿਟ ਚੱਲ ਨਹੀਂ ਸਕਦਾ। ਜੇ ਯੂਨਿਟ ਚਲਾਉਣਾ ਗਾ ਤੇ ਫਿਰ ਸਬਸਿਡੀ ਮੈਟਰ ਨਹੀਂ ਕਰਦੀ। ਤੇ ਮੇਰਾ ਤਾਂ ਸਿਰਫ ਇੱਕ ਇੰਨਾ ਕੁ ਕੰਸੈਪਟ ਦੇ ਉੱਤੇ ਅਸੀਂ ਜਿਹੜਾ ਗਾ ਕੰਮ ਕਰ ਰਹੇ ਹਾਂ। ਬਹੁਤ ਜੀ। ਪਰਮਜੀਤ ਜੀ, ਹੁਣ ਅਸੀਂ ਹੱਥ ਖੜਾ ਕੀਤਾ, ਇੱਕ ਸੈਕਿੰਡ। ਬ੍ਰਿਸ਼ਪਾਲ ਬਾਜਵਾ ਜੀ, ਤੁਸੀਂ ਫਿਰ ਦੁਬਾਰਾ ਹੱਥ ਖੜਾ ਕੀਤਾ ਜੀ। ਬ੍ਰਿਸ਼ਪਾਲ ਬਾਜਵਾ ਜੀ, ਕੋਈ ਨਹੀਂ। ਪਰਮਜੀਤ ਜੀ, ਅਸੀਂ ਪੰਜਾਬ ਸਟੇਟ ਵਾਸਤੇ ਆਪਾਂ ਸਾਰੇ ਹੀ ਚਿੰਤਤ ਹੈ, ਪਰ ਦੇਖੋ ਇਹ ਦੁਨੀਆ ਦਾ ਕਨਸੈਪਟ ਬਦਲ ਗਿਆ ਹੈ। ਪ੍ਰਾਈਵੇਟ ਇਨਵੈਸਟਰ ਜ਼ਿਆਦਾ ਕਾਮਯਾਬ ਹੋਣਗੇ ਜਿਹੜਾ ਗਾਂ ਦਾ ਟਾਈਮ ਆ ਰਿਹਾ, ਔਰ ਜਿਹੜੇ ਪ੍ਰਾਈਵੇਟ ਇਨਵੈਸਟਰ ਹੈ ਉਹ ਉੱਥੋਂ ਜਿਵੇਂ ਛੋਟੇ ਫਾਰਮਰ ਹੈ ਉਹਨਾਂ ਨਾਲ ਲਿੰਕ ਕਰਕੇ ਉਹ ਕਾਮਯਾਬ ਹੋ ਜਾਣਗੇ। ਸੋ ਜਿਹੜੀਆਂ ਉਹ ਕੋਆਪਰੇਟਿਵ ਜਾਂ ਜਿਹੜੇ ਦੁਨੀਆ ਭਰ ਦੇ ਜਿਹੜੇ ਕਾਮਨਸ ਹੈ, ਜੇ ਕਿਸੇ ਨੇ ਆਰਟੀਕਲ ਪੜ੍ਹਨਾ ਹੈ ਜਸਟ ਗੂਗਲ ਦੀ ਕਾਮਨਸ, ਉਹ ਤੁਹਾਨੂੰ ਫਿਰ ਪਤਾ ਲੱਗ ਜਾਊਗਾ ਕਿ ਜਿੰਨੇ ਵੀ ਕਾਮਨ ਸੀਗੇ, ਜਿਵੇਂ ਸੀ, ਸਪੇਸ, ਏਅਰ, ਪਾਣੀ, ਉਹ ਜਿਹੜੇ ਸਾਰੇ ਹੈ ਉਹ ਜ਼ਿਆਦਾ ਖਰਾਬ ਇਸੇ ਕਰਕੇ ਹੋਏ ਆ ਕਿ ਉਹਨਾਂ ਦਾ ਕੋਈ ਵਾਲੀ ਵਾਰਿਸ ਨਹੀਂ ਗਾ। ਜਿਵੇਂ ਇਹ ਆਪਣਾ ਅੰਮ੍ਰਿਤ ਕਰ ਰਿਹਾ, ਪੰਜਾਬ ਦੇ ਵਿੱਚ ਇਹੋ ਜਿਹੇ ਐਂਟਰਪ੍ਰੇਨਰ ਹੋਣੇ ਚਾਹੀਦੇ ਆ, ਔਰ ਜਿਹੜੇ ਕਿਸਾਨ ਹੈ ਉਹਨਾਂ ਨੂੰ ਇਹ ਜਿਹੜੀ ਨਾਅਰੇਬਾਜ਼ੀ ਆ ਉਹ ਛੱਡ ਕੇ ਕੰਮ ਵਾਲੇ ਪਾਸੇ ਲੱਗਣਾ ਚਾਹੀਦਾ। ਬਾਕੀ ਕਦੀ ਫਿਰ ਡਿਬੇਟ ਹੋਊਗੀ, ਫਿਰ ਗੱਲਾਂ ਕਰਾਂਗੇ। ਸੋ ਪਰ ਇਹ ਕੰਮ ਕਰਨ ਦੀ ਸਾਨੂੰ ਉੱਥੇ ਲੋੜ ਹੈ, ਬਾਕੀ ਸਭ ਕੁਝ ਠੀਕ ਹੈ। ਜਿਹੜੇ ਅਸੀਂ ਇੱਥੋਂ NRI ਆ, ਸਾਨੂੰ ਉੱਥੇ ਇਹੋ ਜਿਹਾ ਮਾਹੌਲ ਮਿਲਣਾ ਚਾਹੀਦਾ ਕਿ ਜਿਹਦੇ ਨਾਲ ਬੰਦਾ ਇਨਵੈਸਟ ਕਰੇ ਔਰ ਉਹ ਜਿਹੜੇ ਇਹ ਛੋਟੇ ਕੰਮ ਹੈ ਉਹ ਚਲਾਏ। ਧੰਨਵਾਦ ਜੀ। ਹਾਂਜੀ, ਮਿਹਰਬਾਨੀ ਬਾਜਵਾ ਜੀ। ਪਰਮਜੀਤ ਜੀ, ਅਸੀਂ ਸਮਾਪਤੀ ਵੱਲ ਚੱਲਦੇ ਹਾਂ ਤੇ ਅਨਾਉਂਸਮੈਂਟ ਵੀ ਕਰ ਦਈਏ। ਸਾਰੇ ਜੁੜੇ ਰਹੋ ਸਾਡੇ ਨਾਲ, ਇੱਕ ਅਨਾਉਂਸਮੈਂਟ ਕਰਨੀ ਅਸੀਂ। ਹਾਂਜੀ, ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜੇ ਸ਼ਾਮਲ ਸਰੋਤਿਆਂ ਦਾ ਜਿਹੜਾ ਹੈਗਾ ਧਿਆਨ ਮੈਂ ਇੱਧਰ ਦਿਵਾਉਣਾ ਚਾਹੁੰਦਾ ਵੀ ਆਪਾਂ ਜਿਹੜਾ ਪਹਿਲਾਂ ਹੁਣ ਤੱਕ ਦੀ ਕਨਕਲੂਜਨ ਕੱਢੀ ਹੈ ਵੀ ਪੰਜਾਬ ਲਈ ਸਾਰੇ ਚਿੰਤਤ ਹੈ ਤੇ ਕੁਛ ਕਰਨਾ ਚਾਹੁੰਦੇ ਹੋ, ਤੇ ਮਿਸ਼ਨ ਗ੍ਰਾਮ ਸਭਾ ਟੀਮ ਵੱਲੋਂ ਬਹੁਤ ਸਾਰੀਆਂ ਤੁਹਾਨੂੰ ਉਮੀਦਾਂ ਵੀ ਨੇ
ਤੇ ਸਾਡੀ ਅਨਾਉਂਸਮੈਂਟ ਜਿਹੜੀ ਉਹ ਉਸੇ ਗੱਲ ਨਾਲ ਸੰਬੰਧਿਤ ਸੀ। ਅੱਜ ਜਿਹੜੀ ਅਸੀਂ ਗੱਲਬਾਤ ਤੈਅ ਕੀਤੀ ਸੀਗੀ ਵੀ ਅਸੀਂ ਇੱਕ ਪੰਜਾਬ ਦੇ ਵਿੱਚ ਅਵੇਅਰਨੈਸ ਕੈਂਪੇਨ ਜਿਹੜੀ ਹੈਗੀ ਬਹੁਤ ਜਲਦ ਸ਼ੁਰੂ ਕਰਨ ਜਾ ਰਹੇ ਹਾਂ, ਜਿਹਦੇ ਵਿੱਚ ਜ਼ਿਲ੍ਹਾ ਲੈਵਲ ਤੇ ਅਸੀਂ ਜਿਹੜਾ ਹੈਗਾ ਆਪਦਾ ਸਟਰਕਚਰ ਬਣਾ ਲਿਆ ਹੈਗਾ। ਉਹ ਮੈਂਬਰ ਨੂੰ ਅਸੀਂ ਜਲਦੀ ਕੰਟੈਕਟ ਕਰਾਂਗੇ ਤੇ ਉਹ ਜਿਹੜੀ ਹੈਗੀ ਅੱਗੇ ਵਾਲੀ ਜਿਹੜੀ ਪਲਾਨ ਹੋਊਗੀ ਉਹਨਾਂ ਦੇ ਨਾਲ ਡਿਸਕਸ਼ਨ ਕਰਕੇ ਉਹ ਜਿਹੜਾ ਹੈਗਾ ਅੱਗੇ ਫਿਰ ਗਾਂ ਉਹਨੂੰ ਸਪਰੈਡ ਕਰਾਂਗੇ। ਤੇ ਉਹਦੇ ਵਿੱਚ ਕੀ ਹੈ, ਹਰੇਕ ਇੰਡੀਵਿਜੂਅਲ ਤੋਂ ਜਿਹੜਾ ਹੈਗਾ ਅਸੀਂ ਫੀਡਬੈਕ ਵੀ ਲਵਾਂਗੇ ਗੂਗਲ ਫਾਰਮ ਭੇਜ ਕੇ। ਤੇ ਉਹਦੇ ਵਿੱਚ ਜਿਹੜਾ ਯੂਥ ਹੈ ਜਿਹੜੀ ਸਾਡੀ ਕਾਲਜਾਂ 'ਚ ਸਕੂਲਾਂ 'ਚ ਉਹਨਾਂ ਨੂੰ ਹੁਣ ਛੁੱਟੀਆਂ ਹੋ ਜਾਣੀਆਂ ਹੈਗੀਆਂ ਜੂਨ ਦੇ ਵਿੱਚ, ਤਾਂ ਉਹਦੇ ਵਿੱਚ ਕੰਪੀਟੀਸ਼ਨ ਜਾਂ ਇਹ ਗ੍ਰਾਮ ਸਭਾ ਦੇ ਬਾਰੇ ਅਵੇਅਰਨੈਸ ਜਾਂ ਪੰਜਾਬ ਦੀ ਡਿਵੈਲਪਮੈਂਟ ਬਾਰੇ ਜੋ ਹੋਊਗਾ ਉਹ ਆਪਾਂ ਇੱਕ ਉਹਨਾਂ ਦੀ ਮੂਵਮੈਂਟ ਜਿਹੜੀ ਹੈਗੀ ਹੈ ਛੁੱਟੀਆਂ ਦੇ ਵਿੱਚ ਜੂਨ ਦੇ ਵਿੱਚ ਸ਼ੁਰੂ ਕਰਾਂਗੇ ਸਾਰੇ ਮਿਲ ਕੇ। ਤਾਂ ਇਹਦਾ ਜਿਹੜਾ ਮਕਸਦ ਹੋਊਗਾ ਇਹ ਵੀ ਜਿਵੇਂ ਪਿੰਡ ਜਗਾਓ ਪੰਜਾਬ ਬਚਾਓ, ਵੀ ਮਤਲਬ ਪਿੰਡਾਂ ਨੂੰ ਅਵੇਅਰ ਕਰਨਾ, ਤਾਂ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਨੂੰ ਕੰਮ ਲਾਉਣਾ, ਆਪਣੇ ਜਿਹੜੇ ਸਟਰੈਂਥ ਕਰਨੀ, ਜਾਂ ਫਿਰ ਆਪਣੇ ਜਿਹੜੇ ਹੈਗੇ ਡਿਸਟ੍ਰਿਕਟ ਲੈਵਲ ਦੀ ਨੈਟਵਰਕਿੰਗ ਹੋ ਗਈ, ਫਿਰ ਆਪਾਂ ਉਹਨਾਂ ਦੀ ਹੈਲਪ ਨਾਲ ਬਲਾਕ ਲੈਵਲ ਦੀ ਕਰਾਂਗੇ, ਤਾਂ ਗਰਾਊਂਡ ਤੇ ਉਤਰਾਂਗੇ। ਜਿਵੇਂ ਹੁਣ ਅਸੀਂ 20 25 30 40 ਜਣੇ ਇੱਥੇ ਮੀਟਿੰਗ 'ਚ ਹੁੰਦੇ ਹਾਂ, ਤਾਂ ਅਸੀਂ ਇਹ ਗੱਲਾਂ ਕਿਹਦੇ ਲਈ ਕਰ ਰਹੇ ਹਾਂ? ਤਾਂ ਫੀਲਡ ਦੇ ਵਿੱਚ ਜਿਹੜੇ ਸਰੋਤੇ ਜਿਹੜੇ ਹੋਣਗੇ ਜਦੋਂ ਉਹ ਥੱਲੇ ਗਰਾਊਂਡ ਲੈਵਲ ਤੇ ਜਾਣਗੀਆਂ ਤਾਂ ਉਹਦੇ ਨਾਲ ਉਹਨਾਂ ਨੂੰ ਵੀ ਇਨਵੋਲਵਮੈਂਟ ਹੋਊਗੀ ਤੇ ਸਾਡਾ ਜਿਹੜਾ ਹੈਗਾ ਫੀਲਡ ਦੇ ਵਿੱਚੋਂ ਰਿਐਕਸ਼ਨ ਵੀ ਆਉਣਗੇ। ਤਾਂ ਇਹਦੇ ਲਈ ਜਿਹੜਾ ਹੈਗਾ ਯੂਥ ਐਕਟੀਵਿਟੀਜ਼ ਪਲਾਨ ਕਰਾਂਗੇ। ਫਿਰ ਜਿਹੜਾ ਹੈਗਾ ਸਾਡਾ ਟੀਮ ਜਿਹੜੀ ਹੈਗੀ ਹੈ, ਜਿਹੜੇ ਸਾਡੇ ਕ੍ਰਾਈਸਿਸ ਨੇ ਪੰਜਾਬ ਦੇ, ਇਕਨੋਮਿਕ ਇੰਪਲੋਇਮੈਂਟ ਦੇ, ਜਾਂ ਬ੍ਰੇਨ ਡਰੇਨ ਹੋ ਰਹੀ ਹੈ, ਨਿਊਟ੍ਰੀਸ਼ਨ ਦਾ, ਹੈਲਥ ਦਾ, ਨਸ਼ੇ ਵਧੇ ਪਏ ਨੇ, ਇਨਵਾਇਰਨਮੈਂਟ ਦੇ, ਐਗਰੀਕਲਚਰ ਦੇ, ਇਹ ਸਾਰੀਆਂ ਚੀਜ਼ਾਂ ਨੂੰ ਫਿਰ ਅਸੀਂ ਉਹਦੇ ਵਿੱਚ ਫਰੇਮਵਰਕ ਦੇ ਵਿੱਚ ਫਿੱਟ ਕਰਕੇ ਇੱਕ ਬਹੁਤ ਵਧੀਆ ਤਰੀਕੇ ਨਾਲ ਗ੍ਰਾਮ ਸਭਾ ਦੀ ਪਾਵਰ ਨੂੰ ਮੁੱਖ ਰੱਖਦੇ ਹੋਏ ਆਪਾਂ ਉਹਦੇ ਤੇ ਪ੍ਰੋਗਰਾਮਿੰਗ ਕਰਾਂਗੇ, ਜਿਹਦੇ ਦੇ ਸਾਰੀ ਜਿਹੜੀ ਆਪਣੀ ਟੀਮ ਹੈਗੀ ਹੈ, ਚਾਹੇ ਮਿਸ਼ਨ ਗ੍ਰਾਮ ਸਭਾ ਦਾ ਬ੍ਰੇਨਸਟੋਰਮਿੰਗ ਗਰੁੱਪ ਹੈ, ਚਾਹੇ ਆਪਾਂ ਇਸ ਮੰਚ ਤੇ ਇਕੱਠੇ ਹੁੰਦੇ ਹਾਂ, ਆਪਾਂ ਸਾਰੇ ਯੋਗਦਾਨ ਪਾਵਾਂਗੇ। ਕੁਛ ਜ਼ਿਲ੍ਹੇ ਅਜੇ ਜਿਹੜੇ ਹੈਗੇ ਆ ਰਮਨ ਜੀ ਦੇ ਕੋਲ ਨੋਟ ਨੇ, ਜਿਹਦੇ ਸਾਡੇ ਕੋਲ ਅਜੇ ਉਹ ਐਕਟਿਵ ਮੈਂਬਰ ਨਹੀਂ ਗਏ, ਉਹ ਤੁਹਾਨੂੰ ਹੁਣ ਦੱਸ ਦੇਣਗੇ। ਆਪਾਂ ਨੂੰ ਉਹਦੇ ਨਾਲ ਸੰਬੰਧਿਤ ਵੀ ਜਿਹੜੇ ਮੈਂਬਰ ਚਾਹੀਦੇ ਨੇ, ਤੇ ਅਸੀਂ ਚਾਹੁੰਦੇ ਹਾਂ ਵੀ 23 ਦੇ 23 ਜ਼ਿਲ੍ਹਿਆਂ ਵਿੱਚ ਆਪਣੇ ਨੁਮਾਇੰਦੇ ਮਿਨੀਮਮ 2-2 4-4 ਹੋਣ, ਜਿਹੜੇ ਫਿਰ ਗਾਂ ਬਲੋਕਾਂ ਦੇ ਵਿੱਚ, ਤੇ ਬਲੋਕਾਂ ਤੋਂ ਗਾਂ ਹੇਠਾਂ ਆਪਾਂ ਜਿਹੜਾ ਹੈਗਾ ਗਰਾਊਂਡ ਤੇ ਉਤਰਾਂਗੇ, ਕਲਸਟਰ ਲੈਵਲ ਤੇ, ਜਾਂ ਜੋ ਵੀ ਹੈਗੇ ਪਿੰਡਾਂ 'ਚ ਕੀ ਹੋ ਰਿਹਾ, ਕੀ ਹੋਣਾ ਚਾਹੀਦਾ ਹੈ, ਤੇ ਕੀ ਆਪਣੀ ਪਲਾਨ ਹੈ। ਉਹ ਫਿਰ ਜਿਹੜਾ ਅਸੀਂ 10-10 ਮੈਂਬਰਾਂ ਦਾ ਇੱਕ ਬਣਾ ਕੇ ਕੋਰਮ ਜਿਵੇਂ ਬਣਾ ਕੇ ਉਹਨਾਂ ਦੇ ਰੂਬਰੂ ਐਕਟੀਵਿਟੀ ਦੇ ਰਾਹੀਂ ਉਹਨਾਂ ਤੋਂ ਲਵਾਂਗੇ ਗੂਗਲ ਫਾਰਮ ਰਾਹੀਂ, ਤੇ ਜਾਂ ਉਹਨਾਂ ਦੇ ਕੀ ਉਹਨਾਂ ਦੀ ਸੋਚਣੀ ਹੈ, ਉਹ ਕੀ ਚਾਹੁੰਦੇ ਨੇ, ਕਿਵੇਂ ਚੇਂਜ ਆ ਸਕਦੀ ਹੈ, ਕੀ ਆਪਾਂ ਇਹਨੂੰ ਸਹੀ ਤਰੀਕੇ ਦੇ ਨਾਲ ਸਹੀ ਡਾਇਰੈਕਸ਼ਨ 'ਚ ਲਿਜਾ ਸਕਦੇ ਹਾਂ, ਜਿਹਦੇ ਵਿੱਚ ਕੋਈ ਨੋਨ ਪੋਲੀਟੀਕਲ, ਨੋਨ ਰਿਲੀਜੀਅਸ, ਨੋਨ ਕੋਈ ਫੰਡਿੰਗ, ਜਾਂ ਅੱਜ ਕੱਲ੍ਹ ਧੱਬੇ ਲੱਗ ਜਾਂਦੇ ਨੇ ਚੰਗੀਆਂ ਪਰਸਨੈਲਿਟੀਆਂ ਤੇ, ਅਸੀਂ ਉਹ ਤੋਂ ਬਚ ਕੇ ਇੱਕ ਵਧੀਆ ਨਿਵੇਕਲਾ ਜਿਹੜਾ ਹੈਗਾ ਆਪਣਾ ਰਸਤਾ ਚੁਣ ਕੇ, ਬੜਾ ਜਿਹੜਾ ਥਿੰਕ ਟੈਂਕ ਆਪਣਾ ਤਿਆਰ ਹੋਇਆ ਹੈਗਾ, ਉਹਦੀ ਇੱਕ ਪਕੀਜ਼ਗੀ ਨੂੰ, ਉਹਦੀ ਪਵਿੱਤਰਤਾ ਨੂੰ, ਚੰਗੀ ਸੋਚ ਮੁੱਖ ਰੱਖਦੇ ਹੋਏ ਇੱਕ ਵਧੀਆ ਟੀਮ ਜਿਹੜੀ ਹੈਗੀ ਹੈ ਉਹਨੂੰ ਨੈਟਵਰਕ ਗਰਾਊਂਡ ਤੱਕ ਲਿਆ ਕੇ ਆਪਾਂ ਚੇਂਜ ਲਿਆਉਣ ਦੀ ਕੋਸ਼ਿਸ਼ ਕਰਾਂਗੇ, ਜਿਹਦੇ ਵਿੱਚ ਆਪਾਂ ਸਾਰੇ ਹੀ ਭਾਗੀਦਾਰ ਹੋਵਾਂਗੇ। ਤੇ ਇਹਦੇ ਲਈ ਜਿਹੜਾ ਆਉਣ ਵਾਲਾ ਮਹੀਨਾ ਬਹੁਤ ਅਹਿਮ ਹੈ। ਤਾਂ ਇਸ ਤਰ੍ਹਾਂ ਮੈਂ ਰਮਨ ਜੀ ਨੂੰ ਰਿਕੁਐਸਟ ਕਰੂੰਗਾ ਵੀ ਜਿਹੜੇ ਜ਼ਿਲ੍ਹਿਆਂ 'ਚ ਆਪਣੇ ਕੋਲ ਜੇ ਨਹੀਂ ਗਏ ਨੁਮਾਇੰਦੇ, ਉਹ ਥੋੜ੍ਹਾ ਦੱਸ ਦੇਣ, ਤਾਂ ਜੋ ਆਪਣੇ ਟੀਮ ਮੈਂਬਰ ਜਿਹੜੇ ਉਹਦੇ ਸੰਬੰਧ ਵਿੱਚ ਵੀ ਆਪਾਂ ਨੂੰ ਫੀਡਬੈਕ ਦੇ ਦੇਣ। ਤੇ ਬਾਕੀ ਹੈਗਾ WhatsApp ਗਰੁੱਪ ਤੇ ਅਸੀਂ ਜਿਹੜੀ ਜਾਣਕਾਰੀ ਬਹੁਤ ਜ਼ਿਆਦਾ ਸ਼ੇਅਰ ਕਰਾਂਗੇ ਤੁਹਾਡੇ ਨਾਲ। ਥੈਂਕ ਯੂ। ਹਾਂਜੀ, ਮਿਹਰਬਾਨੀ ਪਰਮਜੀਤ ਜੀ। ਸਾਡੇ ਕੋਲ 4 ਜ਼ਿਲ੍ਹੇ ਬੇਸਿਕਲੀ ਜਿਹੜੇ 23 ਜ਼ਿਲ੍ਹੇ ਹੈਗੇ ਸਾਰਿਆਂ ਦੇ ਅਸੀਂ ਜਿਹੜੇ ਨੋਡਲ ਪੁਆਇੰਟਸ ਹੈਗੇ ਡਿਸਟ੍ਰਿਕਟ ਦੇ ਉਹ ਡਰਾਫਟ ਕਰ ਲਏ ਨੇ, ਐਕਸੈਪਟ ਫॉर ਕਿ 4 ਜਿਹੜੇ ਜ਼ਿਲ੍ਹੇ ਨੇ ਕਪੂਰਥਲਾ, ਪਠਾਨਕੋਟ, ਨਵਾਂ ਸ਼ਹਿਰ ਤੇ ਮਲੇਰਕੋਟਲਾ, ਇਹ 4 ਜ਼ਿਲ੍ਹਿਆਂ ਦੇ ਉੱਪਰ ਸਾਨੂੰ ਨਹੀਂ ਮਿਲਿਆ। ਜੇ ਤੁਹਾਨੂੰ ਕੋਈ ਜਾਣਕਾਰੀ ਹੈ ਕਿਸੇ ਉਦਮੀ ਬੰਦੇ ਦੀ ਜਿਹੜਾ ਗ੍ਰਾਮ ਸਭਾ ਦੀ ਅਵੇਅਰਨੈਸ ਤੇ ਪਿੰਡਾਂ ਦੇ ਵਿਕਾਸ ਦੇ ਵਿੱਚ ਰੁਚੀ ਰੱਖਦਾ ਹੋਏ, ਤੇ ਪਲੀਜ਼ ਸਾਨੂੰ ਜ਼ਰੂਰ ਸੰਪਰਕ ਕਰੋ, ਸਾਨੂੰ ਜ਼ਰੂਰ ਉਹਨਾਂ ਦਾ ਨੰਬਰ ਦਿਓ, ਅਸੀਂ ਜ਼ਰੂਰ ਉਹਨਾਂ ਨੂੰ ਇਸ ਮੁਹਿੰਮ ਦੇ ਵਿੱਚ ਅਸੀਂ ਸ਼ਾਮਿਲ ਕਰਾਂਗੇ। ਮੈਂ ਫਿਰ ਰਿਪੀਟ ਕਰ ਰਿਹਾ, ਕਪੂਰਥਲਾ, ਪਠਾਨਕੋਟ, ਨਵਾਂ ਸ਼ਹਿਰ ਤੇ ਮਲੇਰਕੋਟਲਾ, ਇਹ 4 ਜ਼ਿਲ੍ਹੇ ਹੈ ਕਿ ਇਹਨਾਂ ਦੇ ਸਾਨੂੰ ਕੰਟੈਕਟਸ ਨਹੀਂ ਮਿਲੇ, ਕੋਈ ਜਿਹੜਾ ਕਿ ਨੋਡਲ ਸਾਡਾ ਕੋਈ ਇਹਦਾ ਗ੍ਰਾਮ ਸਭਾ ਦੀ ਅਵੇਅਰਨੈਸ ਕ੍ਰੀਏਟ ਕਰ ਸਕੇ। ਇੱਕ ਚੀਜ਼ ਮੈਂ ਹੋਰ ਐਡ ਕਰੂੰਗਾ, ਜਿਹੜਾ ਪਰਮਜੀਤ ਜੀ ਨੇ ਪੂਰੀ ਇਹਦੀ ਵਿਆਖਿਆ ਕੀਤੀ ਹੈ, ਬੜੀ ਬਖੂਬੀ ਇਹਨਾਂ ਨੇ ਦੱਸਿਆ ਕਿ ਜਿਹੜਾ ਸਾਡਾ ਹੈ ਬਿਲਕੁਲ ਨਾਨ ਪੋਲੀਟੀਕਲ ਤੇ ਨਾਨ ਫੰਡਿੰਗ, ਸਾਡਾ ਕੋਈ ਇਸ ਦੇ ਵਿੱਚ ਨਿੱਜੀ ਕੋਈ ਇਹਦੇ ਵਿੱਚ ਨਹੀਂ ਹੈ। ਲੇਕਿਨ ਅਸੀਂ ਇਹੀ ਮੁਹਿੰਮ ਇਸ ਪੱਖੋਂ ਵੀ ਚਲਾ ਰਹੇ ਹਾਂ ਕਿ ਜੇ ਕਿਸੇ ਨੇ ਆਪਣੀ ਜਥੇਬੰਦੀ ਜਾਂ ਆਪਣੀ ਆਰਗੇਨਾਈਜੇਸ਼ਨ ਦੇ ਥਰੂ ਇਸ ਚੀਜ਼ ਨੂੰ ਅੱਗੇ ਲੈ ਕੇ ਜਾਣਾ ਹੈ ਤੇ ਜ਼ਰੂਰ ਲੈ ਕੇ ਜਾਏ।
ਕੋਆਰਡੀਨੇਸ਼ਨ ਸਾਡੀ ਅਸੀਂ ਕਰਾਂਗੇ, ਅਸੀਂ ਇਕੱਠੇ ਮਿਲ ਕੇ। ਲੇਕਿਨ ਜੇ ਕਿਸੇ ਨੇ ਆਪਣਾ ਸਟੈਂਪ ਲਾ ਕੇ ਆਪਣਾ ਅੱਗੇ ਕਿਸੇ ਨੂੰ ਆਪਣੀ ਆਰਗੇਨਾਈਜੇਸ਼ਨ ਦੇ ਵੱਲੋਂ ਜਾਂ ਆਪਣੀ NGO ਵੱਲੋਂ ਅੱਗੇ ਇਸ ਚੀਜ਼ ਨੂੰ ਗ੍ਰਾਮ ਸਭਾ ਨੂੰ ਐਕਟੀਵੇਟ ਕਰਨਾ ਤਾਂ ਜ਼ਰੂਰ ਕਰਨ ਬਖੂਬੀ। ਬਾਕੀ ਮਿਸ਼ਨ ਗ੍ਰਾਮ ਸਭਾ ਵੱਲੋਂ ਅਸੀਂ, ਜਿਵੇਂ ਉਹਨਾਂ ਨੇ ਦੱਸਿਆ, ਕਿ ਅਸੀਂ ਬਹੁਤ ਜਲਦ ਬੱਚਿਆਂ ਦਾ ਕੈਂਪੇਨ ਲੈ ਕੇ ਆ ਰਹੇ ਹਾਂ, ਜਿੱਥੇ ਕਿ ਉਹਨਾਂ ਦੀ ਅਵੇਅਰਨੈਸ, ਉਹਨਾਂ ਦਾ ਕੰਪੀਟੀਸ਼ਨ ਕਿ ਗ੍ਰਾਮ ਸਭਾ ਕੀ ਹੁੰਦੀ ਹੈ, ਤਾਂ ਜੋ ਲੋਕਾਂ ਦੇ ਵਿੱਚ ਅਵੇਅਰਨੈਸ ਆਏ ਕਿ ਗ੍ਰਾਮ ਸਭਾ ਦੀ ਪਾਵਰ ਕੀ ਹੈ, ਤਾਕਤ ਕੀ ਹੈ। ਤੇ ਜਿਹੜਾ SME ਗਰੁੱਪ ਬਣ ਰਿਹਾ, ਸਬਜੈਕਟ ਮੈਟਰ ਐਕਸਪਰਟ ਜਿਹੜੇ ਸਾਡਾ ਹੁਣ ਸਾਡਾ ਸਲੋਲੀ ਬਣ ਰਿਹਾ, ਉਹ ਸਾਡਾ ਹੁਣ ਅਸੀਂ ਐਕਟਿਵ ਕਰਨ ਦਾ ਸਮਾਂ ਆ ਗਿਆ ਕਿ ਜਿੱਥੇ ਕਿ ਜਿਹਨੂੰ ਲੋੜ ਹੈ ਕਿਸੇ ਇਨਫੋਰਮੇਸ਼ਨ ਦੀ, ਜਿਵੇਂ ਕੋਈ ਨਿਰਾਸ਼ਾਵਾਦੀ, ਕੋਈ ਇਸ ਤਰ੍ਹਾਂ ਦਾ ਯੂਥ ਹੈਗਾ ਜਿਹਨੂੰ ਕੋਈ ਆਪਣੀ ਇਨਫੋਰਮੇਸ਼ਨ ਚਾਹੀਦੀ ਹੈ, ਤੇ ਉਹਨਾਂ ਨੂੰ ਅਸੀਂ ਕਨੈਕਟ ਕਰਾਵਾਂਗੇ ਇਹ ਕੌਸ਼ਲ ਸਿੰਘ ਜਾਂ ਅੰਮ੍ਰਿਤਪਾਲ ਵਰਗੇ ਜਾਂ ਪੁਨੀਤ ਵਰਗੇ ਬੰਦਿਆਂ ਨਾਲ, ਜਿੱਥੇ ਕਿ ਉਹਨਾਂ ਨੂੰ ਸਹਾਇਤਾ ਮਿਲ ਸਕੇ, ਉਹਨਾਂ ਨੂੰ ਥੋੜੀ ਗਾਈਡੈਂਸ ਮਿਲ ਸਕੇ ਕਿ ਕਿਸ ਤਰ੍ਹਾਂ ਉਹਨਾਂ ਨੇ ਆਪਣਾ ਬਿਜ਼ਨਸ ਅੱਗੇ ਵਧਾਉਣਾ। ਬਸ ਇਹਨਾਂ ਕਹਿ ਕੇ ਮੈਂ ਬਸ ਆਪਣੀ ਜਿਹੜਾ ਪੱਖ ਸੀਗਾ ਉਹ ਰੱਖਿਆ। ਚਮਨ ਲਾਲ ਜੀ, ਤੁਹਾਨੂੰ ਹੁਣ ਬੇਨਤੀ ਕਰਾਂਗੇ, ਤੁਸੀਂ ਸਮਾਪਤੀ ਵੱਲ ਚਲੋ ਜੀ। ਹਾਂਜੀ, ਸਾਰੇ ਵੀਰਾਂ ਸਤਿ ਸ਼੍ਰੀ ਅਕਾਲ, ਜੈ ਹਿੰਦ। ਅਧਿਆਪਕ ਜੀ ਨੇ, ਰਵਨਪਾਲ ਜੀ ਨੇ ਨਵਾਂ ਪ੍ਰੋਗਰਾਮ ਦਿੱਤਾ। ਆਪਾਂ ਜਿਹੜਾ ਵੀ ਪਰਫਾਰਮਾ ਆ ਰਿਹਾ ਉਹਨੂੰ ਦੇਖ ਕੇ ਉਹਦੇ ਮੁਤਾਬਕ ਆ ਚੱਲਾਂਗੇ। ਮੇਨ ਫੋਕਸ ਜਿਹੜਾ ਹੈ ਉਹ ਹੈ ਵੀ ਆਪਾਂ ਕਾਮਨ ਮਿਨੀਮਮ ਪ੍ਰੋਗਰਾਮ ਤੇ ਚੱਲੀਏ। ਜਿਸ ਤਰ੍ਹਾਂ ਪਹਿਲਾਂ ਬਾਜਵਾ ਜੀ ਇਹਨਾਂ ਦੇ ਪਿੰਡ ਵੀ ਆ ਕੇ ਗਏ ਨੇ MPs, ਜਿਹੜੀ ਕੰਸਲਟੇਟਿਵ ਕਮੇਟੀ ਹੈ ਰੂਰਲ ਡਿਵੈਲਪਮੈਂਟ ਦੀ, ਇਹ ਤੋਂ ਅਗਾਹ ਕਿੱਦਾਂ ਚੱਲਣਾ, ਵਾਟ ਆਰ ਦੀ ਨੀਡਸ ਆਫ ਵਿਲੇਜ ਦੀਆਂ, ਪਿੰਡ ਦੀਆਂ ਕੀ ਨੀਡਸ ਨੇ, ਇਕਨੋਮਿਕ, ਨਿਊਟ੍ਰੀਸ਼ਨਲ, ਐਨਵਾਇਰਨਮੈਂਟਲ ਵਗੈਰਾ ਵਗੈਰਾ, ਉਹਦਾ ਪ੍ਰੀਲਿਮਿਨਰੀ ਜਿਹੜਾ ਡਾਟਾ ਇਕੱਠਾ ਕਰਨ ਵਾਸਤੇ ਜਿਹੜਾ ਅਧਿਆਪਕ ਜੀ ਨੇ, ਰਵਨਪਾਲ ਜੀ ਨੇ ਕਿਹਾ, ਆਪਾਂ ਉਸ ਪਾਸੇ ਨੂੰ ਵਧੀਏ। ਦੂਸਰਾ ਮੈਂ ਫੋਕਸ ਕਰਨਾ ਡਾਕਟਰ ਬਾਜਵਾ जी ਨੂੰ, जौहर साहब ਨੂੰ, मंझदार से लाए हम किश्ती निकाल कर, मेरे देश के बच्चों रखना इसको संभाल कर। रौले वाली गल नहीं, अपने अपने बचपन ਨੂੰ देखिए ਆਪਾਂ ਕਿੱਥੋਂ ਤੁਰਿਆ ਤੇ ਕਿੱਥੇ ਪਹੁੰਚਿਆ। ਭਵਿੱਖ ਵਾਸਤੇ अपनीत हो गया, अपना अमृतपाल हो गया, कौशल जी एंड सो मैनी अदर्स, इंडिविजुअल एज वेल एज ऑर्गेनाइजेशन पंजाब ਵਿੱਚ ਐਸੋਸੀਏਸ਼ਨ ਨੇ। ਤੇ ਇਹਦੇ ਵਿੱਚ ਕਿਸੇ ਨੂੰ ਵੀ ਮਨ ਵਿੱਚ ਭੁਲੇਖਾ ਨਹੀਂ ਰਹਿਣਾ ਕਿ ਪੰਜਾਬ ਜਾਂ ਇਸ ਖਿੱਤੇ ਦੇ ਬਾਰੇ, ਨਾਰਦਰਨ ਰੀਜਨ ਦੇ ਬਾਰੇ ਨੈਗੇਟਿਵਿਜ਼ਮ ਫੈਲਾਉਣਾ, ਇਹ ਲਗਾਤਾਰ ਸਿਲਸਿਲਾ ਫੈਲਾਇਆ ਜਾ ਰਿਹਾ। ਅਗਾਹ ਵੀ ਲੱਗੂਗਾ, ਜਿਸ ਆਸਪੈਕਟ ਤੇ ਕੋਈ ਵੀ ਸਬਜੈਕਟ ਲੈ ਲਓ ਤੁਹਾਨੂੰ ਨੈਗੇਟਿਵਿਜ਼ਮ ਹੀ ਸਾਹਮਣੇ ਆਏਗਾ। ਜਿਸ ਤਰ੍ਹਾਂ ਅੰਮ੍ਰਿਤਪਾਲ ਦਾ ਫੋਕਸ ਕਰ ਦਿੱਤਾ ਕਿ ਜਦੋਂ ਦੀ ਫੇਸਬੁੱਕ ਤਿਕੜੀ ਛੱਡੀ ਆ ਉਦੋਂ ਦੇ ਸਿੰਕ ਹੋਰ ਪੋਸਟ। ਸੋ ਰੌਲਾ ਕੋਈ ਨਹੀਂ, ਆਪਾਂ ਤਕੜੇ ਆ। ਜਿਹੜੇ ਆਪਾਂ NRI ਕਹਿੰਦੇ ਹਾਂ, NRI ਨਹੀਂ ਰਹੇ। ਇਟ ਇਜ਼ ਏ ਐਕਸਟੈਂਡਡ ਪੰਜਾਬ ਜਾਂ ਐਕਸਟੈਂਡਡ ਇੰਡੀਆ। ਜਿਸ ਵੇਲੇ ਦੁਨੀਆ ਦੇ ਕਿਸੇ ਖਿੱਤੇ ਵਿੱਚ ਵੀ ਸਿਗਨੀਫਿਕੈਂਟ ਨੰਬਰ ਆਫ ਪੀਪਲ ਦਾ ਵਿਰਸਾ ਉੱਤੇ ਹੋਣ ਲੱਗ ਜਾਏ, ਉੱਦਾਂ ਦੇ ਹਿਸਾਬ ਤਾਂ ਹੋਣਾ, ਤੇ ਪੋਲੀਟੀਕਲ ਸਿਸਟਮ ਵਿੱਚ ਸ਼ੇਅਰ ਹੋਣ ਲੱਗ ਜਾਏ, ਉਹਨੂੰ ਵੀ ਆਪਾਂ ਐਕਸਟੈਂਡਡ ਤਾਂ ਕਹਿ ਸਕਦੇ ਹਾਂ, NRI ਨਹੀਂ ਕਹਿ ਸਕਦੇ। ਆ ਪਿੱਛੇ ਹੁਣੇ ਪੰਜਾਬ ਦੀ ਖੇਡਾਂ ਹੋ ਕੇ ਹਟੀਆਂ, ਜਿੱਥੋਂ ਜਲੂਟਾ ਸਾਹਿਬ ਬੋਲ ਰਹੇ ਆ, ਉੱਥੇ ਜਲੇਬੀਆਂ ਵੀ ਸੀ, ਉੱਥੇ ਸਮੋਸੇ ਵੀ ਸੀ, ਉੱਥੇ ਗੋਲ ਗੱਪੇ ਵੀ ਸੀ, ਤੇ ਉੱਥੇ ਗੌੜੇ ਵਾਲੇ ਵੀ ਸੀ। ਇਸ ਕਰਕੇ ਜਿਹੜਾ NRI ਲਫ਼ਜ਼ ਨੂੰ ਪੁਰਾਣਾ ਹੋ ਗਿਆ, ਐਕਸਟੈਂਡਡ ਇੰਡੀਆ, ਐਕਸਟੈਂਡਡ ਪੰਜਾਬ। ਸੋ ਫਿਊਚਰ ਆਪਣਾ, ਆਪਾਂ ਤਗੜੇ ਹੋ ਕੇ ਲੱਗੇ ਰਹੀਏ। ਐਪਰੀਸ਼ੀਏਬਲ ਜੱਤਰ ਨੇ ਅਮਨ ਜੀ ਆਪਣੇ ਅੰਮ੍ਰਿਤਪਾਲ ਫੈਮਿਲੀ ਦੇ ਆਪਣਾ ਨਾਂ ਦਿੱਤਾ। ਇੱਕ ਨੂੰ ਸਵਾਲ ਸ਼ਾਇਦ ਲੋਟਰ ਜੀ ਨੇ ਕੀਤਾ ਤੇ ਤੁਹਾਡਾ ਯੂਨੀਵਰਸਿਟੀ ਵਿੱਚ ਵੀ ਨਾਂ ਹੈਗਾ ਨਹੀਂ, ਤੇ ਉਹਦਾ ਜਵਾਬ ਸੀ ਅੰਮ੍ਰਿਤਪਾਲ ਉਹਨਾਂ ਦਾ ਕਿ ਜਿੱਥੇ ਮਰਜੀ ਬੰਗਾ ਚੜਾ ਲੈ, ਮਿੱਤਰਾਂ ਦਾ ਨਾਂ ਚੱਲਦਾ। ਜੇ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਹੈ ਤੇ PH ਯੂਨੀਵਰਸਿਟੀ ਦਾ ਨਾਂ ਹੈ, ਜੇ PH ਵਿੱਚ ਹੈ, ਇਹ ਸਾਡਾ ਬੜਾ ਕਾਮਨ ਨਾਂ ਆ ਬਣ। ਸੋ ਇਹਦੇ ਵਾਸਤੇ ਮੁਬਾਰਕਾਂ ਜੋ ਨਵੇਂ ਚੈਲੰਜਸ ਹਿੱਸਾ ਹੋਏਗਾ ਰਵਨਪਾਲ ਜੀ ਵੱਲੋਂ ਤੇ ਆਪ ਜੀ ਵੱਲੋਂ, ਉਹਦੇ ਵੱਲ ਨੂੰ ਆਪਾਂ ਚੱਲੀਏ। ਤੇ ਕੋਈ ਰੌਲੇ ਵਾਲੀ ਗੱਲ ਨਹੀਂ, ਇਹ ਜਿੱਤੇ ਮਤਲਬ। ਮੈਂ ਤਾਂ ਆਪਣੇ ਮਿਸ਼ਨ ਵੱਲੋਂ ਫਿਰ ਇਸ ਗੱਲ ਤੇ ਰਿਪੀਟ ਕਰਦਾ ਕਿ ਤੁਸੀਂ ਸਾਨੂੰ ਘੱਟੋ ਘੱਟ 5 ਬੰਦੇ ਦਿਓ, ਕੋਈ ਦੋ 5 ਕਿਸਾਨ, ਮਹੀਨੇ ਬਾਅਦ ਐਥੀਕਲੀ, ਇਕਨੋਮਿਕਲੀ ਐਂਡ ਐਨਵਾਇਰਨਮੈਂਟਲੀ ਸਾਡੇ ਕੋਲ ਗੁਜ਼ਾਰਿਸ਼ ਹੈ। ਮਸਲਾ ਹੱਲ ਹੈ। ਸਵਾਲ ਹੈ ਵੀ ਉਸ ਰੇਲਵੇ ਸਟੇਸ਼ਨ ਤੱਕ ਤੁਸੀਂ ਨਹੀਂ ਪਹੁੰਚੇ ਜਿੱਥੇ ਜੌਹਰ ਸਾਹਿਬ ਪਹੁੰਚ ਚੁੱਕੇ ਆ ਜਾਂ ਅਸੀਂ ਪਹੁੰਚ ਚੁੱਕੇ ਆ। ਸੋ ਇਸ ਕਰਕੇ
ਇਹਨਾਂ ਲਫ਼ਜ਼ਾਂ ਦੇ ਨਾਲ ਇਸ ਰਿਕੁਐਸਟ ਨਾਲ ਕਿ ਤੁਸੀਂ 5 ਮਿੰਟ ਘੱਟੋ ਘੱਟ ਕਿਸਾਨ ਦਿਓ ਤਾਂ ਕਿ ਰਿਜ਼ਲਟ ਹੀ ਆ ਜਾਏ ਤੇ ਗੱਲੇ ਨਵੇੜਿਆਂ ਨੂੰ ਤੁਰ ਪਏ। ਤੇ ਇੱਥੇ ਆਪਾਂ ਸਮਾਪਤੀ ਕਰਦੇ ਹਾਂ। ਚੜ੍ਹਦੀ ਕਲਾ ਵਿੱਚ ਬਾਬਾ ਜੀ ਦਾ ਜਕਾਰਾ ਛੱਡਦੇ ਹੋਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜੋ ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਬੁਢਿਆਰੀ ਕੁਝ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਵਾਹਿਗੁਰੂ ਜੀ ਧੰਨ ਬਾਬਾ ਨਾਨਕ ਜੀ ਸਵਤ ਦਾ ਭਲਾ। ਧੰਨਵਾਦ ਸਰ।